शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ ਤੇ 6 ਅਪ੍ਰੈਲ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ। 24 ਚੇਤਰ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਸ਼ੋਅ ਦੇ ਵਿੱਚ ਪਹਿਲੇ ਹਿੱਸੇ 'ਚ ਗੱਲਬਾਤ ਕਰਨਗੇ ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ। फिर कुछ खास खबरां ते एक खास विशा तुहाडे लई। 604 204 0600 604 204 0600। इस देश दीयां कदरां कीमतां की ने ते भाईचारा कित्थे खड़ा, इस ते अज गलबात होनी है। जद हाबड़ा बंदे नूं लग जांदा है फिर ओह किवें भज्जिया फिरदा दिन रात। शेरे पंजाब radio.ca ਤੇ ਸਿੱਧਾ ਪ੍ਰਸਾਰਣ ਹੈ ਤੇ 604 204 0600 ਔਨ 에ਅਰ ਨੰਬਰ ਹੈ ਤੇ 604 729 1224 604 729 1224 ਤੇ ਤੁਸੀਂ ਮੈਨੂੰ WhatsApp ਜਾਂ ਟੈਕਸਟ ਕਰਨਾ ਹੈ। ਅੱਡਾਂ ਦਾ ਖੁੱਲਾ ਪਿੰਡੀ ਦਾ ਦੁੱਲਾ, ਪਿੜਾਂ ਵਿੱਚ ਘੁਲਦਾ ਪਾੜਦਾ ਖਾਖਾਂ। ਵਕਤ ਸੀ ਥੰਮਿਆ ਲੱਦੀ ਨੇ ਜੰਮਿਆ, ਰਗੜ ਕੇ ਪਿਸਤੇ ਘੋਟ ਕੇ ਦਾਖਾਂ। ਫੜਕਦੇ ਡੌਲੇ ਨਵੇਂ ਨਿਤਰੌਲੇ, ਸਾਣ ਤੇ ਚੜੀਆਂ ਤੇਜ ਕਿਰਪਾਨਾਂ। ਮਾਰਦੀਆਂ ਡਾਕੇ ਜੀ ਪੈਣ ਪੜਾਕੇ, ਸੁਦਾਗਰ ਫਿਰਦੇ ਬਚਾਉਂਦੇ ਜਾਨਾਂ। ਉਹ ਭੇਤਣ ਦਿਲ ਦੀ ਚਨਾ ਤੇ ਮਿਲਦੀ, ਨੈਣ ਸੀ ਜਿਸਦੇ ਹੁਸਨ ਦੀਆਂ ਮੰਡੀਆਂ। ਰੋਕ ਨਾ ਅੜੀਏ ਮੋਤੀਆਂ ਜੜੀਏ, ਲਾਹੌਰੋਂ ਪੱਟ ਕੇ ਲਿਆਉਣੀਆਂ ਝੰਡੀਆਂ। ਜਿਉ ਨਾਗ ਲਪੇਟਾ ਕੋਈ ਮਾਰੇ ਨਹੀਂ, ਡੰਗਦਿਆਂ ਦਿਸ਼ਾਵਾਂ ਚਾਰੇ ਨਹੀਂ। ਮੇਰੀ ਮੌਤ ਕਰੂ ਜਗ ਚਾਨਣ ਨਹੀਂ ਹੋਊ, ਦੁੱਲਾ ਦੁੱਲਾ ਨਾਰੇ ਨਹੀਂ। ਨਾਲ ਦੇ ਬੈਲੀ ਮੌਤ ਦੀ ਥੈਲੀ, ਰਹਿੰਦੇ ਨਿਤ ਸ਼ੱਕ ਦੇ ਲਾਚੀਆਂ ਖੋਪੇ। ਆਉਂਦੀਆਂ ਨਸਲਾਂ ਬਚਾ ਲੋ ਫਸਲਾਂ, ਬੋਲ ਦਿਓ ਹੱਲੇ ਦੇੜ ਦਿਓ ਤੋਪੇ। ਜਦ ਪੀੜ ਬਣੂ ਪ੍ਰਕਾਸ਼ ਮਿੱਟੀ ਦਾ, ਪੁੱਤਰ ਉੱਠੂ ਖਾਸ ਵੈਰੀ ਦਾ। ਨਾਸ ਕਰੂਗਾ ਲੈ ਕੇ ਰੱਬ ਦਾ ਨਾਂ, ਮੇਰੇ ਦੇਸ਼ ਦੀਆਂ ਧੂੜਾਂ ਮੇਰੇ ਧਰਵਾਸ। ਮੇਰੀ ਅਰਦਾਸ ਮੇਰੀ ਹਰ ਸਾਹ 'ਚ ਸੂਹਾ ਸੂਰਜ ਉੱਗ ਰਿਹਾ। ਛਿੜਨ ਝਰਨਾਟਾਂ ਉੱਠਦੀਆਂ ਲਾਟਾਂ, ਦੇਸ਼ ਨੂੰ ਦੁੱਲਿਆ ਤੇਰੀਆਂ ਲੋੜਾਂ। ਬੁਲਬੁਲੇ ਝੱਗ ਦੇ ਬਣਾ ਦਿਆਂ ਅੱਗ ਦੇ ਡੱਕਰ ਤਾਂ ਘੋੜਾ। ਮੈਂ ਬਾਗਾਂ ਮੋੜਾਂ ਹੱਕਾਂ ਲਈ ਲੜੀਏ, ਸੂਲੀਆਂ ਚੜੀਏ ਧਰਤ ਲਈ ਮਰਨਾ। ਸ਼ਗਨ ਦੀਆਂ ਘੜੀਆਂ ਲਹੂ ਦੇ ਕਤਰੇ, ਲੈਂਦੇ ਮੁੱਖ ਖਤਰੇ। ਟੁੱਟਣਾ ਦਿੰਦੇ ਨਹੀਂ ਕਦੇ ਵੀ ਲੜੀਆਂ। ਮਿੱਟੀ ਦੇ ਭੁੱਲੇ ਜੰਮਣਗੇ ਦੁੱਲੇ, ਅੰਬਰ ਨੂੰ ਟਾਕੀ ਸੂਰਮੇ ਲਾਉਂਦੇ। ਸੰਦਲ ਦੀਆਂ ਗੱਲਾਂ ਮਾਰੀਆਂ ਮੱਲਾਂ, ਬਈ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ। ਵੀ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ। ਦੁੱਲਾ ਹੀ ਦੁੱਲਾ ਹੁੰਦੀ ਹੈ, ਹਰਮਨਜੀਤ ਨੇ ਲਿਖਿਆ। ਧੰਨਵਾਦ ਸਾਰਿਆਂ ਦਾ ਜਿਹੜੇ ਵੀ ਜੁੜ ਕੇ ਬੈਠੇ ਹੋ। 604 204 0600 ਤੇ ਫੋਨ ਕਰਨਾ ਜਦ ਆਨ 에ਅਰ ਗੱਲ ਕਰਨੀ ਹੈ। 604 204 0600। ਇੱਕ ਬੇਨਤੀ ਕਿ ਸਮਾਂ ਥੋੜਾ ਲਿਆ ਕਰੋ। 1 ਮਿੰਟ ਤੋਂ ਬਾਅਦ ਜਦ ਗੱਲ ਲੰਮੀ ਹੋ ਜਾਂਦੀ ਹੈ ਤਾਂ ਤੁਸੀਂ ਰਿਪੀਟ ਕਰਨ ਲੱਗ ਜਾਂਦੇ ਹੋ। ਜਿੰਨਾ ਘੱਟ ਸਮਾਂ ਲਓਗੇ ਓਨੇ ਹੀ ਕਾਲਰ ਵੱਧ ਆਉਣਗੇ, ਓਨੀ ਹੀ ਰਾਏ ਵਧੀਆ ਬਣੇਗੀ। ਇਹ ਬੇਨਤੀ ਹੈ ਹੱਥ ਜੋੜ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਅੱਛਾ, ਹੁਣ ਮੈਨੂੰ ਇਉਂ ਦੱਸਿਓ ਵੀ ਜਦ ਘੜੇ ਭੜੋਲੇ ਸਾਫ਼ ਕਰ ਲੈਂਦੇ ਆ, ਢੋਲ 10 ਕੁਆਂਟਲ ਵਾਲੇ ਸਾਫ਼ ਕਰ ਲੈਂਦੇ ਆ, ਤੇ ਉੱਪਰਲਾ ਜਿਹੜਾ ਰੱਬ ਬੈਠਾ ਹੈ, ਉੱਪਰ ਨਹੀਂ ਬੰਦਿਆਂ 'ਚ ਬੈਠਾ ਹੈ, ਉਹ ਵਿਗੜੋਂ ਕਿਉਂ ਪਾਉਂਦਾ? ਹਰ ਪੰਜਾਬ ਦੀ ਹਰ ਫਸਲ ਦੇ ਵਿੱਚ ਮੌਸਮ ਖਰਾਬ ਹੋ ਜਾਂਦਾ। ਕਹਿੰਦੇ ਹੁਣ ਫੇਰ ਵਿਗੜਿਆ ਫਿਰਦਾ। ਜੀ ਗਿੱਲ ਸਾਹਿਬ, ਅੱਜ ਮੌਸਮ ਬਹੁਤ ਖਰਾਬ ਨਜ਼ਰ ਆ ਰਿਹਾ ਹੈ। ਦੇਸੀ ਮਹੀਨੇ ਦੇ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, 24 ਚੇਤ ਦਾ ਅੱਜ ਦਿਨ ਹੈਗਾ। ਔਰ ਅੱਜ ਫਸਲਾਂ ਨੇ ਜਿਹੜੀਆਂ, ਕਣਕਾਂ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਸੀ। ਸਿਰਫ ਤੇ ਸਿਰਫ ਕਣਕਾਂ ਵੱਢਣ ਦਾ ਕੱਟ ਜਿਹੜਾ ਉਹ ਹੀ ਹੈਗਾ। ਹੱਥੀਂ ਦਾਤੀ ਆ ਜਿਹੜੀ ਵਾਢੀ ਉਹ ਸ਼ੁਰੂ ਹੋ ਚੁੱਕੀ ਹੈਗੀ, ਲੇਕਿਨ ਬਹੁਤ ਸੀਮਤ ਲੋਕ ਵੱਢਦੇ ਨੇ। ਕੰਬਾਈਨਾਂ ਦੇ ਨਾਲ ਵਾਢੀ ਆ ਜਿਹੜੀ ਉਹ ਲਗਭਗ 9 ਅਪ੍ਰੈਲ ਤੋਂ ਜਿਹੜੀ ਉਹ ਸ਼ੁਰੂ ਹੋਣੀ ਸੀ, ਲੇਕਿਨ ਉਸ ਤੋਂ 2-3 ਦਿਨ ਪਹਿਲਾਂ ਹੀ ਜਿਹੜਾ ਉਹ ਅੱਜ ਬਹੁਤ ਮੌਸਮ ਖਰਾਬ ਹੋਇਆ। ਕਾਫੀ ਜ਼ਿਆਦਾ ਝੱਖੜ, ਹਨੇਰੀ, ਤੂਫਾਨ ਆ ਜਿਹੜਾ ਹਨੇਰੀ ਉਹ ਆਈ ਹੈਗੀ। ਮੀਂਹ ਵੀ ਪਿਆ ਗਾ ਪੂਰੇ ਪੰਜਾਬ ਦੇ ਵਿੱਚ ਹੀ, ਖਾਸ ਕਰਕੇ ਮਾਲਵਾ ਖਿੱਤੇ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਦੇਖਣ ਨੂੰ ਮਿਲੀ ਹੈ। ਕੱਲ੍ਹ ਨੂੰ ਫਿਰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ। ਸੋ ਅੰਨਦਾਤਾ ਕਾਫੀ ਸਹਿਮਿਆ ਹੋਇਆ। ਕਾਫੀ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਡਰ ਪਾਇਆ ਜਾ ਰਿਹਾ ਕਿ ਪੁੱਤਾਂ ਵਾਂਗ ਪਾਲੀ ਹੋਈ ਇਹ ਫਸਲ ਹੈ ਜਿਹੜੀ ਹੁਣ ਐਨ ਮੌਕੇ ਦੇ ਉੱਤੇ ਜਦੋਂ ਪੱਕ ਚੁੱਕੀ ਹੈ
ਤਾਂ ਉਦੋਂ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੀ ਹੈ। ਜੀ ਗਿੱਲ ਸਾਹਿਬ, ਮੁਖਤਾਰ ਅੰਸਾਰੀ ਵਾਲਾ ਕੰਮ ਨਿਬੜਿਆ ਕਿ ਨਹੀਂ ਹਲੇ? ਜੀ ਗਿੱਲ ਸਾਹਿਬ, ਮੁਖਤਾਰ ਅੰਸਾਰੀ ਵਾਲਾ ਕੰਮ ਪੰਜਾਬ 'ਚੋਂ ਨਿਬੜ ਗਿਆ। ਪੰਜਾਬ ਦੇ ਵਿੱਚੋਂ ਉਹ ਸ਼ਿਫਟ ਹੋ ਚੁੱਕਿਆ ਗਾ ਔਰ ਰਸਤੇ ਦੇ ਵਿੱਚ ਮਥੁਰਾ ਲੰਘੇ ਸੀ, ਥੋੜਾ ਸਮਾਂ ਹੋਇਆ, ਸੋ ਥੋੜੇ ਸਮੇਂ ਤੱਕ ਬਾਂਦਾ ਜੇਲ੍ਹ ਦੇ ਵਿੱਚ ਉਹਨੂੰ ਸ਼ਿਫਟ ਕੀਤਾ ਜਾਊ। ਮੁਖਤਾਰ ਅੰਸਾਰੀ ਦਾ ਮਸਲਾ ਗਾ ਜਿਹੜਾ ਉਹ ਬਹੁਤ ਚਰਚਾ ਦਾ ਵਿਸ਼ਾ ਅੱਜ ਪੂਰਾ ਦਿਨ ਹੀ ਬਣਿਆ ਰਿਹਾ, ਕਿਉਂਕਿ ਇੱਕ ਬੰਨੇ ਅੱਜ ਸਵੇਰੇ ਪੌ ਫਟਾਲੇ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਰੋਪੜ ਪਹੁੰਚੀ। ਪਹਿਲਾਂ ਪੁਲਿਸ ਲਾਈਨ ਪਹੁੰਚੀ, ਉਸ ਤੋਂ ਬਾਅਦ ਜੇਲ੍ਹ ਪਹੁੰਚੀ ਔਰ ਉਹਨਾਂ ਨੇ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਅਦਾਲਤੀ ਹੁਕਮਾਂ ਤਹਿਤ ਸਾਡੇ ਸਪੁਰਦ ਕੀਤਾ ਜਾਵੇ। ਮੁਖਤਾਰ ਅੰਸਾਰੀ ਉਹਨਾਂ ਦੇ ਸਪੁਰਦ ਕੀਤਾ ਜਾ ਰਿਹਾ ਸੀ। ਉੱਧਰੋਂ ਮੁਖਤਾਰ ਅੰਸਾਰੀ ਦੀ ਪਤਨੀ ਸੁਪਰੀਮ ਕੋਰਟ ਦੇ ਵਿੱਚ ਉਹਨੇ ਯਾਚਕਾ ਦਾਇਰ ਕੀਤੀ। ਰਾਸ਼ਟਰਪਤੀ ਸਾਹਿਬ ਨੇ ਇੱਕ ਚਿੱਠੀ ਲਿਖੀ ਜਿਹਦੇ 'ਚ ਉਹਨੇ ਇਹ ਕਿਹਾ ਕਿ ਮੇਰੇ ਪਤੀ ਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਵੇ, ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ। ਉਹਨੇ ਖਦਸ਼ਾ ਜ਼ਾਹਿਰ ਕੀਤਾ ਕਿ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ। ਮੁਖਤਾਰ ਅੰਸਾਰੀ ਦੇ ਭਰਾ ਨੇ ਵੀ ਬਿਆਨ ਦਿੱਤਾ, ਪਤਨੀ ਵੀ ਇਹੋ ਗੱਲ ਕਹਿ ਰਹੀ ਹੈ ਕਿ ਰਾਹ 'ਚ ਗੱਡੀ ਪਲਟ ਸਕਦੀ ਆ। ਮੁਖਤਾਰ ਅੰਸਾਰੀ ਦਾ ਭਰਾ ਕਹਿੰਦਾ ਕਿ 900 ਕਿਲੋਮੀਟਰ ਦਾ ਸਫ਼ਰ ਹੈ, ਇਹਨਾਂ ਨੇ ਤਾਂ ਹੀ ਕਹਿ ਦੇਣਾ ਕਿ ਅੱਖ ਲੱਗ ਗਈ ਡਰਾਈਵਰ ਦੀ। ਤਾਂ ਇਹ ਮਸਲਾ ਅੱਜ ਪੂਰਾ ਦਿਨ ਸੁਰਖੀਆਂ ਬਣਿਆ ਰਿਹਾ। ਲੇਕਿਨ ਇੱਕ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚੋਂ ਉਹਦੀ ਗੱਡੀ ਹੈ ਜਿਹੜੀ ਉਹ ਜਾ ਚੁੱਕੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਐਂਟਰੀ ਉਹਦੀ ਹੋਈ ਹੈਗੀ। ਉਹ ਬਹੁਤ ਵੱਡਾ ਬਾਹੂਬਲੀ ਜਿਹੜਾ ਉੱਥੋਂ ਦਾ ਲੀਡਰ ਹੈਗਾ, 5 ਵਾਰ MLA ਰਿਹਾ। ਪਹਿਲਾਂ ਵੀ ਜ਼ਿਕਰ ਕੀਤਾ ਸੀ। ਪਿਛਲੇ ਸਮੇਂ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਸੀ ਭਾਰਤ ਦੇ ਹਾਮਿਦ ਅੰਸਾਰੀ, ਉਹ ਇਹਦੇ ਰਿਸ਼ਤੇ 'ਚ ਚਾਚਾ ਲੱਗਦੇ ਨੇ। ਔਰ ਗਿੱਲ ਸਾਹਿਬ ਇਹਦੀ ਬੈਕਗਰਾਊਂਡ ਬੰਦੇ ਦੀ ਬੜੀ ਜਿਹੜੀ ਆ ਉਹ ਸਟਰੋਂਗ ਸੀ ਇਸ ਰੂਪ ਦੇ ਵਿੱਚ। ਇਹਦੇ ਦਾਦਾ ਜੀ ਕਾਂਗਰਸ ਦੇ ਪ੍ਰਧਾਨ ਵੀ ਰਹੇ, ਮਹਾਤਮਾ ਗਾਂਧੀ ਦੇ ਨਾਲ ਵੀ ਰਹੇ। ਇਹਦੇ ਨਾਨਾ ਜੀ ਵੀ 1947 ਦੇ ਵਿੱਚ ਬਹੁਤ ਉੱਚ ਅਹੁਦੇ ਉੱਤੇ ਸੀਗੇ ਔਰ ਉਹਨਾਂ ਨੂੰ ਬਹੁਤ ਮਾਣ ਸਨਮਾਨ ਆ ਜਿਹੜਾ ਉਹ ਮਿਲਿਆ ਸੀਗਾ। ਇਹਦੇ ਪਿਤਾ ਜੀ ਵੀ ਇੱਕ ਸੁਤੰਤਰਤਾ ਸੈਲਾਨੀ ਦੇ ਤੌਰ ਦੇ ਉੱਤੇ ਪੂਰੇ ਮਸ਼ਹੂਰ ਰਹੇ ਨੇ ਔਰ ਇਹਨਾਂ ਦਾ ਪੂਰਾ ਪਰਿਵਾਰ, ਇਹਦਾ ਬ੍ਰਦਰ ਵੀ 5 ਵਾਰ MLA ਰਿਹਾ, ਆਪ ਹੀ 5ਵੀਂ ਵਾਰ MLA ਮੌਜੂਦਾ ਸਮੇਂ ਦੇ ਵਿੱਚ। ਲੇਕਿਨ ਭਾਜਪਾ ਦੇ ਲਈ ਇੱਕ ਵੱਡੀ ਸਰਦਾਰਤੀ ਬਣੇ ਹੋਣ ਕਰਕੇ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਪਿਛਲੇ 15 ਸਾਲਾਂ ਤੋਂ ਮੁਖਤਾਰ ਅੰਸਾਰੀ ਹੈ ਜਿਹੜਾ ਉਹ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਚੱਲਿਆ ਆ ਰਿਹਾ ਹੈਗਾ। ਸੋ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਹੈ, ਕਿਉਂਕਿ ਅਗਲੇ ਬਾਰੇ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ। ਉਹ ਚੋਣਾਂ ਇਹ ਲੜ ਪਾਉਂਦਾ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਘਟਨਾਕ੍ਰਮ ਜਿਹੜਾ ਉਹ ਵਾਪਰਦਾ ਹੈਗਾ, ਇਹ ਦੇਖਣਾ ਹੋ। ਜਿਸ ਤਰ੍ਹਾਂ ਦਾ ਇਹਦੇ ਪਰਿਵਾਰ ਖਦਸ਼ੇ ਜ਼ਾਹਰ ਕਰ ਰਹੇ। ਜੀ ਗਿੱਲ ਸਾਹਿਬ, ਬਲਵੀਰ ਸਿੰਘ ਰਾਜੇਵਾਲ ਤੇ ਰਵਨੀਤ ਬਿੱਟੂ ਦੀ ਕਿਹੜੀ ਗੱਲੋਂ ਖੜਕੀ, ਕੀ ਹੋਇਆ? ਜੀ ਗਿੱਲ ਸਾਹਿਬ, ਦੇਖੋ ਰਵਨੀਤ ਬਿੱਟੂ ਦਾ ਤਾਂ ਅਸਲ ਦੇ ਵਿੱਚ ਉਹ ਕੰਮ ਆ ਕਿ ਬਖਤਮ ਸੁੰਝੀ ਡੂਮਣੀ ਗਾਵੇ ਆਲ ਪਤਾਲ। ਅਸਲ ਦੇ ਵਿੱਚ ਅੱਖ ਉਹਦੀ ਮੁੱਖ ਮੰਤਰੀ ਦੀ ਕੁਰਸੀ ਤੇ ਆ ਔਰ ਮੁੱਖ ਮੰਤਰੀ ਦੀ ਕੁਰਸੀ ਉਹਨੂੰ ਮਿਲਦੀ ਨਸੀਬ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਖਾਲੀ ਛੱਡ ਰਿਹਾ। ਜੇ ਕੈਪਟਨ ਅਮਰਿੰਦਰ ਪਾਸੇ ਹੁੰਦਾ ਵੀ ਆ ਫਿਰ ਵੀ ਉਹਦੇ 'ਚ ਪ੍ਰਤਾਪ ਸਿੰਘ ਬਾਜਵੇ ਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਤੋਂ ਬਾਅਦ ਤਾਂ ਮੈਂ ਸੀਨੀਅਰ ਆ। ਉਧਰੋਂ ਨਵਜੋਤ ਸਿੰਘ ਸਿੱਧੂ ਤਾਂ ਤਿਆਰੀਆਂ ਹੀ ਪੂਰੀਆਂ ਕਰੀ ਸਕਦਾ, ਉਹ ਤਾਂ ਹਰੀਸ਼ਹਿਰੀ ਵਾਲੇ ਪਿੰਡ ਵਾਸਤੇ ਉੱਥੇ ਟੰਗਣ ਦੀ ਉਹਨੂੰ ਲੱਗਦਾ ਵੀ ਐਤਕੀ ਟੰਗਿਆ ਹੀ ਜਾ। ਔਰ ਮਨਪ੍ਰੀਤ ਬਾਦਲ ਨੂੰ ਇਹ ਲੱਗਦਾ ਕਿ ਸਾਰੇ ਕਸਟੇ ਮੈਰੀ ਬਾਜੀ ਵੱਜ ਸਕਦੇ। ਸੋ ਬਹੁਤ ਲਾਈਨ ਲੰਬੀ ਹੈ, ਨੰਬਰਦਾਰੀ ਹੈ ਜਿਹੜੀ ਉਹ ਜਾਖੜ ਬੈਠਾ। ਰਵਨੀਤ ਬਿੱਟੂ, ਕਾਂਗਰਸ ਪਾਰਟੀ ਨੇ ਉਹਨੂੰ ਹੁਣ ਨੇਤਾ ਵਿਰੋਧੀ ਧਿਰ ਦਾ ਤਾਂ ਬਣਾਤਾ, ਪਰ ਇਸ ਸੈਸ਼ਨ ਦੇ ਲਈ ਉਹ ਸੈਸ਼ਨ ਲੰਘ ਚੁੱਕਿਆ। ਉਹਦੇ 'ਚ ਵੀ ਇਹਨੂੰ COVID-19 ਦਾ ਸਾਹਮਣਾ ਕਰਨਾ ਪਿਆ ਔਰ ਹੁਣ ਜਦੋਂ ਠੀਕ ਹੋ ਕੇ ਆਇਆ ਤਾਂ ਉਹਨੇ ਬਲਵੀਰ ਸਿੰਘ ਰਾਜੇਵਾਲ ਸੰਬੰਧੀ ਇੱਕ ਵਿਵਾਦਤ ਬਿਆਨ ਦਿੱਤਾ। ਹਾਲਾਂਕਿ ਉਹਦੇ ਬਿਆਨ ਦੇ ਵਿੱਚ ਥੋੜ੍ਹੀ ਬਹੁਤੀ ਕੁਛ ਹੋ ਸਕਦੀ ਹੈਗੀ ਕਿ ਕਿਤੇ ਨਾ ਕਿਤੇ ਕੋਈ ਤਾਰ ਜੁੜਦੀ ਹੋਵੇ, ਕਿਉਂਕਿ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਨਾਲ ਬਲਵੀਰ ਸਿੰਘ ਰਾਜੇਵਾਲ ਮਿਲ ਕੇ ਚੱਲ ਰਿਹਾ। ਉਹ ਕਹਿੰਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਸਕਦਾ, ਕਿਉਂਕਿ ਪਿਛਲੀ ਜਿਹੜੀ 2017 ਦੀ ਇਲੈਕਸ਼ਨ ਹੋਈ ਪੰਜਾਬ ਵਿਧਾਨ ਸਭਾ ਦੀ, ਉਦੋਂ ਜਿਵੇਂ ਪ੍ਰਵਾਸੀ ਭਾਰਤੀਆਂ ਨੇ ਹਮਾਇਤ ਕੀਤੀ ਆਮ ਆਦਮੀ ਪਾਰਟੀ ਦੀ, ਤਾਂ ਬਲਵੀਰ ਸਿੰਘ ਰਾਜੇਵਾਲ ਵੀ ਉਹ ਬੰਦਾ ਸੀ ਜਿਹਨੇ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਔਰ ਉਹਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਚਾਹੁੰਦੇ ਹਾਂ ਪੰਜਾਬ ਦੀ। ਤਾਂ ਹੁਣ ਸਮਾਂ ਬਦਲ ਚੁੱਕਾ। ਬਲਵੀਰ ਸਿੰਘ ਰਾਜੇਵਾਲ ਤਾਂ ਸਪਸ਼ਟ ਕਈ ਵਾਰ ਕਹਿ ਚੁੱਕਿਆ ਕਿ ਨਾ ਮੈਂ ਕਾਂਗਰਸ ਦੀ ਹਮਾਇਤ ਕਰਦਾ, ਨਾ ਅਕਾਲੀ ਦਲ ਦੀ ਕਰਦਾ, ਨਾ ਆਮ ਆਦਮੀ ਪਾਰਟੀ ਦੀ ਕਰਦਾ। ਆਮ ਆਦਮੀ ਪਾਰਟੀ ਦੇ ਉੱਤੇ ਵੀ ਉਹਨੇ ਸਿਆਸਤ ਕਰਨ ਦੇ ਕਿਸਾਨ ਮਸਲੇ ਲੈ ਕੇ ਦੋਸ਼ ਲਾਏ। ਲੇਕਿਨ ਰਵਨੀਤ ਬਿੱਟੂ ਦਾ ਕਹਿਣਾ ਇਹ ਹੈ ਕਿ ਅੰਦਰੋਂ ਗੱਲਬਾਤ ਇੱਕ ਹੈ, ਸਾਰਾ ਕੁਛ ਤਿਆਰੀ ਹੋ ਚੁੱਕੀ ਹੈ ਔਰ ਬਲਵੀਰ ਸਿੰਘ ਰਾਜੇਵਾਲ ਆ ਜਿਹੜਾ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਜਾਊਗਾ ਤੇ ਉਧਰੋਂ ਚੋਣ ਆ ਜਿਹੜੀ ਉਹ ਲੜੂਗਾ। ਖੈਰ
ਗਿੱਲ ਸਾਹਿਬ ਸਵਾਲ ਹੁਣ ਇਹ ਖੜਾ ਹੁੰਦਾ ਗਾ ਕਿ ਚੋਣ ਲੜਨੀ ਹੈ ਕੋਈ ਵਿਅਕਤੀ ਲੜ ਸਕਦਾ ਗਾ, ਕਿਉਂਕਿ ਬਲਵੀਰ ਸਿੰਘ ਰਾਜੇਵਾਲ ਉਹ ਬੰਦਾ ਗਾ ਜਿਹੜਾ ਇਲੈਕਸ਼ਨ ਪੋਲਿਟਿਕਸ ਦੇ ਵਿੱਚ ਵਿਸ਼ਵਾਸ ਰੱਖਦਾ। ਦੋ ਹੀ ਮੇਨਲੀ ਉਹ ਬੰਦੇ ਨੇ ਜਿਹੜੇ ਵੋਟ ਪੋਲਿਟਿਕਸ ਦੇ ਵਿੱਚ ਇਨਵੋਲਵ ਰਹੇ ਨੇ, ਇੱਕ ਜਗਮੇਰ ਸਿੰਘ ਲੱਖੋਵਾਲ ਤੇ ਬਲਵੀਰ ਸਿੰਘ ਰਾਜੇਵਾਲ ਜੀ। ਤਾਂ ਹੁਣ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਆਇਆ, ਸਵਾਲ ਇਹ ਹੈ ਕਿ ਉਹਦੇ ਬਿਆਨ ਦੀ ਇਸ ਸਮੇਂ ਦੇ ਵਿੱਚ ਕਿਉਂ ਬਿਆਨ ਦਿੱਤਾ ਉਹਨੇ, ਔਰ ਇਹ ਬਿਆਨ ਦੇ ਕੇ ਉਹ ਕੀ ਸਿੱਧ ਕਰਨਾ ਚਾਹੁੰਦਾ ਹੈ, ਇਹਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਅੱਛਾ, ਭਾਜਪਾ ਦੇ ਹਲੇ ਨੇਤਾਵਾਂ ਤੇ ਹਮਲੇ ਬੰਦ ਨਹੀਂ ਹੋਏ। ਹਰਿਆਣਾ 'ਚ ਕਹਿੰਦੇ ਹਰਿਆਣੇ ਦੇ MP ਸੈਣੀ ਤੇ ਕੁਰੂਕਸ਼ੇਤਰ ਤੋਂ ਸੈਣੀ ਜਿਹੜਾ MP ਆ ਉਹਦੀ ਗੱਡੀ ਦੇ ਸ਼ੀਸ਼ੇ ਭੰਨਤੇ ਜੀ। ਬਿਲਕੁਲ ਜੀ ਗਿੱਲ ਸਾਹਿਬ, ਅੱਜ ਫੇਰ ਹਰਿਆਣਾ ਦੇ ਵਿੱਚ ਕਿਸਾਨਾਂ ਦਾ ਗੁੱਸਾ ਗਾ ਜਿਹੜਾ ਉਹ ਨਿਕਲਿਆ ਗਾ, ਔਰ ਕਿਸਾਨਾਂ ਨੇ ਹਰਿਆਣਾ ਦੇ ਵਿੱਚ ਕੁਰੂਕਸ਼ੇਤਰ ਤੋਂ ਜਿਹੜਾ ਮੈਂਬਰ ਪਾਰਲੀਮੈਂਟ ਆ ਭਾਰਤੀ ਜਨਤਾ ਪਾਰਟੀ ਦਾ ਸੈਣੀ, ਉਹਦੀ ਗੱਡੀ ਦੇ ਸ਼ੀਸ਼ੇ ਭੰਨੇ। ਔਰ ਇਸ ਮਸਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਵੱਡੇ ਆਗੂਆਂ ਦੇ ਬਿਆਨ ਨੇ ਜਿਹੜੇ ਉਹ ਆ ਰਹੇ ਨੇ, ਕਿਉਂਕਿ BJP ਦੇ ਆਗੂ ਇਹਨੂੰ ਮਲੋਟ ਘਟਨਾ ਦੇ ਵਾਂਗੂ ਦੇਖ ਰਹੇ ਨੇ ਕਿ ਹਰਿਆਣਾ ਤੋਂ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਉਹਦੀ ਗੱਡੀ ਘੇਰ ਕੇ ਉਦੋਂ ਬਾਅਦ ਸ਼ੀਸ਼ੇ ਭੰਨੇ। ਉਹ ਤਾਂ ਨਿਕਲ ਗਿਆ ਗੱਲ ਕਰ ਬਚ ਕੇ, ਨਹੀਂ ਸ਼ਾਇਦ ਮਲੋਟ ਦਾ ਦੂਜਾ ਘਟਨਾਕ੍ਰਮ ਆ ਜਿਹੜਾ ਉਸ ਤੋਂ ਵਾਪਰ ਸਕਦਾ ਸੀ। ਹਰਿਆਣੇ ਵਾਲੇ ਵੈਸੇ ਵੀ ਪੰਜਾਬ ਵਾਲਿਆਂ ਤੋਂ ਅੱਜ ਕੱਲ੍ਹ ਵੱਧ ਗਰਮ ਹੋਏ ਫਿਰਦੇ ਨੇ, ਉਹਨਾਂ ਨੂੰ ਵੱਧ ਹੰਡਾਉਣਾ ਪੈ ਰਿਹਾ। ਔਰ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦੇ ਬਿਆਨ ਦੇ ਰਹੀ ਆ, ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਹੀ ਆ, ਜਿਸ ਤਰੀਕੇ ਨਾਲ BJP ਦੇ ਆਗੂ ਕਿਸਾਨ ਆਗੂਆਂ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ, ਖਾਸ ਕਰਕੇ ਹਰਿਆਣਾ ਦੇ, ਔਰ ਕਾਨੂੰਨ ਵੀ ਲਿਆ ਰਹੇ ਨੇ ਵੀ ਅਸੀਂ ਇਹਨਾਂ ਤੋਂ ਭਰਪਾਈ ਕਰਾਂਗੇ ਜੀ ਨੁਕਸਾਨ ਦੀ, ਅਸੀਂ ਇਹਨਾਂ ਨੂੰ ਇੱਥੋਂ ਟੱਪਣ ਨਹੀਂ ਦੇਣਾ, ਅਸੀਂ ਇਹਨਾਂ ਨੂੰ ਲੰਘਣ ਨਹੀਂ ਦੇਣਾ, ਜੋ ਜੇ BJP ਦੇ ਆਗੂਆਂ ਦੇ ਬਿਆਨ ਉਹਦੇ 'ਚੋਂ ਲੋਕਾਂ ਦਾ ਗੁੱਸਾ ਗਾ ਜਿਹੜਾ ਉਹ ਕਾਫੀ ਜ਼ਿਆਦਾ ਨਿਕਲ ਰਿਹਾ। ਹਾਲਾਂਕਿ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਨੇ ਕਰਾਇਆ, ਪਰ ਦੂਜੇ ਬੰਨੇ ਕਿਸਾਨਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈਗੀ। ਔਰ ਜਿਹੜਾ ਨਾਇਬ ਸਿੰਘ ਸੈਣੀ ਆ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਹਰਿਆਣੇ ਤੋਂ, ਇਹ ਪਹਿਲੇ ਵਾਰ ਜਿਹੜਾ 2014 ਤੋਂ 19 ਤੱਕ ਰਾਜ ਮੰਤਰੀ ਵੀ ਰਹਿ ਚੁੱਕਿਆ। 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੁਰੂਕਸ਼ੇਤਰ ਤੋਂ ਇਹ ਜਿਹੜਾ ਇੱਕ ਵੱਡੇ ਫਰਕ ਦੇ ਨਾਲ ਚੋਣ ਜਿੱਤਿਆ ਸੀਗਾ, ਔਰ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਨਾਲ ਇਹਦੀ ਕਾਫੀ ਨੇੜਤਾ ਜਿਹੜੀ ਉਹ ਦੱਸੀ ਜਾਂਦੀ ਹੈਗੀ। ਸੋ ਜਿਹੜਾ ਘਟਨਾਕ੍ਰਮ ਵਾਪਰਿਆ ਇਸ ਗੱਲ ਦਾ ਵੀ ਸਬੂਤ ਹੈਗਾ ਕਿ ਜਿਹੜੇ ਇਹਨਾਂ ਨੂੰ ਲੱਗਦਾ ਸੀ ਪਹਿਲਾਂ ਵੀ ਪੰਜਾਬ ਵਾਲੇ ਹੀ ਘੇਰ ਲੈਂਦੇ ਨੇ, ਉਹ ਹੁਣ ਹਰਿਆਣੇ ਵਾਲਿਆਂ ਨੇ ਵੀ ਘੇਰ ਕੇ ਦੱਸਤਾ ਵੀ ਅਸੀਂ ਵੀ ਘੇਰਾਂਗੇ। ਔਰ ਇਹਨਾਂ ਦਿਨਾਂ ਦੇ ਵਿੱਚ ਗਿੱਲ ਸਾਹਿਬ ਰਾਕੇਸ਼ ਟਕੈਤ ਜਿਹੜਾ ਵੱਡਾ ਕਿਸਾਨ ਆਗੂ ਆ, ਉਹ ਗੁਜਰਾਤ ਦੇ 2 ਦਿਨਾਂ ਦੌਰੇ ਤੇ ਸੀ, ਔਰ ਗੁਜਰਾਤ ਦੇ ਵਿੱਚ ਉਹਨੂੰ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਜੱਦੀ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਜੱਦੀ ਸੂਬੇ ਦੇ ਵਿੱਚ, ਉੱਥੇ ਉਹਨੇ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਸਾਨ ਟਰੈਕਟਰ ਮਾਰਚ ਵੀ ਜਿਹੜਾ ਉਹ ਕਰ ਸਕਦੇ ਹਾਂ। ਔਰ ਐਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਭਾਵੇਂ ਹਮਲਾ ਵੀ ਹੋਇਆ ਉੱਥੇ ਜਾਣ ਤੋਂ ਪਹਿਲਾਂ ਜੀ, ABVP ਆਗੂ ਦਾ ਨਾਂ ਵੀ ਬੋਲਿਆ, ਭਾਜਪਾ ਤੇ ਦੋਸ਼ ਵੀ ਲੱਗੇ। ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਚਾਲੇ ਰਹਿ ਜੂਗਾ ਉਹਦਾ ਜਿਹੜਾ ਮਾਰਚ ਹੈਗਾ, ਲੇਕਿਨ ਉਹਨੇ ਪੂਰੇ ਤਹੱਮਲ ਦੇ ਨਾਲ ਔਰ ਪੂਰੀ ਦ੍ਰਿੜਤਾ ਦੇ ਨਾਲ ਗੁਜਰਾਤ ਦਾ 2 ਦਿਨਾਂ ਦੌਰਾ ਕੀਤਾ। ਇਸ ਤੋਂ ਇਲਾਵਾ ਜਿਹੜਾ ਮਿੱਟੀ ਸੱਤਿਆਗ੍ਰਹਿ ਚੱਲਿਆ, ਉਹ ਉੱਥੇ ਪਹੁੰਚਿਆ ਗਾ ਬਾਰਡਰ ਦੇ ਉੱਤੇ, ਸਿੰਘੂ, ਠੀਕਰੀ, ਗਾਜ਼ੀਪੁਰ ਤਿੰਨੇ ਬਾਰਡਰਾਂ ਤੇ ਪਹੁੰਚਿਆ। ਔਰ ਉੱਥੇ ਗਿੱਲ ਸਾਹਿਬ ਆਪਣੇ ਸਰੋਤਿਆਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਕਿ ਪੂਰੇ ਦੇਸ਼ 'ਚੋਂ ਮਿੱਟੀ ਇਕੱਠੀ ਕੀਤੀ ਆ ਕਿਸਾਨ ਸ਼ਹੀਦਾਂ, ਔਰ ਉੱਥੇ ਜਿਹੜੇ ਕਿਸਾਨ ਵੱਖ-ਵੱਖ ਥਾਵਾਂ ਤੇ ਚੌਂਕ ਵੀ ਬਣਾਏ ਨੇ, ਔਰ ਉੱਥੇ ਵੀ ਇੱਕ ਯਾਦਗਾਰ ਆ ਜਿਹੜੀ ਉਹ ਸਾਰੀ ਜਾ ਰਹੀ ਹੈ ਜੀ। ਅੱਛਾ, ਮਹਾਰਾਸ਼ਟਰ ਦੇ ਵਿੱਚ CBI ਪਹੁੰਚ ਗਈ, ਕਿੱਧਰ ਨੂੰ ਜਾਊਗੀ ਗੱਲ? ਕਿਤੇ ਮੈਨੂੰ ਇਉਂ ਲੱਗਦਾ ਹੈ ਬਈ ਜੇ ਬਾਕੀ ਸੂਬਿਆਂ 'ਚ ਕਿਤੇ ਹਾਰ ਹੋ ਗਈ ਭਾਜਪਾ ਦੀ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਸਰਕਾਰ ਨੂੰ ਭੜਕਾ ਕੇ ਸ਼ਰਦ ਯਾਦਵ ਨਾਲ ਰਲ ਕੇ ਆਪਣੀ ਸਰਕਾਰ ਨਾਲ ਬਣਾ ਲੈਣ ਵੀ ਡੈਮੇਜ ਕੰਟਰੋਲ ਕਰਨ ਲਈ, ਇੱਧਰ ਨੂੰ ਤਾਂ ਨਹੀਂ ਗੱਲ ਚੱਲ ਰਹੀ? ਜੀ ਗੱਲ ਸਾਹਿਬ, ਦੇਖੋ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਨਾ, ਲੋਕਤੰਤਰ ਦਾ, ਉਹ ਗੁਲਦਸਤਾ ਹੁੰਦਾ ਹੈ, ਔਰ ਉਸ ਗੁਲਦਸਤੇ 'ਚ ਹਰ ਰੰਗ ਹੁੰਦਾ ਹੈ, ਔਰ ਉੱਥੇ ਜਿਹੜੇ ਵਿਰੋਧੀ ਵਿਚਾਰ ਉਹਨਾਂ ਦੀ ਕਦਰ ਕਰਨੀ ਹੁੰਦੀ ਆ। ਵਿਰੋਧੀ ਧਿਰ ਦੀਆਂ ਸਰਕਾਰਾਂ ਹੁੰਦੀਆਂ ਨੇ ਨਾ ਜਿਹੜੀਆਂ, ਉਹਨਾਂ ਦੀ ਵੀ ਕਦਰ ਕਰਨੀ ਹੁੰਦੀ ਆ। ਮਨਮੋਹਨ ਸਿੰਘ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ, ਲੇਕਿਨ ਇੱਕ ਗੱਲ ਉਹਨਾਂ ਦੀ ਮਤਲਬ ਜਿਹੜੀ ਉਹ ਬਾਕਮਾਲ ਰਹੀ ਕਿ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਸੀ, ਔਰ ਕਾਂਗਰਸ ਪਾਰਟੀ ਵਾਲੇ ਬਹੁਤ ਔਖੇ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਕਿ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ, ਮਹਿੰਗਾਈ ਵਧੀ ਹੈ, ਨਸ਼ੇ ਵਧੇ ਨੇ, ਹੋਰ ਬੜਾ ਕੁਝ ਵਧਿਆ। ਲੇਕਿਨ ਜਦੋਂ ਮਨਮੋਹਨ ਸਿੰਘ ਗੱਲ ਕਰਦੇ ਸੀ ਨਾ,
ਤਾਂ ਉਹ ਪੰਜਾਬ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂਆਂ ਨੂੰ ਪਾਸੇ ਧੱਕ ਕੇ ਸਿੱਧੀ ਬਾਦਲਾਂ ਨਾਲ ਗੱਲ ਕਰਿਆ ਕਰਦੇ ਸੀ। ਔਰ ਉਦੋਂ ਇਹ ਮੰਨਿਆ ਜਾਂਦਾ ਹੁੰਦਾ ਸੀ ਕਿ ਉਹ ਵਿਰੋਧੀ ਧਿਰ ਦੀ ਸਰਕਾਰ ਹੋਣ ਦੇ ਬਾਵਜੂਦ ਬਾਦਲਾਂ ਨੂੰ ਵੱਧ ਅਹਿਮੀਅਤ ਦਿੰਦੇ ਨੇ, ਆਪਦੀ ਪਾਰਟੀ ਦੇ ਨੂੰ ਘੱਟ ਅਹਿਮੀਅਤ ਦਿੰਦੇ ਨੇ। ਲੇਕਿਨ ਹੁਣ ਸਾਰਾ ਕੁਛ ਇਹਦੇ ਉਲਟ। ਹੁਣ ਕੀ ਹੋ ਰਿਹਾ ਹੈ ਕਿ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ, ਔਰ ਜਿਹੜੇ ਸੂਬਿਆਂ 'ਚ ਇਹਨਾਂ ਦੀ ਸਰਕਾਰ ਬਣ ਗਈ ਉੱਥੇ ਤਾਂ ਬਣਾ ਲਈ, ਜਿਹੜੇ ਸੂਬਿਆਂ 'ਚ ਨਹੀਂ ਬਣੀ ਉੱਥੇ ਇਹਨਾਂ ਨੇ ਸਰਕਾਰ ਸਿੱਟਣ ਦੇ ਲਈ, ਮੈਂ ਕਹਿੰਦਾ ਉਹ ਕਿਹੜਾ ਹੀਲਾ ਵਸੀਲਾ ਜਿਹੜਾ ਇਹਨਾਂ ਨੇ ਬਣਾਇਆ ਨਹੀਂ। ਕਰਨਾਟਕ ਦੇ ਵਿੱਚ ਜਿਹੜੇ ਨਾਟਕ ਇਹਨਾਂ ਨੇ ਕੀਤੇ ਉੱਥੋਂ ਦੀ ਸਰਕਾਰ ਸਿੱਟਣ ਨੂੰ, ਉਹ ਆਪਣੇ ਸਾਹਮਣੇ ਆ। ਰਾਜਸਥਾਨ ਦੇ ਵਿੱਚ ਇਹਨਾਂ ਨੇ ਜੋ ਜਿਹੜੀ ਪਾਈ ਭਾਰਤੀ ਜਨਤਾ ਪਾਰਟੀ ਉਹ ਸਭ ਨੇ ਦੇਖੀ ਆ। ਪਾਂਡੂਚੇਰੀ ਦੇ ਵਿੱਚ ਉੱਥੋਂ ਦੀ ਜਿਹੜੀ ਲੈਫਟੀਨੈਂਟ ਗਵਰਨਰ ਉਪ ਰਾਜਪਾਲ ਕਿਰਨ ਬੇਦੀ ਨੇ ਜਿੰਨੀ ਇਨਵੋਲਵਮੈਂਟ ਦੇ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਜਿਹੜਾ ਉਹ ਵੋਟਾਂ ਵੀ ਨਹੀਂ ਲੜਨ ਦਿੱਤੀਆਂ ਤੇ ਵੋਟਾਂ ਤੱਕ ਸਰਕਾਰ ਨਹੀਂ ਬਣੀ ਰਹੀ, ਔਰ ਉੱਥੋਂ ਦੀ ਸਰਕਾਰ ਡਿੱਗੀ, ਰਾਸ਼ਟਰਪਤੀ ਰਾਜ ਲਾ ਕੇ ਵੋਟਾਂ ਪਈਆਂ ਕੱਲ ਉੱਤੇ। ਤਾਂ ਉਹ ਸਾਰਾ ਘਟਨਾਕ੍ਰਮ ਹੈਗਾ ਜਿਹੜਾ ਉਹ ਆਪਣੇ ਸਾਹਮਣੇ ਹੈਗਾ ਕਿ ਇਹ ਵਿਰੋਧੀ ਧਿਰ ਦੀ ਸਰਕਾਰ ਸਹਿਣ ਨਹੀਂ ਕਰਦੀ। ਪੰਜਾਬ 'ਚ ਤਾਂ ਇਹਨਾਂ ਦਾ ਵਰਤ ਹੀ ਨਹੀਂ ਚੱਲਦਾ, ਨਹੀਂ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦਾ ਬਣਾਉਣ। ਜੰਮੂ ਕਸ਼ਮੀਰ 'ਚ ਇਹਨਾਂ ਦਾ ਵਰਤ ਨਹੀਂ ਚੱਲਿਆ, ਯੂਟੀ ਬਣਾਤਾ, 2 ਥਾਂ ਦੇ ਉੱਤੇ ਜੰਮੂ ਕਸ਼ਮੀਰ ਬਣਤਾ। ਹੁਣ ਇਹਨਾਂ ਨੂੰ ਪੱਛਮੀ ਬੰਗਾਲ ਚੁੱਭਦਾ ਹੈ, ਇਹਨਾਂ ਨੂੰ ਮਹਾਰਾਸ਼ਟਰ ਚੁੱਭਦਾ ਹੈ, ਆਸਾਮ ਚੁੱਭਦਾ ਹੈ, ਔਰ ਪੱਛਮੀ ਬੰਗਾਲ ਤੇ ਅਸਾਮ 'ਚ ਤਾਂ ਜ਼ੋਰ ਲਾ ਰਹੇ ਨੇ ਕਿ ਸਾਡੀ ਸਰਕਾਰ ਬਣ ਕੇ ਰਹਿ ਗਿਆ ਮਹਾਰਾਸ਼ਟਰ ਦੇ ਸਾਹਿਬ। ਉੱਥੇ ਜੋ ਘਟਨਾਕ੍ਰਮ ਵਾਪਰਿਆ, ਦੇਖੋ ਇੱਕ ਤਾਂ ਇਹ ਹੈ ਕਿ ਪਹਿਲੀ ਵਾਰ ਇਹ ਸਾਹਮਣੇ ਆਇਆ ਕਿ ਪੁਲਿਸ ਸਿਆਸੀ ਗੁੰਡਾ ਗੱਠਜੋੜ ਆ ਜਿਹੜਾ ਉਹਦਾ ਜਿਹੜਾ ਘਟਨਾਕ੍ਰਮ ਹੈ, ਇਹ ਨਾਅਰੇ ਬੜੇ ਲੱਗਦੇ ਰਹੇ ਪੁਲਿਸ ਸਿਆਸੀ ਗੁੰਡਾ ਗੱਠਜੋੜ, ਲੇਕਿਨ ਮਹਾਰਾਸ਼ਟਰ ਦੇ ਵਿੱਚ ਗ੍ਰਹਿ ਮੰਤਰੀ ਨਿਲ ਦੇਸ਼ਮੁਖ ਦੇ ਅਸਤੀਫੇ ਨੇ ਸਿਆਸਤਦਾਨਾਂ, ਪੁਲਿਸ ਤੇ ਅਪਰਾਧੀਆਂ ਦਰਮਿਆਨ ਜਿਹੜਾ ਗੱਠਜੋੜ ਆ ਉਹਦੇ ਮੁੱਦੇ ਨੂੰ ਮੁੜ ਉਭਾਰਿਆ ਗਾ। ਔਰ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਵੱਲੋਂ ਜਿਹੜੇ ਗ੍ਰਹਿ ਮੰਤਰੀ ਤੇ ਦੋਸ਼ ਲਾਏ ਗਏ ਸੀ ਭ੍ਰਿਸ਼ਟਾਚਾਰ ਦੇ, ਉਹਦੀ ਜਾਂਚ ਕਰਨ ਦੇ ਹੁਣ ਹੁਕਮ CBI ਨੂੰ ਦਿੱਤੇ ਗਏ। ਲੇਕਿਨ CBI ਦੇ ਹੁਕਮ ਦੇਣ ਦੇ ਨਾਲ ਨਾਲ ਹੀ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਉਹ ਅਸਤੀਫਾ ਦੇ ਜਾਂਦੇ ਨੇ, ਨਵੇਂ ਗ੍ਰਹਿ ਮੰਤਰੀ ਨੇ ਜਿਹੜੇ ਉਹ ਬਣਦੇ ਨੇ। ਔਰ ਮੁਕੇਸ਼ ਅੰਬਾਨੀ ਦੇ ਘਰ ਕੋਲ ਵਿਸਫੋਟਕ ਸਮੱਗਰੀ ਨਾਲ ਭਰੀ ਗੱਡੀ ਮਿਲਣ ਤੋਂ ਬਾਅਦ ਜਿਹੜਾ ਇਹ ਮਸਲਾ NIA ਕੋਲੇ ਪਹੁੰਚਿਆ, ਉਸ ਤੋਂ ਬਾਅਦ ਸ਼ੁਰੂ ਹੋਇਆ ਧੜਾ ਧੜ ਮਸਲਾ ਚੱਲਿਆ। ਹੁਣ ਤੁਸੀਂ ਇਹ ਦੇਖੋ ਕਿ ਇੱਕ ਮਸਲੇ ਦੀ ਜਾਂਚ NIA ਕਰ ਰਹੀ ਹੈ, ਜਿਹੜਾ ਉੱਥੋਂ ਦਾ ਪੁਲਿਸ ਅਫਸਰ ਸਚਿਨ ਵਾਜੇ ਉਹ NIA ਦੀ ਕਸਟਡੀ 'ਚ ਕੇਂਦਰੀ ਏਜੰਸੀ ਹੈ। ਹੁਣ ਦੂਜੀ ਕੇਂਦਰੀ ਏਜੰਸੀ CBI ਹੈ ਜਿਹੜੀ ਉਹ ਉੱਥੇ ਜਾਂਚ ਦੇ ਲਈ ਚਲੀ ਗਈ ਹੈ। ਤੋਂ ਹੁਣ ਉੱਥੋਂ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਗਾ, ਔਰ ਸਰਕਾਰ ਨੇ ਕਿਹਾ ਕਿ CBI ਤੋਂ ਜਾਂਚ ਹੈ ਜਿਹੜੀ ਵਾਪਸ ਲਈ ਜਾਵੇ। ਤੋ ਗਿੱਲ ਸਾਹਿਬ ਵਾਕਈ 2 ਏਜੰਸੀਆਂ ਉੱਥੇ ਜਾ ਪਹੁੰਚੀਆਂ ਨੇ, ਔਰ ਗ੍ਰਹਿ ਮੰਤਰੀ ਦਾ ਅਸਤੀਫੇ ਤੱਕ ਗੱਲ ਨਹੀਂ ਰੁਕਣੀ। ਹੁਣ ਇਹ ਗੱਲ ਆ ਜਿਹੜੀ ਉਹ ਸਰਕਾਰ ਕਿਤੇ ਨਾ ਕਿਤੇ ਇਹਨਾਂ ਦੇ ਲਈ ਚੁੱਭਦੀ ਆ, ਔਰ ਇਹ ਉੱਥੇ ਸਰਕਾਰ ਸਿੱਟ ਕੇ ਸ਼ਿਵ ਸੈਨਾ ਵਾਲਿਆਂ ਦੀ ਕੋਈ ਹੋਰ ਸਰਕਾਰ ਬਣਾਉਣੀ ਚਾਹੁੰਦੇ ਨੇ। ਇੱਕ ਗੱਲ। ਦੂਸਰੀ ਗੱਲ ਗਿੱਲ ਸਾਹਿਬ ਜਿਹੜੀ ਨਜ਼ਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਇਹਨਾਂ ਨੂੰ ਸ਼ਿਵ ਸੈਨਾ ਵੀ ਜਿਹੜੀ ਅੱਜ ਕੱਲ ਉਹ ਜ਼ਿਆਦਾ BJP ਵਾਲਿਆਂ ਨੂੰ ਔਖ ਹੋ ਤੋਂ ਮਹਿਸੂਸ ਹੁੰਦੀ ਆ, ਕਿਉਂਕਿ ਜਿਵੇਂ ਕਹਿੰਦੇ ਕਿ ਲੋਹਾ ਲੋਹੇ ਨੂੰ ਕੱਟਦਾ ਗਾ। ਜਿਸ ਤਰ੍ਹਾਂ ਦੀ ਰਾਜਨੀਤੀ ਹਿੰਦੂਤਵ ਦੀ BJP ਕਰਦੀ ਆ, ਲਗਭਗ ਉਸੇ ਤਰ੍ਹਾਂ ਦੀ 19-21 ਦੇ ਫਰਕ ਦੇ ਨਾਲ ਰਾਜਨੀਤੀ ਹੈ ਜਿਹੜੀ ਉਹ ਸ਼ਿਵ ਸੈਨਾ ਕਰਦੀ ਆ। ਔਰ ਇਹਨਾਂ ਨੂੰ ਸ਼ਿਵ ਸੈਨਾ ਹੁਣ ਉਸ ਰਾਜਨੀਤੀ ਦੇ ਵਿੱਚ ਆਪਣੀ ਸ਼ਰੀਕ ਨਜ਼ਰ ਆ ਰਹੀ ਆ। ਸੋ ਇਸ ਕਰਕੇ ਇਹਨਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਹੋਰ ਸੈਕੂਲਰ ਪਾਰਟੀਆਂ ਨੇ, ਕੋਈ ਹੋਰ ਪਾਰਟੀਆਂ ਨੇ, ਕੋਈ ਖੇਤਰੀ ਪਾਰਟੀਆਂ ਨੇ, ਉਹ ਇਹਨਾਂ ਦੇ ਲਈ ਉਹਦੀ ਸਰਦਰਦੀ ਨਹੀਂ ਹਨ ਜਿਹੜੀਆਂ ਸ਼ਿਵ ਸੈਨਾ ਕੋਲ ਵੱਡੀ ਸਰਦਰਦੀ ਹੈ। ਸ਼ਿਵ ਸੈਨਾ ਆਉਣ ਵਾਲੇ ਸਮੇਂ ਦੇ ਵਿੱਚ ਆਲ ਇੰਡੀਆ ਲੈਵਲ ਤੇ ਉੱਭਰ ਕੇ BJP ਦੇ ਸਾਹਮਣੇ ਆ ਸਕਦੀ ਆ, ਜਿਸ ਕਰਕੇ ਇਹ ਮਹਾਰਾਸ਼ਟਰ ਦੀ ਸਰਕਾਰ ਸਿੱਟਣ ਦੇ ਲਈ ਹੁਣ ਹਰ ਹਰਬਾ ਵਰਤ ਰਿਹਾ ਜੀ। ਰਾਫੇਲ ਦਾ ਫੇਰ ਰੌਲਾ ਪਾਈ ਬੈਠੇ ਨੇ, ਹੁਣ ਕੀ ਚੱਲਿਆ ਜੀ ਚੱਕਰ? ਜੀ ਗਿੱਲ ਸਾਹਿਬ ਦੇਖੋ, ਰਾਫੇਲ ਦਾ ਮਸਲਾ ਹੁਣ ਫਿਰ ਚਰਚਾ ਦਾ ਵਿਸ਼ਾ ਹੈਗਾ ਜਿਹੜਾ ਉਹ ਬਣ ਚੁੱਕਿਆ ਹੈਗਾ, ਕਿਉਂਕਿ ਰਾਫੇਲ ਕਾਂਗਰਸ ਪਾਰਟੀ ਨੇ ਪਹਿਲਾਂ ਚੱਕਿਆ ਵੀ, ਜਿਵੇਂ ਜਦੋਂ ਕਾਂਗਰਸ ਪਾਰਟੀ ਦੀ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀਗੀ ਉਦੋਂ 2G 3G ਕਿੰਨੇ ਮਾਮਲੇ ਆਏ। BJP ਨੇ ਉਹ ਇੰਨੀ ਦਲੇਰੀ ਦੇ ਨਾਲ ਇੰਨੇ ਉੱਚੇ ਪੱਧਰ ਦੇ ਉੱਤੇ ਚੱਕੇ ਕਿ ਸਰਕਾਰ ਆ ਜਿਹੜੀ ਬਦਨਾਮ ਹੋਈ। ਲੇਕਿਨ ਹੁਣ ਇਹਨਾਂ ਦੇ ਹੱਥ ਤਾਂ ਕਾਂਗਰਸ ਦੇ ਲੱਗਿਆ ਸੀ, ਲੇਕਿਨ ਇਹਨਾਂ ਦੀ ਕਪੈਸਿਟੀ ਨਹੀਂ ਬਣੀ ਕਿ ਉਹਨਾਂ ਮਸਲਿਆਂ ਨੂੰ ਉਠਾਉਣ। ਤਾਂ ਹੁਣ ਦੁਬਾਰੇ ਫੇਰ ਇਹ ਰਾਫੇਲ ਪੇਪਰ ਜਿਹੜਾ ਮਸਲਾ ਹੈਗਾ ਜਿਹੜਾ ਉਹ ਉਠਾ ਰਹੇ ਨੇ, ਕਿਉਂਕਿ ਜਿਹੜਾ ਇਹਦਾ ਮਤਲਬ ਹਿਸਟਰੀ ਹੈ ਕਿ ਫਰਾਂਸੀਸੀ ਵੈਬਸਾਈਟ ਮੀਡੀਆ ਪਾਰਟ ਵੱਲੋਂ ਰਾਫੇਲ ਪੇਪਰਜ਼ ਦੇ ਨਾਂ ਨਾਲ ਪ੍ਰਕਾਸ਼ਿਤ ਰਿਪੋਰਟ 'ਚ ਜਹਾਜ਼ ਬਣਾਉਣ ਵਾਲੀ ਜਿਹੜੀ ਫਰਾਂਸੀਸੀ ਕੰਪਨੀ ਸੀ ਦਸਾਲਟ, ਉਹਦੀ ਤਰਫੋਂ ਭਾਰਤ ਦੇ ਇੱਕ ਦਲਾਲ ਨੂੰ 11 ਲੱਖ ਯੂਰੋ ਯਾਨੀ ਕਿ ਕਰੀਬ 9.5 ਕਰੋੜ ਰੁਪਏ ਬਤੌਰ ਗਿਫਟ ਦੇਣ ਦਾ ਖੁਲਾਸਾ ਕੀਤਾ ਗਿਆ ਸੀ। ਔਰ ਖੁਲਾਸੇ ਦੇ ਵਿੱਚ ਇਹ ਕਿਹਾ ਸੀ ਕਿ ਰਾਫੇਲ ਜਹਾਜ਼ਾਂ ਦੀ ਖਰੀਦ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੋਇਆ ਉਹ ਬਾਹਰ ਲਿਆਂਦਾ ਗਿਆ।
ਔਰ ਨਰਿੰਦਰ ਮੋਦੀ ਦੀ ਖਾਸ ਦਿਲਚਸਪੀ ਦੇ ਨਾਲ 16 ਚ ਭਾਰਤ ਦੇ ਫਰਾਂਸ ਵਿਚਾਲੇ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਸਮਝੌਤੇ ਤੋਂ ਬਾਅਦ 17 ਦੇ ਵਿੱਚ ਇਹ ਡਿਫਾਲਟ ਦੇ ਖਾਤੇ ਦੇ ਵਿੱਚੋਂ ਗਿੱਲ ਸਾਹਿਬ ਜਿਹੜਾ ਉਹ ਕਾਫੀ ਵੱਡਾ ਜਿਹੜੀ ਇੱਕ ਟਰਾਂਸਫਰ ਹੈ ਪੈਸਿਆਂ ਦੀ ਉਹ ਹੋਈ ਸੀਗੀ। ਔਰ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ। ਹੁਣ ਕਾਂਗਰਸ ਨੇ ਇਸ ਰਫੇਲ ਸੌਦੇ ਦੇ ਵਿੱਚ ਇੱਕ ਵਿਚੋਲੀਏ ਨੂੰ ਜਿਹੜਾ 11 ਲੱਖ ਯੂਰੋ ਦਾ ਭੁਗਤਾਨ ਕੀਤੇ ਜਾਣ ਦਾ ਮਾਮਲਾ ਗਾ ਉਹ ਦੁਬਾਰੇ ਉਠਾਇਆ ਗਾ। ਉਹਨਾਂ ਨੇ ਰਿਪੋਰਟ ਦਾ ਹਵਾਲਾ ਦਿੱਤਾ ਗਾ ਕਿ ਹਵਾਈ ਸੌਦੇ ਦੀ ਜਿਹੜੀ ਜਾਂਚ ਹੈ ਉਹ ਨਿਰਪੱਖ ਹੋਣੀ ਚਾਹੀਦੀ ਹੈ। ਔਰ ਕਾਂਗਰਸ ਦੇ ਵੱਲੋਂ ਜਿਹੜੇ ਫਰਾਂਸ ਦੇ ਨਿਊਜ਼ ਪੋਰਟਲ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਨੇ ਤਾਂ ਕਾਫੀ ਸਮਾਂ ਪਹਿਲਾਂ ਇਹ ਮਸਲੇ ਨੂੰ ਦੁੱਧ ਪਾਣੀ ਦਾ ਪਾਣੀ ਕਰਕੇ ਨਿਤਾਰ ਕੇ ਧਰਤਾ ਸੀ। ਹੁਣ ਸਵਾਲ ਤਾਂ ਨਿਤਾਰੇ ਤੋਂ ਬਾਅਦ ਇਹਨਾਂ ਦਾ ਵਿੱਚੋਂ ਦੁੱਧ ਚੱਕਣ ਦਾ ਸੀ, ਲੇਕਿਨ ਇਹ ਪੂਰੇ ਮਸਲੇ ਨੂੰ ਰਿੜਕਣ ਲੱਗ ਗਏ ਔਰ ਹੁਣ ਦੁਬਾਰੇ ਕਾਂਗਰਸ ਚੱਕ ਰਹੀ ਹੈ। ਤੋ ਚੱਕਣਾ ਬਣਦਾ ਗਾ। ਇਹ ਮਸਲਾ ਬੜਾ ਗੰਭੀਰ ਹੈਗਾ ਔਰ ਇਹ ਸਰਕਾਰ ਜਿਸ ਸਰਕਾਰ ਦੇ ਜਿਹੜੇ ਜੋ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦਊਂਗਾ, ਬੜੇ ਵਿਜੇ ਮਾਲਿਆ ਮੇਲ ਚੌਕ ਸੀ, ਨੀਰਵ ਮੋਦੀ ਵਰਗੇ ਪਹਿਲਾਂ ਲੈ ਗਏ ਹਜ਼ਾਰਾਂ ਕਰੋੜ ਆ ਕੇ। ਹੁਣ ਜਿਹੜਾ ਕਰਪਸ਼ਨ ਦਾ ਮਸਲਾ ਗਾ ਇਹ ਮਸਲਾ ਬੜਾ ਅਹਿਮ ਮਸਲਾ ਗਾ ਔਰ ਇਸ ਮਸਲੇ ਦੇ ਵਿੱਚੋਂ ਬੀਜੇਪੀ ਦੇ ਖਿਲਾਫ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਦੇ ਵਿੱਚੋਂ 3 ਦੀਆਂ ਤਾਂ ਨਿਬੜ ਗਈਆਂ, 2 ਦੀਆਂ ਰਹਿ ਗਈਆਂ। ਉਹਦੇ ਵਿੱਚ ਸਰਕਾਰ ਘੇਰਨ ਜਾ ਸਕਦੀ ਹੈ। ਜੀ ਧੰਨਵਾਦ ਜੀ, ਬਹੁਤ ਬਹੁਤ। ਤੇ ਕੋਈ ਹੋਰ ਖਬਰ ਤਾਂ ਨਹੀਂ ਰਹਿ ਗਈ ਜਿਹੜੀ ਮੈਂ ਪੁੱਛਣੋਂ ਭੁੱਲ ਗਿਆ? ਜੀ ਗਿੱਲ ਸਾਹਿਬ, ਇਸ ਤੋਂ ਇਲਾਵਾ ਗੱਲਬਾਤ ਕਰੀਏ ਤਾਂ 5 ਰਾਜਾਂ ਦੀਆਂ ਚੋਣਾਂ ਦੇ ਲਈ 3 ਦੇ ਲਈ ਅੱਜ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈਗਾ। 2 ਰਹਿ ਗਈਆਂ ਕਿਉਂਕਿ 5 ਰਾਜਾਂ ਜਿਹੜੇ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਅਸਾਮ ਤੇ ਪੁਡੂਚੇਰੀ, ਇਹ 5 ਰਾਜਾਂ ਦੇ ਲਈ ਵੋਟਾਂ ਪੈਣੀਆਂ ਸੀ। 3 ਦਾ ਅੱਜ ਕੰਮ ਆ ਜਿਹੜਾ ਨਿਬੜ ਗਿਆ, ਕੇਰਲਾ, ਤਾਮਿਲਨਾਡੂ ਤੇ ਪੁਡੂਚੇਰੀ। ਹੁਣ ਰਹਿ ਗਏ 2, ਬੰਗਾਲ ਤੇ ਅਸਾਮ। ਉਹਦੇ ਵਿੱਚੋਂ ਵੀ ਬੰਗਾਲ ਦੇ ਵਿੱਚ ਜਿਹੜੇ ਉਹ ਦੌਰ ਹੋਰ ਚੱਲਣੇ ਨੇ ਔਰ ਉੱਥੇ ਜਿਹੜੀ ਰਾਜਨੀਤੀ ਹੁਣ ਸਾਰੀਆਂ ਰਾਜਨੀਤੀਆਂ ਤੋਂ ਖੇਤੀ ਕਾਨੂੰਨ ਵੀ ਗਿੱਲ ਸਾਹਿਬ ਪਿੱਛੇ ਛੱਡ ਦਿੱਤੇ ਗਏ ਨੇ। ਉੱਥੇ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਵਿੱਚ ਗਰੀਬੀ, ਬੇਰੁਜ਼ਗਾਰੀ, ਲਾਕਡਾਊਨ ਜਿਹੜਾ ਕੁਦਰਤੀ ਤਰੀਕੇ ਦੇ ਨਾਲ ਕੀਤਾ ਗਿਆ, ਇਸ ਤੋਂ ਇਲਾਵਾ ਨੋਟਬੰਦੀ, GST, ਸਾਰੇ ਮੁੱਦੇ ਪਿੱਛੇ ਛੱਡ ਦਿੱਤੇ ਗਏ ਨੇ। ਮੁੱਦੇ ਕੀ ਚੱਲ ਰਹੇ ਨੇ ਉੱਥੇ? ਹਿੰਦੂ ਮੁਸਲਮਾਨ ਦਾ ਮੁੱਦੇ ਚੱਲ ਰਹੇ ਨੇ ਉੱਥੇ, ਜਾਤ ਦੇ, ਧਰਮ ਦੇ, ਮਮਤਾ ਬੈਨਰਜੀ ਦਾ ਜਿਹੜਾ ਸਰਨੇਮ ਕੀ ਹੈ, ਇਹਨਾਂ ਮੁੱਦਿਆਂ ਦੇ ਉੱਤੇ ਬੀਜੇਪੀ ਚੋਣ ਲੜ ਰਹੀ ਹੈ। ਔਰ ਇੱਕ ਲੋਕਤੰਤਰਿਕ ਕਹੇ ਜਾ ਰਹੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦਾ ਬੀਜੇਪੀ ਚੋਣ ਮਾਹੌਲ ਬਣਾਇਆ ਹੋਇਆ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਨ ਵਾਲਾ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਕੱਲ ਵਾਪਰੀ। ਲੁਧਿਆਣਾ ਦੇ ਡਾਬਾ ਇਲਾਕੇ ਦੇ ਵਿੱਚ ਬਾਬਾ ਮੁਕੰਦ ਸਿੰਘ ਨਗਰ ਦੇ ਵਿੱਚ 3 ਮੰਜ਼ਿਲਾ ਫੈਕਟਰੀ ਦਾ ਲੈਂਟਰ ਡਿੱਗਿਆ, ਜਿਹਦੇ ਹੇਠਾਂ ਆ ਕੇ 4 ਮਜ਼ਦੂਰਾਂ ਦੀ ਮੌਤ ਹੈ ਜਿਹੜੀ ਉਹ ਹੋਈ ਹੈ। 37 ਮਜ਼ਦੂਰ ਜ਼ਖਮੀ ਹੋਏ। ਸੋ ਇਹ ਬਹੁਤ ਮੰਦਭਾਗੀ ਖਬਰ ਹੈ। ਇੱਕ ਖਬਰ ਗਿੱਲ ਸਾਹਿਬ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਕੇਂਦਰ ਸਰਕਾਰ ਨੇ ਇੱਕ ਬੜੀ ਬੇਵਕਤੀ ਚਿੱਠੀ ਹੈ ਜਿਹੜੀ ਜਿਹਦਾ ਵਕਤ ਨਹੀਂ ਸੀ, ਜਾਣੀ ਕਿ ਉਂਝ ਤਾਂ ਚਿੱਠੀ ਦੀ ਕੋਈ ਮੈਨੂੰ ਬੇਸ ਵੀ ਓਦਾਂ ਦਾ ਨਜ਼ਰ ਨਹੀਂ ਲੱਗਦਾ। ਗਲਤ ਦੋਸ਼ ਲਾਏ ਗਏ ਨੇ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡਾਇਰੈਕਟਰ ਜਨਰਲ ਆਫ ਪੁਲਿਸ DGP ਨੂੰ 17 ਮਾਰਚ ਨੂੰ ਇੱਕ ਚਿੱਠੀ ਲਿਖੀ। ਹੁਣ ਉਹ ਚਿੱਠੀ ਚਰਚਾ ਦਾ ਵਿਸ਼ਾ ਆ ਕੇ ਬਣੀ ਹੈਗੀ। ਉਹ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹਨਾਂ ਨੂੰ ਨਸ਼ਿਆਂ ਤੇ ਲਾਉਂਦੇ ਨੇ। ਪੰਜਾਬ ਵਾਲੇ ਜਿਹੜੇ ਬਿਹਾਰ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਚ ਆਉਂਦੇ ਨੇ ਉਹਨੂੰ ਨਸ਼ਿਆਂ ਤੇ ਲਾਉਂਦੇ ਨੇ ਔਰ ਜ਼ਿਆਦਾ ਕੰਮ ਕਰਾਉਣ ਤੋਂ ਬਾਅਦ ਉਹਨਾਂ ਨੂੰ ਘੱਟ ਤਨਖਾਹ ਦਿੰਦੇ ਨੇ, ਪੂਰੇ ਪੈਸੇ ਨਹੀਂ ਦਿੱਤੇ ਜਾਂਦੇ। ਔਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਜਿਹੜੇ ਮਜ਼ਦੂਰ ਆਉਂਦੇ ਨੇ ਉੱਤਰ ਪ੍ਰਦੇਸ਼, ਬਿਹਾਰ ਜਾਂ ਹੋਰ ਪਛੜੇ ਇਲਾਕਿਆਂ ਤੋਂ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ, ਉਹਨਾਂ ਬੰਦਿਆਂ ਦਾ ਜਿਹੜਾ ਗੈਰ ਕਾਨੂੰਨੀ ਵਪਾਰ ਕਰਨ ਵਾਲੇ ਗੈਂਗ ਉਹਨਾਂ ਨੂੰ ਚੰਗੀ ਉਜਰਤ ਦਾ ਲਾਲਚ ਦੇ ਕੇ ਪੰਜਾਬ ਲਿਆਉਂਦੇ ਨੇ, ਪੰਜਾਬ ਪਹੁੰਚਦੇ ਨੇ ਔਰ ਇੱਥੇ ਕਹਿੰਦੇ ਉਹਨਾਂ ਦਾ ਸ਼ੋਸ਼ਣ ਸ਼ੁਰੂ ਹੁੰਦਾ ਹੈ ਔਰ ਸ਼ੋਸ਼ਣ ਆ ਜਿਹੜਾ ਉਹ ਕੀਤਾ ਜਾਂਦਾ ਹੈ। ਨਾਲ ਹਵਾਲੇ ਦਿੰਦੇ ਨੇ। ਕਹਿੰਦੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਨੂੰ ਇਹ ਜਾਣਕਾਰੀ BSF ਨੇ ਅੰਮ੍ਰਿਤਸਰ, ਗੁਰਦਾਸਪੁਰ, ਹੋਰ ਫਿਰੋਜ਼ਪੁਰ ਦੇ ਵਿੱਚ ਤਫਤੀਸ਼ ਕਰਕੇ ਦਿੱਤੀ ਆ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਕਿਸਾਨਾਂ ਤੇ ਪ੍ਰਵਾਸੀ ਮਜ਼ਦੂਰਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਪਿਛਲੇ 5 ਦਹਾਕਿਆਂ 'ਚ ਰਿਸ਼ਤਾ ਹੋਰ ਵੀ ਜ਼ਿਆਦਾ ਪੀੜਾ ਹੋਇਆ। ਜੇ ਪੰਜਾਬ ਦੇ ਕਿਸਾਨ ਤੇ ਪ੍ਰਵਾਸੀ ਮਜ਼ਦੂਰਾਂ 'ਚ ਵਧੀਆ ਜਿਹੜੇ ਬੰਧੂਆ ਮਜ਼ਦੂਰ ਕਹਿੰਦੇ ਨੇ ਬੰਧੂਆ ਮਜ਼ਦੂਰਾਂ ਵਾਲਾ ਰਿਸ਼ਤਾ ਹੁੰਦਾ ਤਾਂ ਉਹ ਇੰਨਾ ਲੰਬਾ ਸਮਾਂ ਨਿਭਣਾ ਨਹੀਂ ਸੀ। ਈਵਨ ਪੰਜਾਬ ਦੇ ਮਜ਼ਦੂਰ ਤਾਂ ਗਿੱਲ ਸਾਹਿਬ ਈਰਖਾ ਕਰਦੇ ਰਹੇ ਨੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਕੰਮ ਦੇਣ ਦੀ ਬਜਾਏ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦੇਣ ਦੇ ਵਿੱਚ ਵੱਧ ਦਿਲਚਸਪੀ ਰੱਖਦੇ ਨੇ। ਲੇਕਿਨ ਹੁਣ ਜਿਹੜੀ ਕੇਂਦਰ ਸਰਕਾਰ ਦੀ ਇਸ ਵਕਤ ਚਿੱਠੀ ਜਾਰੀ ਕਰਨਾ
ਜਦੋਂ ਇਹ ਕਿਸਾਨ ਅੰਦੋਲਨ ਆ ਜਿਹੜਾ ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਬਾਹਰ ਬਿਹਾਰ ਵਰਗੇ ਸੂਬਿਆਂ 'ਚ ਵੱਧ ਫੁੱਲ ਰਿਹਾ ਗਾ, ਪੱਛਮੀ ਬੰਗਾਲ, ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਇਸ ਕਿਸਾਨ ਅੰਦੋਲਨ ਦੀਆਂ ਜੜ੍ਹਾਂ ਵਿਕਸਿਤ ਹੋ ਰਹੀਆਂ ਨੇ, ਤਾਂ ਅਜਿਹੇ ਸਮੇਂ ਦੇ ਵਿੱਚ ਆ ਕੇ ਅਜਿਹੀ ਚਿੱਠੀ ਜਾਰੀ ਕਰਨਾ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਸਿੱਧੇ ਤੌਰ ਦੇ ਉੱਤੇ ਹੈ ਕਿ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ। ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਇਹ ਜਿਹੜੇ ਪੰਜਾਬ ਦੇ ਕਿਸਾਨ ਬੈਠੇ ਨੇ ਇੱਥੇ, ਇਹ ਤਾਂ ਤੁਹਾਡੇ ਖਿਲਾਫ ਰਹੇ ਨੇ, ਹਾਲਾਂਕਿ ਇਹ ਪੰਜਾਬ ਦੇ ਕਿਸਾਨ ਉਹਨਾਂ ਨੂੰ ਰੁਜ਼ਗਾਰ ਦਿੰਦੇ ਆ ਰਹੇ ਨੇ। ਸੋ ਇਹ ਜਿਹੜੀ ਚਿੱਠੀ ਹੈ, ਚਿੱਠੀ ਦੀ ਚਰਚਾ ਜਿਹੜੀ ਉਹ ਬਹੁਤ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਪੰਜਾਬ ਦੀਆਂ ਜਿਹੜੀਆਂ ਸਾਰੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਕੇਂਦਰ ਦੀ ਇਸ ਚਿੱਠੀ ਪ੍ਰਤੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਉਹ ਨਿਰਾਧਾਰ ਦੱਸਿਆ। ਇਸ ਤੋਂ ਇਲਾਵਾ ਅਕਾਲੀ ਦਲ, ਆਪ, ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਗਾ ਕਿ ਜਿਹੜੇ ਇਹਨਾਂ ਸਮਿਆਂ ਦੇ ਵਿੱਚ ਚਿੱਠੀ ਜਾਰੀ ਕੀਤੀ ਗਈ ਆ ਉਹਨਾਂ ਦੀ ਮਨਸ਼ਾ ਹੋਰ ਆ, ਆਨਾ ਹੋਰ, ਬਹਾਨਾ ਹੋਰ ਤੇ ਨਿਸ਼ਾਨਾ ਹੋਰ ਆ ਮੋਦੀ ਜੀ ਦਾ। ਜੀ ਧੰਨਵਾਦ ਬਹੁਤ ਬਹੁਤ, ਤੇ ਕੱਲ ਨੂੰ 9:15 ਵਜੇ ਫਿਰ ਗੱਲਬਾਤ ਹੋਏਗੀ। ਸ਼ੁਕਰੀਆ ਗੱਲ। ਖਬਰਾਂ ਤੋਂ ਬਾਅਦ ਖਾਸ ਵਿਸ਼ੇ ਤੇ ਮੈਂ ਗੱਲਬਾਤ ਕਰਨੀ ਹੈ। ਖਬਰਾਂ ਤੋਂ ਪਹਿਲਾਂ ਇੱਕ ਦੋ ਖਬਰਾਂ ਤੁਹਾਨੂੰ ਸੁਣਾ ਦਿਆਂ ਦੁਨੀਆ ਦੀਆਂ, ਪਰ ਸਭ ਤੋਂ ਪਹਿਲਾਂ ਆਪਣੀ ਖਬਰ, ਜਿਹੜਾ ਕਰੋਨਾ ਵਾਇਰਸ ਵੇਰੀਐਂਟ ਹੈ ਨਾ, ਜਿਹੜਾ ਸਲੇਡਾ ਜਿਹਨੂੰ ਕਹਿੰਦੇ, ਜਿਹੜਾ ਰੂਪ ਬਦਲਿਆ, ਇਹਨੇ ਅਗਲੇ ਸਾਲਾਂ 'ਚ ਵੀ ਬਦਲਣੀਆਂ ਸੀ, ਹੁਣ ਛੇਤੀ ਬਦਲਿਆ। ਜਾਨੂੰ ਇਹਦੀ ਆਉਂਦੀ ਹੈ ਦਵਾਈ, ਜਾਨੂੰ ਇਹ ਰੂਪ ਬਦਲ ਦਿੰਦਾ। ਉੱਧਰੋਂ ਜਿਹੜੀਆਂ ਖਬਰਾਂ ਬਲੈਤ ਤੋਂ ਆ ਰਹੀਆਂ ਨੇ, ਐਸਟਰਾਜ਼ੇਨੇਕਾ ਜਿਹੜੀ ਵੈਕਸੀਨ ਹੈ ਉਹ ਨਾਲ 7 ਮੌਤਾਂ ਹੋਈਆਂ ਨੇ, ਬਲੱਡ ਕਲੌਟਿੰਗ ਹੁੰਦੀ ਹੈ। ਕਰੋਨਾ ਵਾਇਰਸ ਦੀ ਤੁਹਾਡੇ ਏਰੀਏ ਦੇ ਵਿੱਚ ਇੱਥੇ ਬਹੁਤ ਤੇਜ਼ੀ ਹੋ ਰਹੀ ਹੈ, ਫੈਲ ਰਿਹਾ ਬਹੁਤ। ਸਮਝ ਜਿਓ, ਆਪਾਂ ਸਿੱਥਲ ਹੋਏ ਬੈਠੇ ਹਾਂ, ਜਿਵੇਂ ਪੰਜਾਬ 'ਚ ਸਿੱਥਲ ਹੋਏ ਨੇ ਲੋਕ ਵੀ ਕਹਾਂ। ਉੱਥੇ ਤਾਂ ਚਲੋ ਇਹ ਹੈ ਹੀ ਨਹੀਂ, ਉੱਥੇ ਤਾਂ ਜੇ ਮੂੰਹ ਢੱਕ ਕੇ ਲੰਘ ਉਹਨੂੰ ਕਹਿਣਗੇ ਤੈਨੂੰ ਮੁਸ਼ਕ ਆਉਂਦਾ, ਮੇਰੇ ਤੋਂ ਉਲਟ ਹੋ ਜੂ ਗੱਲ। ਹਸਪਤਾਲ ਇੱਥੇ ਜਿਹੜੇ ਨੇ ਉਹ ਫੇਰ ਪੈਕ ਹੋ ਰਹੇ ਨੇ। ਕਨੈਕਸ ਦੇ ਤੁਹਾਨੂੰ ਪਲੇਅਰਾਂ ਦਾ ਪਤਾ ਹੀ ਹੈ, ਜਿਹੜਾ ਉਹਨਾਂ ਦੇ ਉਹ ਪਏ ਨੇ। ਇਹ ਜਿਹੜਾ ਦੁਬਾਰਾ ਫੇਰ ਫੈਲ ਰਿਹਾ। ਹੁਣ ਦੇਖਿਓ, ਜੇ ਕੰਟਰੋਲ ਨਾ ਹੋਇਆ ਸਾਰੀ ਗਰਮੀ ਇਹਦੀ ਭੇਟ ਚੜ੍ਹ ਜਾਣਾ ਤੁਸੀਂ। ਮਸਾਂ ਮੌਸਮ ਖੁੱਲ੍ਹਿਆ, ਜਿੱਥੋਂ ਤੱਕ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਆਪ ਬਚਾਓ, ਕਿਸੇ ਵੱਲ ਨਾ ਝਾਕੋ। ਜਿੱਥੇ ਨੇੜੇ ਤੁਹਾਡੇ ਕੋਈ ਹੈ ਉੱਥੇ ਜ਼ਰੂਰ ਤੁਸੀਂ ਆਪਣਾ ਖਿਆਲ ਰੱਖੋ। ਮਾਸਕ ਤਾਂ ਆਪਾਂ ਰੱਖਦੇ ਹਾਂ, ਹੱਥ ਵੱਧ ਤੋਂ ਵੱਧ ਸਾਫ਼ ਰੱਖੋ। ਘਰ ਦੇ ਵਿੱਚ ਮੈਂ ਤਾਂ ਵੈਕਸੀਨ ਵਾਲਿਆਂ ਨੂੰ ਵੀ ਕਰਦਾ, ਇੱਕ ਮੇਰੇ ਮਨ 'ਚ ਵੀ ਜਿਹਨੂੰ ਵੈਕਸੀਨ ਲੱਗਦੀ ਆ ਉਹ ਵੀ ਥੋੜ੍ਹਾ ਜਿਹਾ ਆਈਸੋਲੇਸ਼ਨ 'ਚ ਰਹਿਣ। ਬਜ਼ੁਰਗਾਂ ਦੀ ਵੈਕਸੀਨ ਲਾਉਣ ਵੇਲੇ ਥੋੜ੍ਹਾ ਜਿਹਾ ਉਹਨਾਂ ਦੀ ਸਿਹਤ ਬਾਰੇ ਦੇਖ ਲਿਓ। ਵੈਕਸੀਨ ਦੇ ਵਿੱਚ ਕੀ ਹੈ, ਕੀ ਪਾ ਰਹੇ ਨੇ, ਕੀ ਉਹਦੀ ਕੰਪੋਜੀਸ਼ਨ ਆ, ਇਹ ਤਾਂ ਰੱਬ ਜਾਣਦਾ ਵੀ ਉਹਦੇ ਵਿੱਚ ਕੀ ਜਾਣਾ, ਬੋਡੀ ਦੇ ਵਿੱਚ ਕੀ ਪਾਇਆ, ਬੋਡੀ ਨੂੰ ਕਿਸ ਤਰ੍ਹਾਂ ਲੜਨ ਦੇ ਲਈ ਉਹ ਕਾਇਮ ਕਰਦੇ ਆ। ਸੋ ਇਹ ਜਿਹੜਾ ਹੁਣ ਇਹ ਫੇਰ ਫੈਲ ਰਿਹਾ, ਅਤੇ ਇਸ ਤੋਂ ਆਪਣੇ ਆਪ ਨੂੰ ਬਚਾਓ ਜਿੰਨਾ ਬਚਾ ਸਕਦੇ ਹੋ। ਸਾਂਭ ਕੇ ਰੱਖੋ ਆਪਣੇ ਆਪ ਨੂੰ। ਸਰੀਰ ਤੋਂ ਉੱਪਰ ਕੋਈ ਨਹੀਂ। ਜਦ ਤੁਸੀਂ ਪਏ ਹੋ ਨਾ 10-12 ਦਿਨ 15 ਦਿਨ ਘਰ, ਠੀਕ ਹੈ, ਕਈ ਵਾਰ ਆਪਾਂ ਹੱਠ ਕਰਕੇ ਕਹਿੰਦੇ ਮੈਂ ਨਹੀਂ ਘਰੇ ਬਹਿਣਾ, ਤੁਸੀਂ ਉਸ ਸਮੇਂ ਇਸ ਨੂੰ ਸਪਰੈਡ ਕਰ ਰਹੇ ਹੋ। ਜੇ ਤੁਸੀਂ ਨਹੀਂ ਦੱਸਦੇ, ਚਾਰ ਆਪਣੇ ਆਪ ਦਾ ਟੈਸਟ ਨਹੀਂ ਕਰਾਉਂਦੇ, ਕਈ ਵਾਰ ਇਹ ਵੀ ਬਹੁਤ ਚੱਲ ਰਹੀ ਹੈ ਭਾਈਚਾਰੇ 'ਚ ਗੱਲ ਵੀ ਟੈਸਟ ਨਹੀਂ ਕਰਾਉਣੇ। ਟੈਸਟ ਕਰਾਇਆ ਤਾਂ ਪਤਾ ਲੱਗ ਜੂ, ਪਤਾ ਲੱਗ ਗਿਆ ਤਾਂ ਘਰੇ ਰਹਿਣਾ ਪਊ, ਬੈੱਡ 'ਤੇ ਨਹੀਂ ਪੈਣਾ, ਤੁਰਦੇ ਫਿਰਦੇ ਰਹਿਣਾ। ਬੰਦਾ ਜਦ ਬੈੱਡ 'ਤੇ ਜਾਂਦਾ 15 ਦਿਨ 12 ਦਿਨ, ਉਹਦੀ ਜ਼ਿੰਦਗੀ ਇੱਕ ਤਾਂ ਉਹ ਇਸ ਦੇ ਦੁੱਖ 'ਚੋਂ ਲੰਘ ਰਿਹਾ, ਇੱਕ ਉਹਦੀ ਆਈਸੋਲੇਸ਼ਨ ਜਿਹੜੀ ਅਸੀਂ ਸਾਡੀ ਇਸ ਬਣਤਰ ਦੇ ਵਿੱਚ, ਸਮਾਜਿਕ ਬਣਤਰ ਦੇ ਵਿੱਚ ਜਦ ਇਹਦੇ ਤੋਂ ਬਾਹਰ ਹੋ ਜਾਂਦੇ ਹਾਂ, ਰਹਿੰਦਾ ਹੀ ਕੱਖ ਨਹੀਂ। ਅਸੀਂ ਇਹਦੇ ਨਾਲ ਹੀ ਜਿਉਂਦੇ ਹਾਂ। ਤਾਂ ਹੀ ਕਿਹਾ ਬਈ ਵਧੀਆ ਦੋਸਤ ਹੋਣ, ਚੰਗੇ ਦੋਸਤ ਹੋਣ, ਦੁੱਖ ਸੁੱਖ ਦੇ ਦੋਸਤ ਹੋਣ, ਉਹ ਤੁਹਾਨੂੰ ਝਟਕੇ ਲੱਗ ਕੇ ਮਿਲਦੇ ਨੇ। ਇਉਂ ਨਹੀਂ ਹੈ ਵੀ ਤੁਹਾਨੂੰ ਪਹਿਲੇ ਹੱਲੇ ਵਧੀਆ ਮਿਲ ਜਾਂਦੇ ਨੇ। ਸਾਰਿਆਂ ਦੇ ਮਾੜੇ ਤਜਰਬੇ ਹੁੰਦੇ ਨੇ, ਇਵੈਂਚੁਅਲੀ ਕਦੇ ਤੁਹਾਨੂੰ ਚੰਗੇ ਦੋਸਤ ਜ਼ਿੰਦਗੀ 'ਚ ਮਿਲ ਜਾਂਦੇ ਨੇ ਜਿੱਥੇ ਤੁਸੀਂ ਬਹਿ ਕੇ ਦੁੱਖ ਸੁੱਖ ਕਰਦੇ ਹੋ। ਔਰ ਅੱਜ ਦੇ ਸਮੇਂ 'ਚ ਜਦ ਮਾਨਸਿਕ ਰੋਗ ਇੰਨਾ ਵੱਧ ਰਿਹਾ, ਨਾਵਾਚਕ ਲੋਕਾਂ ਤੋਂ ਪਰਾਂ ਹਟ ਜਾਓ। ਜਿਹੜੇ ਨਾਵਾਦੀ ਗੱਲਾਂ ਕਰਦੇ ਨੇ, ਜਾਂ 3 ਘੰਟੇ 2 ਬਹਿਣਾ ਅਤੇ ਲੋਕਾਂ ਦੀਆਂ ਗੱਲਾਂ, ਲੋਕਾਂ ਦੀਆਂ ਚੁਗਲੀਆਂ,
ਉਹਨਾਂ ਤੋਂ ਪਰਾਂ ਹੋ ਜਾਓ, ਬਿਲਕੁਲ ਨੇੜੇ ਨਾ ਹੋ। ਸਿਹਤ ਆਪਣੀ ਠੀਕ ਰੱਖੋ। ਸਿਹਤ ਦੇ ਵਿੱਚ ਜਿਹੜਾ ਸਾਨੂੰ ਸਾਡੀ ਰਸੋਈ ਦੇ ਵਿੱਚ ਬਹੁਤ ਕੁਝ ਮਿਲਿਆ ਹੋਇਆ, ਉਹਨੂੰ ਕੰਟੀਨਿਊ ਰੱਖੋ। ਜਿਹੜਾ ਇੱਕ ਕਾੜਾ ਸ਼ਬਦ ਹੈ, ਉਹ ਸਾਡੀ ਚਾਹ ਵੀ ਕਾੜਾ ਹੀ ਹੈ ਸਵੇਰੇ। ਜਿਹੜੀ ਲੌਂਗ, ਇਲਾਇਚੀ, ਸੌਂਫ, ਅਜਮੈਣ, ਜਾਇਫਲ, ਥੋੜ੍ਹੀ ਬਹੁਤੀ ਜਵਿਤਰੀ, ਅਤੇ ਉਸ ਨੂੰ ਉਬਾਲ ਕੇ ਤੁਸੀਂ ਜਦ ਪੀਂਦੇ ਹੋ ਸਵੇਰੇ, ਉਹ ਬਹੁਤ ਵਧੀਆ। ਪੁਦੀਨਾ ਥੋੜ੍ਹਾ ਜਿਹਾ ਵਿੱਚ ਸੁੱਕਾ ਉਹਦੇ ਵਿੱਚ ਪਾ ਲਓ, ਅਤੇ ਨਾਲ ਤੁਲਸੀ ਜ਼ਰੂਰ ਚਾਹੀਦੀ ਆ। 5-7 ਚੀਜ਼ਾਂ ਪਾ ਕੇ ਉਹਨੂੰ ਪਹਿਲਾ ਕੱਪ ਚਾਹ ਦਾ ਉਹ ਜ਼ਰੂਰ ਰੱਖੋ। ਆਪਣੇ ਜਿਹੜੀ ਮਤਲਬ ਤੁਹਾਡਾ ਇਮਿਊਨ ਸਿਸਟਮ ਆ, ਜਿਹੜਾ ਲੜਨ ਦੀ ਸ਼ਕਤੀ ਆ ਰੋਗ ਦੀ, ਉਹ ਕਾਇਮ ਰੱਖੋ। ਬਾਕੀ ਕਾੜਾ ਵਗੈਰਾ ਜਿਹੜਾ ਉਹ ਤਾਂ ਮਿਲਦਾ ਹੀ ਆ। ਤੁਸੀਂ ਦੱਸਦੇ ਹੁੰਦੇ ਨੇ ਆ ਕੇ ਆਪਣੇ ਮਦਰ ਇੰਡੀਆ ਤੋਂ ਸ਼ੁਕਲਾ ਜੀ, ਫੇਰ ਆਉਣਗੇ ਕਿਸੇ ਦਿਨ, ਅਤੇ ਉਹ ਵੀ ਵਧੀਆ। ਉਹਨਾਂ ਦਾ ਵੀ ਮਿਕਸ ਕੀਤਾ ਬਨਫਸ਼ਾਂ ਵਗੈਰਾ ਵਿੱਚ ਨੇ, ਅਤੇ ਉਹਨੂੰ ਕੱਢ ਕੇ ਪੈਕ ਦੇ ਵਿੱਚੋਂ ਦੁਬਾਰਾ ਕੁੱਟ ਲਵੇ। ਬਨਫਸ਼ਾਂ ਵਗੈਰਾ ਵਿੱਚ ਸਵਾਰਾ ਕੁੱਟ ਕੇ ਉਹ ਪਾ ਲਓ, ਅੱਧਾ ਚਮਚਾ ਚਾਹ 'ਚ ਪਾ ਲਓ, ਕੱਲਾ ਨਾ ਉਬਾਲੋ, ਇੰਨਾ ਜੇ ਨਹੀਂ ਧੰਦ ਕਰ ਹੁੰਦਾ। ਪਰ ਸਿਹਤ ਕਾਇਮ ਰੱਖੋ ਮਿੱਤਰੋ। ਜਾਂ ਸਿਹਤ ਡਾਊਨ ਹੁੰਦੀ ਹੈ ਅਤੇ ਨਿੰਬੂ, ਪੰਜਾਬੀ ਵਾਲਾ ਨਿੰਬੂ, ਅਤੇ ਨਾਲ ਸੰਤਰਾ, ਜਿੰਨਾ ਕੁ ਤੁਸੀਂ ਇਸ ਨੂੰ ਖੱਟਾ, ਜਿੰਨੇ ਫਰੂਟ ਨੇ ਤੁਹਾਡੇ ਆਉਣ, ਇਹ ਤੁਹਾਡੀ ਡਾਇਟ ਦੇ ਵਿੱਚ ਜ਼ਰੂਰੀ ਹੈ। ਫਲ, ਸਬਜ਼ੀਆਂ ਰਾਹ ਜਿਹੜੀਆਂ ਕੱਚੀਆਂ ਨੇ, ਉਹ ਫਲ ਤਾਂ ਕੱਚੇ ਹੀ ਨੇ, ਸਬਜ਼ੀਆਂ ਜਿਹੜੀਆਂ ਕੱਚੀਆਂ ਨੇ ਉਹ ਜਿੰਨੀਆਂ ਕੁ ਲੈ ਸਕੋ ਵਧੀਆ ਨੇ। ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹੈ ਉਹ ਇਹ ਹੈ, ਮੈਨੂੰ ਪਤਾ ਲੱਗਿਆ ਸ਼ੁੱਕਰਵਾਰ ਤੇ ਸ਼ਨੀਚਰਵਾਰ ਵੀਕਐਂਡ ਤੇ ਨੋਡਲ ਦੀ ਸਕੇਲ ਦੇ ਪਿਛਲਾ ਜਿਹੜਾ ਟਿਮ ਹਾਰਟਨਸ ਦੇ ਨੇੜੇ ਕਾਰਡ ਲੌਕ ਦਾ ਇੱਕ ਸਿਸਟਮ ਹੈ, ਜਿੱਥੇ ਟਰੱਕ ਖੜ੍ਹਦੇ ਆ ਆਪਣੇ, ਮੇਰਾ ਖਿਆਲ ਸ਼ੈਵਰਨ ਦਾ ਉਹਦਾ ਮੇਰਾ ਖਿਆਲ 1 ਨੰਬਰ ਪੰਪ ਕਹਿੰਦੇ, ਉਹਦੇ 'ਚ ਕੋਈ ਨੁਕਸ ਪੈ ਗਿਆ ਅਤੇ ਬਿਨਾਂ ਕਾਰਡ ਤੋਂ ਉਹਦੇ 'ਚੋਂ ਡੀਜ਼ਲ ਪੈਣ ਲੱਗਿਆ। ਮੈਨੂੰ ਸਹੀ ਵੀ ਕਰ ਦਿਓ ਜੇ ਮੇਰੇ ਕੋਲ ਗਲਤ ਖਬਰ ਹੋਵੇ। ਇਹ ਬਹੁਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਵੀ ਸ਼ੁੱਕਰਵਾਰ ਅਤੇ ਸ਼ਨੀਚਰਵਾਰ 2 ਦਿਨ ਫਿਰ ਉਹਦੇ 'ਤੇ ਲਾਈਨ ਜਿਹੜੀ ਲੱਗੀ ਆ ਡੀਜ਼ਲ ਪਾਉਣ ਲਈ, ਉਹਨੇ ਬਸ ਧੁੱਕੀ ਕੱਢ ਦਿੱਤੀ। ਡੈਲਟਾ ਪੁਲਿਸ ਵੀ ਇਨਵੋਲਵ ਹੋਏ ਇਹਦੇ ਵਿੱਚ ਹੋਈ ਹੈ। ਡੈਲਟਾ ਪੁਲਿਸ ਨੂੰ ਦੱਸਿਆ ਵੀ ਗਿਆ, ਉਹ ਗੇੜਾ ਵੀ ਮਾਰ ਕੇ ਗਏ ਨੇ। ਬਾਕੀ ਉੱਪਰ ਕੈਮਰੇ ਵੀ ਲੱਗੇ ਹੋਏ ਨੇ, ਸਭ ਉਹਦੇ 'ਤੇ ਵਿੱਚ ਗੱਡੀਆਂ ਦੇ, ਟਰੱਕਾਂ ਦੇ ਨੰਬਰ ਤਾਂ ਆ ਜਾਣੇ ਨੇ। ਪਰ ਇਹ ਗੱਲ ਹੋਈ ਕਿਵੇਂ? ਕਿਸੇ ਨੂੰ ਪਤਾ, ਡਰਾਈਵਰ ਨੂੰ, ਓਨਰ ਆਪਰੇਟਰ ਨੂੰ, ਕਿ ਇਸ ਤਰ੍ਹਾਂ ਡੀਜ਼ਲ ਪਿਆ ਹੈ? ਅਤੇ ਉਹ ਪਵਾਉਣ ਦੇ ਲਈ ਦੂਰੋਂ 100 150 ਕਿਲੋਮੀਟਰ ਤੋਂ ਲੋਕ ਆ ਕੇ ਵੀ ਚੱਲ ਪਵਾ ਲਿਆਈਏ। ਕਈਆਂ ਨੇ ਕਹਿੰਦੇ ਜਿਹੜੇ ਢੋਲ ਵੱਡੇ ਟੰਗੇ ਹੋਏ ਸੀ ਪਿੱਛੇ ਪਿਕਅਪਾਂ ਦੇ, ਉਹ ਵੀ ਭਰ ਕੇ ਲੈ ਗਏ। ਇਹ ਬਿਲਕੁਲ ਕੋਈ ਨੁਕਸ ਪੈ ਗਿਆ ਹੋਊ। ਸਿਸਟਮ ਹੈ ਇਹ, ਦੇਸ਼ ਵਲੰਟੀਅਰ ਸਿਸਟਮ ਹੈ। ਇਸ ਦੇਸ਼ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਨੂੰ ਕੋਈ ਲੌਕ ਨਹੀਂ ਸੀ ਲਾਉਂਦਾ। ਹੁਣ ਵੀ ਇੰਟੀਰੀਅਰ ਦੇ ਵਿੱਚ ਨਹੀਂ ਲੋਕ ਲਾਉਂਦੇ, ਉਸ ਤਰ੍ਹਾਂ ਹੀ ਕਾਰਾਂ ਖੜੀਆਂ, ਉਸ ਤਰ੍ਹਾਂ ਹੀ ਦਰਵਾਜ਼ੇ ਜਿਹੜੇ ਲੌਕ ਨਹੀਂ ਹੁੰਦੇ, ਇੱਥੇ ਵੀ ਨਹੀਂ ਸੀ ਹੁੰਦੇ। ਅੱਜ ਕੋਈ ਚੀਜ਼ ਤੁਸੀਂ ਬੱਸ ਸਟੈਂਡ 'ਤੇ, ਕੋਈ ਟੇਬਲ 'ਤੇ, ਕੋਈ ਉੱਥੇ ਭੁੱਲ ਜਾਓ, ਤੁਸੀਂ ਚਾਹੇ 2 ਘੰਟੇ ਬਾਅਦ ਆ ਕੇ ਉੱਥੋਂ ਚੱਕ ਸਕਦੇ ਸੀ। ਇਹ ਗੱਲ ਜਿਹੜੀ ਹੋਈ ਹੈ, ਹੁਣ ਜਿਨ੍ਹਾਂ ਨੇ ਪਵਾਇਆ ਉਹਨਾਂ ਤਾਂ ਨਹੀਂ ਦੱਸਣਾ, ਕੋਈ ਨਾ ਕੋਈ ਦੱਸੂਗਾ ਜ਼ਰੂਰ। 604 204 0600 ਸ਼ੁੱਕਰਵਾਰ ਤੇ ਸ਼ਨੀਚਰਵਾਰ ਬਿਲਕੁਲ ਐਲੈਕਸ ਫਰੇਜ਼ਰ ਦੇ ਥੱਲੇ, ਜਿਹੜਾ ਉੱਪਰੋਂ ਦਿਖਦਾ ਸੀ, ਐਲੈਕਸ ਫਰੇਜ਼ਰ ਤੋਂ ਵੀ ਲਾਈਨ ਲੱਗੀ ਵੇਖਦੀ ਸੀ, ਉਹ ਜਿਹੜਾ ਕਾਰਡ ਲੌਕ ਸਿਸਟਮ ਹੈ, ਜਿੱਥੇ ਪਿੱਛੇ ਟਰੱਕ ਖੜ੍ਹਦੇ ਨੇ, ਜਿੱਥੇ ਸ਼ਾਇਦ ਪੈਟਰੋ ਹੁੰਦਾ ਸੀ, ਹੁਣ ਸ਼ਾਇਦ ਸ਼ੈਵਰਨ ਹੈ, ਜਿੱਥੇ ਟਿਮ ਹਾਰਟਨ ਤੋਂ ਟੱਪ ਕੇ ਥੱਲੜੇ ਬੰਨੇ ਨੂੰ, ਕਹਿੰਦੇ ਲਾਈਨ ਹੀ ਨਹੀਂ ਟੁੱਟੀ। ਜਿਉਂ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਗੱਲ ਸ਼ਨੀਚਰਵਾਰ ਤੱਕ, ਅਤੇ ਉਹ ਧੁੱਕੀ ਨਿਕਲੀ ਆ ਉੱਥੇ ਵੀ ਚੱਕ ਲੋ ਹੋਈ ਆ। ਇਹ ਗੱਲ ਦੱਸਿਓ ਆ ਕੇ ਬਈ ਇਹ ਗੱਲ ਸਹੀ ਹੋਈ। ਜੇ ਇਹ ਗੱਲ ਸਹੀ ਹੈ, ਫਿਰ ਇਹ ਕਿੱਧਰ ਨੂੰ ਲੈ ਕੇ ਚੱਲੀ ਆ ਭਾਈਚਾਰੇ ਨੂੰ? ਮੈਂ ਭਾਈਚਾਰੇ ਨੂੰ ਨਹੀਂ ਕਹਿੰਦਾ, ਜਿਹੜੇ ਵੀ ਪਵਾ ਕੇ ਆਏ ਨੇ ਉਹਨਾਂ ਨੂੰ ਤਾਂ ਪਤਾ ਨਾ ਪਵਾਇਆ, ਅਤੇ ਕੀ ਉਹ ਬਚ ਜਾਣਗੇ ਇਹਦੇ 'ਚੋਂ ਜੇ ਪਵਾ ਕੇ ਆਏ ਨੇ? ਕੀ ਤੁਹਾਡੀਆਂ ਲਾਇਸੈਂਸ ਪਲੇਟਾਂ, ਤੁਹਾਡਾ ਚਿਹਰਾ ਮੋਹਰਾ ਉੱਪਰ ਕੈਮਰੇ ਰਿਕਾਰਡ ਨਹੀਂ ਕਰਦੇ ਹੋਣਗੇ? ਕੀ ਤੁਸੀਂ ਇਸ ਚੀਜ਼ 'ਚੋਂ ਬਾਹਰ ਚਲੇ ਜਾਓਗੇ? ਪ੍ਰੋਫੈਸ਼ਨਲ ਡਰਾਈਵਰ, ਕਲਾਸ 1 ਤੁਹਾਡਾ ਲਾਇਸੈਂਸ, ਪੁਲਿਸ ਕਲੀਅਰੈਂਸ ਤੁਹਾਨੂੰ ਲੈਣੀ ਪੈਂਦੀ ਹੈ, ਅਤੇ ਕੱਲ੍ਹ ਨੂੰ ਇਹ 200-300 ਲੀਟਰ ਜੇ ਡੀਜ਼ਲ ਹੋਵੇ ਵੀ, ਲੈ ਵੀ ਗਏ ਹੋਵੋ,
ਤੇ ਉਹ $400 ਦੇ ਨਾਲ ਕੀ ਬਣੂਗਾ? ਸਰਜੀਤ ਸਿੰਘ ਗੋਸਲ ਜੀ, ਤੁਸੀਂ 에ਅਰ ਤੇ ਹੋ, ਲਾਈਨ ਨੰਬਰ 1। ਹਾਂਜੀ ਗੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਜਦੋਂ ਮੈਂ ਨਾ ਟਰੱਕ ਚਲਾਉਂਦਾ ਸੀ ਤੇ ਕਈ ਵਾਰੀ ਕਾਰਡ ਲੌਕ ਦਾ ਇੱਥੇ ਖਾਸ ਕਰ BC 'ਚ ਡੀਜ਼ਲ ਪਵਾਉਣਾ ਤਾਂ ਕੋਈ ਨਾ ਕੋਈ ਕਿਤੇ 2-4 ਵਾਰੀ ਹੋਇਆ, ਤਕਰੀਬਨ 20 ਕੁ ਸਾਲਾਂ 'ਚ। ਕਹਿੰਦਾ ਡੀਜ਼ਲ ਕਾਰਡ ਸਾਡੇ ਤੇ ਪਵਾ ਲਾ ਤੇ ਅੱਧੋ ਅੱਧ ਕਰ ਲੈ ਵੀ ਜਿੰਨੀ ਪ੍ਰਾਈਸ ਹੈ ਅੱਧੇ ਪੈਸੇ ਲੈ ਲਈ, ਹਨਾ, ਦੇ ਦੇ ਸਾਨੂੰ। ਤੇ ਆਪਣਾ ਕਸੂਰ ਸੀ, ਮੈਂ ਕਿਹਾ ਚੋਰੀ ਦਾ ਡੀਜ਼ਲ ਪਾ ਕੇ ਟਰੱਕ ਨਹੀਂ ਚਲਾਉਣਾ। ਵਾਹ। ਤੇ ਜਿੱਦਾਂ ਟਰੱਕ ਸ਼ੁਰੂ ਕੀਤਾ ਤਾਂ 18-20 ਸਾਲ ਵਿਦਆਊਟ ਐਕਸੀਡੈਂਟ ਘਰ ਨੂੰ ਆ ਗਿਆ, 20 ਸਾਲ ਜ਼ੀਰੋ ਐਕਸੀਡੈਂਟ। ਸੋ ਇਹ ਗੱਲਾਂ ਐਵੇਂ ਟੈਂਪਰੇਰੀ ਆ ਜੀ। 200 ਡੀਜ਼ਲ ਉੱਥੇ ਚੋਰੀ ਮਿਲਦਾ, ਟਰੱਕ ਭਰਾ ਲਿਓ, ਬਟ ਯੂ ਕੈਨ ਗੇਨ। ਕਿ ਤੁਸੀਂ ਗੇਨ ਕੀ ਕਰਨਾ ਚਾਹੁੰਦੇ ਇਹਨਾਂ ਚੀਜ਼ਾਂ 'ਚ? ਮਨੁੱਖ ਨੂੰ ਸੋਚਣਾ ਚਾਹੀਦਾ ਨਾ। ਚਲੋ ਉਹਦਾ ਕੋਈ ਸਿਸਟਮ ਬ੍ਰੇਕਡਾਊਨ ਹੋ ਗਿਆ ਜਾਂ ਉੱਥੇ ਡੀਜ਼ਲ ਪੰਪ ਨਹੀਂ ਕੰਟਰੋਲ ਆਪਣੇ ਆਪ ਚੱਲੀ ਗਿਆ। ਹਾਂਜੀ, ਸੋ ਮੇਰਾ ਖਿਆਲ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ। ਜਦੋਂ ਤੁਸੀਂ ਇੱਕ ਸਟੱਡੀ ਕੰਮ ਕਰਦੇ ਜਾਂ ਮਿਹਨਤ ਕਰਦੇ ਆ ਵੀ ਐਵੇਂ ਤੁਸੀਂ 2-2, 4-400 ਦੀਆਂ ਠੱਗੀਆਂ ਮਾਰਦੇ ਫਿਰ। ਧੰਨਵਾਦ ਜੀ। ਧੰਨਵਾਦ ਜੀ। ਇੱਕ ਡਰਾਈਵਰ ਨੇ, ਉਹਨਾਂ ਨੇ ਮੈਨੂੰ ਸਵੇਰੇ ਫੋਨ ਕਰਕੇ ਦੱਸਿਆ ਵੀ ਇਹ ਗੱਲ ਹੋਈ। ਫਿਰ ਉਹਨਾਂ ਨੇ ਦੱਸੇ ਵੀ ਜਿਨ੍ਹਾਂ ਨੂੰ ਉਹਨਾਂ ਨੇ ਪਛਾਣਿਆ, ਜਿਹੜੇ ਚਿਹਰੇ ਮੋਹਰੇ ਤੋਂ ਪਛਾਣੇ ਜਾਂਦੇ ਸੀ ਵੀ ਫਲਾਣੇ ਬੰਦੇ, ਫਲਾਣੀਆਂ ਕੰਪਨੀਆਂ ਵਾਲੇ, ਵੱਡੇ ਵੱਡੇ ਢੋਲਾਂ 'ਚ ਵੀ ਪਵਾ ਕੇ ਲੈ ਗਏ। 100 ਕਿਲੋਮੀਟਰ ਦੂਰੋਂ ਉਹ ਕਹਿੰਦੇ ਚਲੋ ਡੀਜ਼ਲ ਪਵਾ ਲਏ, ਡੀਜ਼ਲ ਫ੍ਰੀ ਹੈ। ਲਾਈਨਾਂ ਜਿਹੜੀਆਂ ਲੱਗ ਗਈਆਂ ਤੇ ਉਹ ਕਹਿੰਦੇ ਮੈਂ ਪੁਲਿਸ ਨੂੰ, ਉਹ ਕਹਿੰਦੇ ਮੈਂ ਬਣਦੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਮੈਂ ਡੈਲਟਾ ਪੁਲਿਸ ਨੂੰ ਦੱਸਿਆ, ਪੁਲਿਸ ਕਹਿੰਦਾ ਯੈਸ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਕਿਉਂਕਿ ਸਾਡੇ ਕੰਟਰੋਲ 'ਚ ਨਹੀਂ, ਪਰ ਇਹ ਇੱਕ ਕ੍ਰਾਈਮ ਹੈ, ਇੱਕ ਚੋਰੀ ਹੈ। ਤੇ ਕਿਵੇਂ ਤੁਸੀਂ ਉਸ ਚੀਜ਼ ਤੋਂ, ਡੈਲਟਾ ਪੁਲਿਸ ਦਾ ਤੁਹਾਨੂੰ ਪਤਾ ਹੈ। ਹੁਣ ਜੇ ਹੋਈ ਹੈ ਗੱਲ, ਇਹ ਹੋਈ ਹੈ, ਮਤਲਬ ਇਸ ਨਹੀਂ ਹੈ ਬਈ ਇਹ ਕਾਹਦੇ ਲਈ ਲਾਈਨਾਂ ਲੱਗੀਆਂ ਵੇਖੀਆਂ ਕਿਸੇ ਨੇ। ਸ਼ੁੱਕਰਵਾਰ ਤੇ ਸ਼ਨੀਚਰਵਾਰ ਲੌਂਗ ਵੀਕਐਂਡ ਕਰਕੇ ਕੁਝ ਕੁ ਤਾਂ ਆਫ ਵੀ ਹੋਣਗੇ, ਪਰ ਕੰਪਨੀਆਂ ਤੁਹਾਡੇ ਉੱਪਰ, ਕੰਪਨੀਆਂ ਦੇ ਉੱਪਰ ਜਿਹੜਾ ਨਾਂ ਲਿਖੇ ਹੋਏ ਨੇ ਤੇ ਨਾਲ ਤੁਹਾਡੀਆਂ ਫੋਟੋਆਂ ਆ ਰਹੀਆਂ ਨੇ, ਕੀ ਕਰੋਗੇ ਤੁਸੀਂ? ਰੇਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ। ਜਿਹੜੀ ਇਹ ਨਾ ਘਟਨਾ ਵਾਪਰੀ ਹੈ, ਚਲੋ ਉਸ ਬੰਦੇ ਦਾ ਨੁਕਸਾਨ ਹੋ ਗਿਆ ਜਿਹੜਾ ਗੈਸ ਸਟੇਸ਼ਨ ਵਾਲਾ, ਚਲੋ ਜਿੰਨਾ ਵੀ ਹੋਇਆ ਨਾ, ਪਰ ਮੈਂ ਇਸ ਵਿੱਚ ਚਾਹੁੰਦਾ ਵੀ ਜਿਹਨੇ ਵੀ ਅੱਜ 200 ਲੀਟਰ ਜਾਂ 150 ਲੀਟਰ ਤੇਲ ਪਾ ਲਿਆ, ਉਹਨਾਂ ਕਾਤ ਨਹੀਂ ਲੰਘ ਜਾਣੀ। ਉਸ ਤੋਂ ਬਾਅਦ ਅਸੀਂ ਫੇਰ ਪੌਣੋਂ ਹਟ ਜਾਣਾ ਜਾਂ ਸਾਨੂੰ ਉਹਨਾਂ ਹੀ ਬੈਨੀਫਿਟ ਮਿਲ ਜਾਣਾ ਨਾ। ਇਹ ਸੋਚਣਾ ਚਾਹੀਦਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਇਹਨੇ ਇਸ ਚੀਜ਼ ਨਾਲ ਜੀਣਾ ਆ। ਇਹ 200 ਲੀਟਰ ਤੇਲ ਵਰਤ ਕੇ ਉਸ ਤੋਂ ਬਾਅਦ ਫੇਰ ਅਸੀਂ ਫੇਰ ਵੀ ਪੈਸੇ ਪਾਉਣੇ ਹੀ ਆ ਨਾ। ਇੱਥੇ ਇਸ ਕੰਟਰੀ ਵਿੱਚ ਓਨੈਸਟੀ ਦਾ ਵਰਤ ਲਓ ਕਮ ਸੇ ਕਮ ਨਾ। ਤੇ ਲੇਲ ਸਾਹਿਬ ਉਹ ਬਚਣੇ ਨਹੀਂ ਹੈ, ਉਹ ਬਚਣੇ ਨਹੀਂ। ਉਹ ਫੋਟੋਆਂ ਖਿੱਚ ਕੇ ਉਹਨਾਂ ਨੇ ਪੁਲਿਸ ਨੇ ਫੜ ਲੈਣੇ ਨੇ ਬੰਦੇ। ਉਹ ਨਹੀਂ ਫੜ ਤਾਂ ਹੁਣ ਅੱਜ ਤਾਂ ਉਹਨਾਂ ਦੇ ਦਿਮਾਗ ਸੀ ਵੀ ਅਸੀਂ ਹੇਰਾ ਫੇਰੀ, ਅਸੀਂ ਆਪਣੇ ਵੱਲੋਂ ਬਹੁਤ ਸ਼ੈਤਾਨੀ ਕਰਕੇ ਆਪਣੀ ਕਲੈਬਰੀ ਨਾਲ ਅਸੀਂ ਪਵਾ ਲਿਆ ਨਾ। ਪਰ ਆਉਣ ਵਾਲਾ ਸਮਾਂ ਜੇ ਨਾ, ਕੁਦਰਤ ਨੇ ਵੀ ਇਹਨਾਂ ਨੂੰ ਸਜ਼ਾ ਦੇ ਦੇਣੀ ਜੇ ਕਿ ਇਹਨਾਂ ਧੋਖਾ ਕੀਤਾ ਆਪਾਂ। ਬਿਲਕੁਲ ਠੀਕ ਹੈ। ਹਾਂਜੀ ਨਾ, ਇਹ ਤਾਂ ਸੋਚੇ ਵੀ ਬੰਦਾ ਨਹੀਂ ਦੇ ਸਕਦਾ, ਕੁਦਰਤ ਵੀ ਦੇ ਸਕਦੀ ਆ। ਪਰ ਅੱਜ ਜੋ ਹੋਇਆ ਇਹ ਗਲਤ ਹੋਇਆ। ਜੇ ਉਸ ਬੰਦੇ ਦਾ ਨੁਕਸਾਨ ਹੋਇਆ ਚਲੋ ਉਹਦਾ ਝੱਲ ਲਊਗਾ, ਜੇ ਨਹੀਂ ਵੀ ਮੰਨ ਲਓ ਵੀ ਨਾ ਪੈਸੇ ਬਣੂਗੇ ਨਾ ਸੀ ਨਾ। ਪਰ ਸਾਨੂੰ ਆਪਣੀ ਜ਼ਮੀਰ ਚ ਵਿੱਚ ਦੇਖਣਾ ਪੈਣਾ ਵੀ ਅਸੀਂ ਇਹਨਾਂ ਸਾਡੀ ਔਕਾਤ ਲੰਘ ਜਾਊਗੀ 200 ਲੀਟਰ ਤੇਲ ਨਾਲ, ਅਸੀਂ ਜ਼ਿੰਦਗੀ ਜੀ ਲਾਂਗੇ 200 ਲੀਟਰ ਨਾਲ। ਥੈਂਕ ਯੂ ਲੇਲ ਸਾਹਿਬ। ਗਰੇਵਾਲ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਜੀ, ਮੈਂ ਉਹ ਕਾਰਲੌਕ ਤੋਂ ਪਵਾਇਆ ਉਧਰ ਤੇਲ। ਅੱਛਾ ਜੀ। ਹਾਂਜੀ, ਮੈਂ ਫਰਾਈਡੇ ਸ਼ਾਮ ਨੂੰ ਇਹ ਉਦੋਂ ਵੀ ਸਟਾਰਟ ਹੋਇਆ ਹੋਣਾ ਤਾਂ ਕਿਤੇ ਮੈਨੂੰ ਲੱਗਦਾ, ਕਿਉਂਕਿ ਫਰਾਈਡੇ ਮੈਂ 2 ਵਜੇ ਪਾਇਆ। ਅੱਛਾ, ਤੇ ਹਾਂ ਉਹਦੇ ਬਾਅਦ ਕਿਤੇ ਹੋਇਆ ਫਿਰ ਗੜਬੋ ਹੋਈ ਹੈ, ਗੜਬੜ ਹੋਈ? ਨਹੀਂ ਉਦੋਂ 5-7 ਟਰੱਕ ਖੜੇ ਸੀਗੇ ਲਾਈਨ 'ਚ ਲੱਗੇ। ਮੈਨੂੰ ਨਹੀਂ ਸੀ ਪਤਾ ਵੀ ਉਹ ਬਿਨਾਂ ਕਾਰ ਤੋਂ ਚੱਲਦਾ, ਕਿਉਂਕਿ ਮੈਨੂੰ ਨਹੀਂ ਸੀ ਪਤਾ। ਮੈਂ ਆਇਆ ਤੇ ਮੈਂ ਆ ਕੇ ਮੈਂ ਕਿਹਾ ਉਹ ਦੂਜੇ ਗੈਸ ਸਟੇਸ਼ਨ ਖਾਲੀ ਪਏ ਆ, ਉੱਥੇ ਕਿਉਂ ਲੱਗੇ 4-5 ਟਰੱਕ? ਤੇ ਮੈਨੂੰ ਕੰਪਨੀ ਵੀ ਦੱਸ ਦੂ ਤੁਹਾਨੂੰ, ਚਲੋ ਹੁਣ ਤੱਕ ਕੀ ਦੱਸਣੀ ਆ ਮੈਨੂੰ ਕੰਪਨੀ ਵੀ ਪਤਾ ਕਿਹੜੇ ਟਰੱਕ ਨਾ ਜੀ। ਸਾਰੀ ਮੇਰੇ ਕੋਲ ਫੋਟੋਆਂ ਭੇਜੀਆਂ ਹੋਈਆਂ ਜੀ, ਬੰਦੇ ਨੇ ਫੋਟੋਆਂ ਭੇਜਤੀਆਂ ਮੇਰੇ ਕੋਲ, ਫੋਟੋਆਂ ਭੇਜੀਆਂ। ਸੋਚੀ ਮੈਂ ਤੇਲ ਪਾਇਆ, ਮੈਂ ਤਾਂ ਦੂਸਰਾ ਮੈਂ 5 ਨੰਬਰ ਤੋਂ ਪਾਇਆ। ਹਾਂ, ਇੱਕ ਨੰਬਰ ਖਰਾਬ ਸੀ, ਇੱਕ ਨੰਬਰ ਖਰਾਬ ਸੀ। ਮੈਂ 5 ਨੰਬਰ ਤੋਂ ਪਾਇਆ। ਮੈਂ ਕਿਹਾ ਯਾਰ ਇੱਥੇ ਪਤਾ ਨਹੀਂ ਦੂਜੇ ਪੰਪ, ਪਰ ਮੈਨੂੰ ਆ ਹੁਣ ਜਦੋਂ ਤੁਹਾਡਾ ਸ਼ੋਅ ਚੱਲਿਆ ਮੈਨੂੰ ਅੱਜ ਪਤਾ ਲੱਗਿਆ ਵੀ ਚੱਕਰ ਕੀ। ਕਮਾਲ, ਮੈਨੂੰ ਨਹੀਂ ਸੀ ਪਤਾ, ਮੈਂ ਕੋਲੋਂ ਪਾ ਕੇ ਲੈ ਕੇ ਆਇਆ ਤੇਲ। ਕਮਾਲ ਹੋ। ਪਰ ਮੈਂ ਤਾਂ ਚਲੋ ਫਿਰ ਮੈਂ ਡਰਾਈਵਰਿੰਗ ਕਰਦਾ ਵਾ, ਮੈਂ ਤਾਂ ਚਲਾਉਂਦਾ, ਮੇਰਾ ਆਪਣਾ ਟਰੱਕ ਨਹੀਂਗਾ। ਤੇ
ਪਰ ਮੈਂ ਤਾਂ ਉਦੋਂ ਪਾਇਆ ਦਿਲ, ਪਰ ਮੈਨੂੰ ਹੁਣ ਅੱਜ ਪਤਾ ਲੱਗਿਆ, ਪਰ ਲੋਕਾਂ ਨੇ ਪਾਇਆ ਬਹੁਤ। ਫਿਰ ਉਦੋਂ ਹਜੇ 5-7 ਟਰੱਕ ਹੀ ਸੀਗੇ, ਪਰ ਬਾਅਦ ਚ ਮੈਨੂੰ ਲੱਗਦਾ ਫਿਰ ਸੈਕਟਰ ਦਾ ਜਦੋਂ ਪਤਾ ਲੱਗ ਗਿਆ ਫਿਰ ਤਾਂ ਤੁਹਾਨੂੰ ਪਤਾ ਹੀ ਹੈ। ਬਿਲਕੁਲ ਜੀ, ਤੁਸੀਂ ਇਹ ਦੇਖੋ ਹੁਣ ਇਹਦੇ ਚ ਕੀ ਕਰਨਾ, ਅਸੀਂ ਜਸਟੀਫਿਕੇਸ਼ਨ ਦੇਣੀ ਹੈ ਕਿ ਨਾ ਅਸੀਂ ਕਿਹੜਾ ਉਹ ਚ ਇਨਵੋਲਵ ਸੀ, ਸਾਨੂੰ ਭਾਈਚਾਰਾ ਕਿਉਂ ਇਨਵੋਲਵ ਹੈ। ਤੁਸੀਂ ਨਹੀਂ ਕਿਵੇਂ ਜਸਟੀਫਿਕੇਸ਼ਨ ਇਸ ਨੂੰ ਕਰੋਗੇ। ਮੈਂ ਚਲੋ ਛੱਡ ਦੋ ਭਾਈਚਾਰਾ, ਇਹਦੇ ਵਿੱਚ ਨਹੀਂ ਹੈਗਾ ਭਾਈਚਾਰਾ ਇਨਵੋਲਵ, ਪਰ ਜਿਹੜੇ ਪਵਾ ਕੇ ਲੈ ਕੇ ਆਏ ਨੇ ਉਹ ਅੱਜ ਕਿਹੜੀ ਚੀਜ਼ ਕਿਵੇਂ ਜਵਾਕਾਂ ਨੂੰ ਤੁਸੀਂ ਆਪਣੇ ਨੂੰ ਦੱਸੋਗੇ ਕਿ ਇਮਾਨਦਾਰੀ ਕੀ ਹੁੰਦੀ ਹੈ, ਓਨੈਸਟੀ ਕੀ ਹੁੰਦੀ ਹੈ। ਪੁੱਤ ਧੋਖਾ ਨਹੀਂ ਕਰਨਾ ਕਿਸੇ ਨਾਲ। ਵੱਧ ਤੋਂ ਵੱਧ 200 ਲੀਟਰ ਪੈ ਗਿਆ ਹੋਊ, 300 ਲੀਟਰ ਪੈ ਗਿਆ ਹੋਊ, $1.5 ਨਾਲ $400 ਦਾ, $400 ਨਾਲ ਕੀ ਕਰੋਗੇ। ਇੱਕ ਨੰਬਰ ਪੰਪ ਖਰਾਬ ਹੋਇਆ। ਦੇਖੋ ਹੁਣ ਭਾਈ ਸਾਹਿਬ ਦੱਸਦੇ ਨੇ ਵੀ 5 ਚੋਂ ਪਵਾ ਕੇ ਗਏ ਨੇ। ਪਿਕਅਪ ਟਰੱਕ ਦੇ ਪਿੱਛੇ ਜਿਨ੍ਹਾਂ ਨੇ ਢੋਲ ਬਣਾਏ ਹੋਏ ਸੀ 2-2 400 ਲੀਟਰ ਦੇ, ਉਹ ਵੀ ਭਰਾ ਕੇ ਲੈ ਗਏ। ਹੁਣ ਇਹਦੇ ਚੋਂ ਕੀ, ਤੇ ਕੱਲ ਨੂੰ ਜਾਂ ਡੈਲਟਾ ਪੁਲਿਸ ਨਾਂ ਛਾਪੂਗੀ ਲੱਭ ਕੇ ਤੇ ਫੋਟੋਆਂ ਉੱਪਰ ਰਿਕਾਰਡਿੰਗ ਹੈ, ਤੇ ਉਹ ਜਿਹੜੀ ਕੰਪਨੀ ਜਿਹੜਾ ਮਾਲਕ ਜੀਡੀ ਤੇ ਉਹ ਸਾਡਾ, ਅਸੀਂ ਭਾਈਚਾਰੇ ਦੇ ਤੌਰ ਤੇ ਕਿੱਥੇ ਖੜਾਂਗੇ ਜਾ ਕੇ। ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੂਜਾ ਕੁਛ ਹੈਰਾਨੀ ਹੁੰਦੀ ਵੀ ਆ ਤੇ ਕੁਛ ਅਹਿਸਾਸ ਹੈਗਾ ਵੀ ਆ ਵੀ ਲੋਕਾਂ ਨੂੰ ਦੂਜਾ ਮੁਫਤ ਦੀ ਜ਼ਹਿਰ ਵੀ ਮਿਲ ਜਾਵੇ ਉਹ ਵੀ ਖਾਣ ਨੂੰ ਤੁਰ ਪੈਂਦੇ ਆ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਇਹ ਅੱਜ ਜਿਹੜਾ ਤੁਸੀਂ ਜਿਹੜੇ ਇਹੋ ਗੱਲ ਲੈ ਕੇ ਆਏ, ਮੈਂ ਇਹੋ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਘੱਟੋ ਘੱਟ ਤੁਸੀਂ ਇਹੋ ਗੱਲ ਇੱਕ ਇਨੀਸ਼ੀਏਟ ਕੀਤੀ ਆ ਵੀ ਇਹ ਜਿਹੜਾ ਵਰਤਾਰਾ ਹੈ ਸਹੀ ਨਹੀਂ ਹੈਗਾ। ਦੁਨੀਆ ਦੇ ਵਿੱਚ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਦੀਆਂ ਟੈਕਸੀਆਂ ਵਿੱਚੋਂ $ਮਿਲੀਅਨਸ ਲੱਭੇ ਆ, ਹੋਰ ਕਿਤੇ ਇਹੋ ਜਿਹੇ ਉਦਾਹਰਨਾਂ ਹੈਗੀਆਂ ਆ, ਉਹਨਾਂ ਦੀ ਅਸੀਂ ਗੱਲ ਕਰਕੇ ਮਾਣ ਮਹਿਸੂਸ ਕਰਦੇ ਆ। ਤੇ ਆਹ $100-200 ਪਿੱਛੇ ਉਹਨੇ ਜੇ ਨਹੀਂ ਕੀਤਾ, ਉਹਨਾਂ ਨੇ ਤਾਂ ਮਾੜਾ ਕੰਮ ਕੀਤਾ ਹੀ ਕੀਤਾ ਆ। ਨਾਲ ਸਾਨੂੰ ਵੀ ਸ਼ਰਮਿੰਦਗੀ ਹੋ ਰਹੀ ਆ ਵੀ ਇਹਦੇ ਵਿੱਚ ਸਾਡੇ ਕਿਤੇ ਨਾ ਕਿਤੇ ਸਾਡੇ ਨਾਲ ਵੀ ਅਟੈਚ ਹੋਣੀ ਹੈ ਉਹ ਗੱਲ। ਤੇ ਜੇ ਇਹੋ ਜਿਹਾ ਵਰਤਾਰਾ ਐਕਸੈਪਟੇਬਲ ਨਹੀਂ ਹੈਗਾ, ਇਹ ਨਹੀਂ ਕਰਨਾ ਚਾਹੀਦਾ। ਜਿਹੜਾ ਆ ਇਹ ਨਿੰਦਣਯੋਗ ਆ। ਮੈਂ ਨਹੀਂ ਕੋਈ ਚੰਗੀ ਗੱਲ ਕਹਿ ਸਕਦਾ ਇਹਦੇ ਬਾਰੇ। ਮੈਂ ਤਾਂ ਇਹ ਕਹੂੰਗਾ ਵੀ ਇਹ ਤੋਂ ਬਾਕੀ ਸਿੱਖਣ ਕਿ ਜੇ ਕਿਤੇ ਇਹੋ ਜਿਹੀ ਓਪਰਚੁਨਿਟੀ ਮਿਲਦੀ ਆ ਤੇ ਦੂਜਾ ਵਧੀਆ ਪਾਸਾ ਚੁਣੋ, ਆਪਣੇ ਮਨ ਦੀ ਸ਼ਾਂਤੀ ਨੂੰ ਚੁਣੋ, ਸੱਚ ਦਾ ਰਾਹ ਚੁਣੋ, ਤੇ ਨਾ ਇਹ ਕੰਮ ਕਰੋ ਤੁਸੀਂ ਆਪ ਤਾਂ ਸ਼ਰਮਿੰਦੇ ਹੋਣਾ ਹੀ ਹੋਣਾ, ਨਾਲ ਕਮਿਊਨਿਟੀ ਨੂੰ, ਆਪਣੇ ਟੱਬਰ ਨੂੰ, ਸਾਰਿਆਂ ਨੂੰ ਸ਼ਰਮਿੰਦੇ ਕਰਦੇ ਆ। ਇਹੋ ਜਿਹਾ ਕੰਮ ਨਾ ਕੀਤਾ ਜਾਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗਿੱਲ ਸਾਹਿਬ, ਲਾਈਨ ਨੰਬਰ 3। ਕ੍ਰਾਂਤੀਕਾਰੀ ਜੀ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਬਾਈ ਆਪਾਂ ਟਰੱਕ ਚਲਾਇਆ ਵੈਨਕੂਵਰ ਟੂ LA ਟੂ ਬੋਸਟਨ ਬਾਇਆ ਟੋਰਾਂਟੋ ਬੈਕ ਵੈਨਕੂਵਰ, ਰਾਈਟ। ਤੇ ਹੋਰ ਵੀ ਅੱਜ ਤੱਕ ਕਿਤੇ ਬਾਲਟੀ ਨਹੀਂ ਕੱਢੀ ਆਈਸਕ੍ਰੀਮ ਦੀ, ਹਨਾ। ਉੱਥੇ ਕਈ ਵਾਰੀ ਜਾਣਤਾ ਦੇ ਨਾਲ ਹੁਣ ਉਹ ਲੋੜ ਆ ਤੇਰੇ ਕੋਲ ਆਹ ਕੱਢ। ਇੱਕ ਦਿਨ ਬੰਦਾ ਉਦੋਂ ਚਲ ਆ ਕੈਮਰੇ ਨਹੀਂ ਹੁੰਦੇ ਸੀ, ਨਹੀਂ ਮੂੰਹ ਹੀ ਬਾਈ ਉਹਨੇ ਮੇਰੇ ਟ੍ਰੇਲਰ ਚੋਂ ਧਨੀਆ, ਥੋੜਾ ਟਮਾਟਰ, ਫਲਾਨਾ ਕੱਢੀ ਜਾਵੇ। ਮੈਂ ਕਿਹਾ ਬਾਈ ਸਿਰੇ ਹੀ ਲਾਈ ਜਾਣਾ, ਹਨਾ। ਚਲੋ ਜੀ, ਤੇ ਇੱਧਰ ਆ ਜਾਓ ਆ ਪਾਸੇ ਵਾਲੇ ਤੇ। ਹੁਣ ਇਹਨਾਂ ਨੇ ਕੀਤਾ ਤਾਂ ਹੈਗਾ ਆਪਦੀਆਂ ਚੌਸਤੀਆਂ ਕਰਦੇ। ਇੱਥੇ ਆਪਾਂ ਘੱਟ ਗਿਣਤੀ 'ਚ ਰਹਿੰਦੇ ਆ, ਵੱਧ ਤੋਂ ਵੱਧ 50 ਹੋਣੇ ਆ, 60 ਹੋਣੇ ਆ। ਬਦਨਾਮੀ ਪਤਾ ਕਿੰਨੀ ਹੋਣੀ ਆ। ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ, ਡਿਜੀਟਲ ਜ਼ਮਾਨਾ। ਅਗਲੇ ਨੇ ਪਾ ਕੇ ਸੋਸ਼ਲ ਮੀਡੀਆ ਦਾ ਜਲੂਸ ਕੱਢ ਦੇਣਾ ਜੀ। ਹਾਂ, ਤੇ ਨੰਬਰ 3 ਤੇ ਇੱਥੇ ਇੱਕ ਸੀਗੀ ਕੰਪਨੀ, ਹੈ ਨਾ, ਤੇ ਉਹ ਆਪਦੇ ਨੇ ਬੜਾ ਬਣ ਸਰੀ ਚ ਵੀ ਅਸੀਂ ਸਰੀ ਸਾਡੇ ਸਿਰ ਤੇ ਹੀ ਚੱਲਦੀ ਆ। ਤੇ ਬਾਈ ਉਹਨਾਂ ਨੇ ਦੱਸਿਆ ਕੀ ਕਰਿਆ ਕਰਨਾ, ਤੇਲ ਦੂਜੀ ਕੰਪਨੀ ਦੇ ਡਰਾਈਵਰਾਂ ਨਾਲ ਗੱਲ ਕਰਕੇ ਜਾਰ ਚ ਲਿਆਇਆ ਕਰਨੇ, ਤੇਲ ਕੱਢਿਆ ਕਰਨਾ, ਫੇਰ ਸਾਡੇ ਟਰੈਕਟਰ ਚ ਪਾਇਆ ਕਰਨਾ, ਫੇਰ ਅਸੀਂ ਜਾਇਆ ਕਰਨਾ ਨਾ। ਤੇ ਮੈਂ ਕੋਈ ਨਾ ਪੁੱਤ, ਤੂੰ ਮੇਰੇ ਤੈਨੂੰ ਮੈਂ ਬੰਦਾ ਬਣਾਉਣਾ ਨਾ। ਚਲੋ ਜੀ, ਮੈਂ ਡਿਸਪੈਚਰ ਨੂੰ ਕਿਹਾ, ਮੈਂ ਕਿਹਾ ਤੇਲ ਘੱਟ ਆ। ਕਹਿੰਦਾ ਕਿਵੇਂ, ਇੱਕ ਅੱਧਾ ਗੇੜਾ ਲੱਗ ਜੂ। ਮੈਂ ਕਿਹਾ ਹਾਂ, ਇੱਕ ਅੱਧਾ ਤਾਂ ਲੱਗ ਜੂ। ਤੇ ਚੱਲ ਜੀ ਆਪਾਂ ਨਿਊ ਵੈਸਟ ਵਾਲੀ ਰਾਇਲ ਹਿੱਲ ਤੇ ਲਿਆ ਕੇ ਖੜਾ ਕਰਤਾ, ਹਨਾ। ਮੁੜ ਕੇ ਜਦੋਂ ਮੈਨੂੰ ਕਹਿੰਦੇ ਤੂੰ ਚੰਗਾ ਭਲਾ ਗੁੱਡ ਡਰਾਈਵ ਫਲਾਨਾ ਧਮਕਾ। ਮੈਂ ਕਿਹਾ ਹੁਣ ਮੈਂ ਕੀ ਕਰਾਂ ਰਾਈ। ਫੇਰ ਸਾਰੇ ਟੱਬਰ ਭੱਜੇ ਫਿਰਨ। ਬਹੁਤ ਸ਼ਰਮ ਦੀ ਗੱਲ ਆ ਵੀਰੇ, ਬਹੁਤ ਦਿਲ ਦੁਖੀ ਹੁੰਦਾ ਹੈ। ਘਰ ਤੇ ਕਹਿਣ ਲੋਕਾਂ ਨੇ ਸਾਡਾ ਜਲੂਸ ਕੱਢਿਆ ਪਿਆ, ਪਲੀਜ਼ ਇਹਨਾਂ ਦਾ ਲਿਆ ਕੇ ਮੀਡੀਆ ਜਲੂਸ ਕੱਢੋ। ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਤੇਜਵਿੰਦਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤਾਂ ਵੀਰ ਜੀ ਸਰ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ। ਅੱਜ ਤੋਂ 2 ਸਾਲ ਪਹਿਲਾਂ ਮੈਂ ਆਈਲੈਂਡ ਤੇ ਰਹਿਣਾ ਜੀ। ਮੈਂ ਇੱਕ ਰੈਸਟੋਰੈਂਟ 'ਚ ਕੰਮ ਕਰਦਾ। 2 ਸਾਲ ਪਹਿਲਾਂ ਬਹੁਤ ਝੱਖੜ ਚੱਲਿਆ ਤੇ ਬਿਜਲੀ ਚਲੀ ਗਈ ਸ਼ਾਮ ਨੂੰ ਜੀ। ਉਹ ਟਾਈਮ ਬਿਜ਼ੀ ਟਾਈਮ ਸੀ, ਵੀਕਐਂਡ ਦਾ ਦਿਨ ਸੀ ਤੇ ਇੰਨਾ ਜ਼ਿਆਦਾ ਕੰਮ ਬਿਜ਼ੀ ਸੀ, ਤੁਸੀਂ ਯਕੀਨ ਕਰਿਓ ਰੈਸਟੋਰੈਂਟ 'ਚ ਕੋਈ ਸੀਟ ਖਾਲੀ ਨਹੀਂ ਸੀ। ਅੱਛਾ ਜੀ।
ਉਹ ਕੁਦਰਤੀ ਤੌਰ ਤੇ ਬਿਜਲੀ ਚਲੀ ਗਈ, ਲੋਕਾਂ ਨੇ ਅੱਧਿਆਂ ਨੇ ਖਾਣਾ ਖਾ ਲਿਆ, ਅੱਧਿਆਂ ਨੇ ਨਹੀਂ। ਜਿਨ੍ਹਾਂ ਨੇ ਖਾਣਾ ਖਾ ਲਿਆ ਉਹ ਵਿਚਾਰੇ ਉੱਠ ਕੇ ਬੈਠੇ ਰਹੇ ਉੱਥੇ ਪਹਿਲਾਂ, ਕਿਉਂਕਿ ਮਸ਼ੀਨਾਂ ਨਾਲ ਪੈਸੇ ਪੇ ਕਰਨ ਦੀ ਮਸ਼ੀਨ ਨਹੀਂ ਚੱਲਦੀ। ਯਕੀਨ ਕਰੋ ਦੂਜੇ ਦਿਨ ਸਵੇਰ 12 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 5 ਕੇ 7 ਟੇਬਲ ਐਸੇ ਬੰਦੇ ਸੀ ਜਿਹੜੇ ਪਹਿਲਾਂ ਖਾਣਾ ਖਾ ਕੇ ਜਾ ਚੁੱਕੇ ਸੀ ਇੱਕ ਦਿਨ ਪਹਿਲਾਂ। ਉਹ ਦੂਜੇ ਦਿਨ ਆਏ ਇਮਾਨਦਾਰੀ ਨਾਲ, ਜਿੰਨੇ ਆਪਣੇ ਪੈਸੇ ਬਣਦੇ ਸੀ, ਜਿੰਨਾ ਕੁਝ ਖਾਦਾ ਸੀ, ਉਹ ਸਾਰਾ ਕੁਝ ਦੱਸ ਕੇ ਆਪਣੇ ਪੈਸੇ ਵਾਪਸ ਕਰ ਗਏ। ਵਾਹ, ਇਹ ਆ ਇਹਨੂੰ ਕਹਿੰਦੇ ਕੰਟਰੀ। ਇਹ ਹੁਣ ਤੁਸੀਂ ਇਹ ਦੱਸੋ, ਜਦੋਂ ਤੁਸੀਂ ਹੁਣ ਆਪਣੇ ਬੰਦੇ ਜਾਂਦੇ ਆ, ਹੁਣ ਕਿਸੇ ਇੱਕ ਨੇ ਦੇਖਿਆ ਨਾ ਤੇਲ ਪੈਂਦਾ, ਉਹਨੇ ਪਤਾ ਨਹੀਂ ਕਿੰਨੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨਾਲ ਜਿਹਨੇ ਦੱਸਿਆ ਵੀ ਆਹ ਹੋਇਆ, ਉਹ ਸਭ ਤੋਂ ਵੱਡਾ ਜ਼ਿੰਮੇਵਾਰ ਉਹ ਹੈ। ਹਾਂਜੀ, ਹੁਣ ਦੇਖ ਲਓ ਤੁਸੀਂ, ਹੁਣ 100 ਤੁਸੀਂ ਕਹਿੰਦੇ 200 ਲੀਟਰ 300 ਲੀਟਰ ਤੇਲ ਪਿੱਛੇ ਹੁਣ ਲੁਕਦੇ ਫਿਰਦੇ ਹੋਣੇ ਆ। ਬਹੁਤ ਮਾੜੀ ਗੱਲ ਆ ਬਾਈ ਜੀ। ਅਵਤਾਰ ਸਿੰਘ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਮੈਂ 10-12-13 ਸਾਲ ਚਲਾਇਆ ਗੈਸ ਸਟੇਸ਼ਨ, ਆਮ ਨਾਰਮਲ ਹੁੰਦਾ ਹੀ ਸੀਗਾ। ਪਹਿਲੀ ਗੱਲ ਤਾਂ ਇਹ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤਾਂ ਮੈਂ ਬਿਮਾਰ ਮਾਨਸਿਕਤਾ ਕਹੂੰਗਾ, ਤੇ ਦੂਜੀ ਗੱਲ ਜਿਹਦਾ ਹੋਇਆਗਾ ਉਹਦੀ ਫੁੱਲ ਇੰਸ਼ੋਰੈਂਸ ਹੁੰਦੀ ਹੈ। ਸਾਡੇ ਤਾਂ ਪੂਰਾ ਕਵਰੇਜ ਜਿੰਨੇ ਦਿਨਾਂ ਦਾ ਹੋਇਆ ਉਹ ਇੰਸ਼ੋਰੈਂਸ ਤੁਹਾਨੂੰ ਸੀਟਾਂ ਕੱਢ ਕੇ ਦੇ ਦਿਓ, ਉਹ ਤੁਹਾਨੂੰ ਇੰਸ਼ੋਰੈਂਸ ਪੇ ਕਰ ਦਿੰਦੀ ਹੈ। ਗੈਸ ਸਟੇਸ਼ਨ ਤੇ ਤਾਂ ਜੇ ਇੱਕ ਨਟ ਵੀ ਚੋਰੀ ਹੋ ਜਾਂਦਾ ਉਹ ਵੀ ਕਵਰੇਜ ਹੁੰਦਾ, ਕੋਈ ਬੜੀ ਗੱਲ ਨਹੀਂ ਹੈਗੀ ਮੇਰੇ ਹਿਸਾਬ ਨਾਲ ਤਾਂ। ਅੱਛਾ, ਮੇਰੇ ਨਾਲ ਮੈਂ ਟਰੱਕ ਚਲਾਉਂਦਾ, ਮੇਰੇ ਨਾਲ 2 ਵਾਰੀ ਹੋਇਆ ਏਦਾਂ, ਪੰਪ ਚੱਲਦੇ, ਮੈਂ ਜਾ ਕੇ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਇੱਕ ਵਾਰੀ ਤਾਂ ਮੈਂ ਤੇਲ ਪਾ ਲਿਆ, ਮੈਨੂੰ ਪਤਾ ਨਹੀਂ ਲੱਗਿਆ। ਜਦ ਮੈਂ ਅੰਦਰ ਗਿਆ ਮੈਂ ਕਿਹਾ ਰਸੀਦ ਨਹੀਂ ਕੱਢੀ ਪੰਪ ਨੇ, ਉਹ ਕਹਿੰਦੇ ਤੇਰਾ ਰਿਚਾਰਜ ਨਹੀਂ। ਮੈਂ ਕਿਹਾ ਚਾਰਜ ਕਰ ਲਓ। ਤੇ ਇੱਕ ਵਾਰੀ ਮੈਂ ਥੋੜਾ ਜਿਹਾ ਤੇਲ ਪਾਇਆ ਸੀ, ਉਹ ਕਹਿੰਦੇ ਨਹੀਂ ਤੂੰ ਜਾ, ਵੀ ਅਸੀਂ ਤੇ ਚਾਰਜ ਨਹੀਂ ਕਰ ਸਕਦੇ, ਤੇਰੇ ਕੋਲ ਕੋਈ ਸਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ। ਏਦਾਂ ਹੋਈ ਜੀ। ਧੰਨਵਾਦ ਜੀ। ਭਲਿੰਦਰਪਾਲ ਸਿੰਘ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੂਜੀ ਘਟਨਾ ਜੀ ਅੱਜ ਇਹ ਟਰੱਕਾਂ ਵਾਲਿਆਂ ਦੀ, ਹਨਾ। ਅੱਗੇ ਆਪਾਂ ਤੁਸੀਂ ਜਦੋਂ ਕੋਈ ਵੀ ਵਿਸ਼ਾ ਲੈ ਕੇ ਆਉਂਦੇ ਤੁਹਾਡੇ ਨਾਲ ਖੜਦੇ, ਹਾਲਾਂਕਿ ਮੈਂ ਟਰੱਕ ਨਹੀਂ ਚਲਾਉਂਦਾ, ਮੇਰਾ ਅਲੱਗ ਕੈਰੀਅਰ ਆ। ਪਹਿਲੀ ਹੋ ਗਈ ਸੀਗੀ ਜੀ ਆਪਣੇ ਕੋਕਾ ਹਾਲਾ ਤੇ ਜਿੱਥੇ ਅੱਗ ਲੱਗੀ, ਬਿਲਕੁਲ ਉਹ ਬਹੁਤ ਮਨ ਖਰਾਬ ਹੋਇਆ। ਅੱਜ ਬਹੁਤ ਤੋੜਿਆ ਜੀ। ਹੁਣ ਜੇ ਇੱਕ ਅੱਧੀ ਕੋਈ ਹੋਰ ਆ ਗਈ, ਆਪਾਂ ਸ਼ਰੇਆਮ ਕਹਿੰਦੇ ਆ ਜੀ ਗਗਨ ਸਿੰਘ ਹੁਣੀ ਠੀਕ ਆ, ਭਾਵੇਂ ਮੈਂ ਗਗਨ ਸਿੰਘ ਦਾ ਕਸੂਰ ਨਹੀਂ ਕਹਿੰਦਾ, ਕੁਝ ਬੰਦੇ ਆ ਜਾਂ ਤਾਂ ਤੁਸੀਂ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਉਹ ਬੰਦਿਆਂ ਦੀਆਂ ਫੋਟੋਆਂ ਪਾਓ ਸਾਰੇ ਪਾਸੇ, ਉਹਨਾਂ ਦੇ ਨਾਂ ਨਸ਼ਰ ਹੋਣੇ ਚਾਹੀਦੇ ਆ। ਜੇ ਨਹੀਂ ਹੋਊਗਾ ਫੇਰ ਭਾਵੇਂ ਕੋਈ ਟਰੱਕਾਂ ਦੇ ਹੱਕ 'ਚ ਬੋਲੀ ਜਾਵੇ, ਕੋਈ ਵਿਰੋਧ 'ਚ ਬੋਲੀ ਜਾਵੇ, ਸਾਡਾ ਕੋਈ ਲੈਣਾ ਦੇਣਾ ਨਹੀਂ। ਮੈਂ ਰੇਡੀਓ ਤੇ ਕਹਿਣਾ, ਜੋ ਮਰਜ਼ੀ ਹੋਈ ਜਾਵੇ ਤੁਹਾਡੇ ਨਾਲ, ਮੇਰੇ ਨਾਲ ਕੋਈ ਮਰਜ਼ੀ ਹੋਈ ਜਾਵੇ, ਮੈਂ ਨਹੀਂ ਆ ਕੇ ਰੋਂਦਾ। ਤੁਸੀਂ ਆ ਕੇ ਤੁਹਾਡਾ ਹੱਕ ਨਹੀਂ ਬਣਦਾ ਰੋਣ ਦਾ, ਜਾਂ ਤਾਂ ਤੁਸੀਂ ਉਹਨਾਂ ਦੀਆਂ ਸ਼ੇਅਰ ਕਰੋ। ਉਹ ਮੇਅਰ ਤੁਹਾਡੇ ਬਾਰੇ ਪਤੇ ਪਾਉਂਦਾ ਫਿਰਦਾ ਵਾ, ਹਰੀ ਵਾਲਾ ਅੱਜ ਮੈਂ ਨਿਊਜ਼ ਸੁਣੀ ਆ ਵੀ ਮੈਂ ਆ ਮੇਅਰ ਇਹਨਾਂ ਦੀ ਹੈਲਪ ਕਰਦਾ। ਸ਼ਰਮ ਹੋਣੀ ਚਾਹੀਦੀ ਆ, ਡੁੱਬ ਕੇ ਮਰ ਜਾਓ ਸ਼ਰਮ ਵਿੱਚ ਹੀ ਸਾਨੂੰ ਸਾਰਿਆਂ ਨੂੰ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਆ। ਧੰਨਵਾਦ। ਸੈਮ ਜੀ, ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 1 ਸੈਮ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਵੀਰ ਜੀ, ਮੈਂ ਕਹੂੰਗਾ ਵੀ ਮੇਰੀ ਓਨੈਸਟੀ, ਆਪਾਂ ਓਨੈਸਟੀ ਦੀ ਗੱਲ ਕਰਦੇ ਆ। ਮੈਂ ਤਾਂ 2 ਫੀਸ ਤੇ ਮੋਟਰ ਵੀ ਚਲਾਈ ਆ ਤੇ ਮੀਟਰ ਵੀ ਪੁੱਠਾ ਘੁਮਾਇਆ ਆ, ਔਰ ਲੱਗਦਾ ਦਾ ਸਾਰੇ ਅਸੀਂ ਲਾਉਂਦੇ ਆ। ਅਗਰ ਮੈਂ ਹੁੰਦਾ, ਮੈਂ ਸੋਚਦਾ ਸੀ ਜਦੋਂ ਗੱਲ ਸੁਣੀ, ਮੈਂ ਕਿਹਾ ਜੀ ਮੈਂ ਉਸ ਲਾਈਨ 'ਚ ਖੜਾ ਹੁੰਦਾ ਤੇ ਮੈਂ ਭਲੀ ਮਾਨਸੀ ਕਰਨੀ ਸੀ। ਆਈ ਥਿੰਕ ਮੈਂ ਹੁਣ ਆਣ ਕੇ ਰੇਡੀਓ ਤੇ ਬਹਿ ਗਿਆ, ਮੇਰੇ ਕੋਲ ਆ ਗਿਆ, ਤੁਸੀਂ ਮੈਨੂੰ ਮੌਕਾ ਦੇ ਦਿੱਤਾ ਬੋਲਣ ਦਾ, ਤੇ ਮੈਂ ਸਭ ਤੋਂ ਵਧੀਆ ਓਨੈਸਟ ਹੋ ਜਾਣਾ। ਮੇਰੇ ਤੋਂ ਵਧੀਆ ਬੰਦਾ ਹੀ ਹੈ ਜੀ। ਪਰ ਰਿਐਲਿਟੀ 'ਚ ਅਸੀਂ ਇੰਨੇ ਸਾਫ਼ ਸੁਥਰੇ ਨੇ, ਸਾਨੂੰ ਬਿਲਕੁਲ ਦੂਜੀ ਕਮਿਊਨਿਟੀ ਵੱਲ ਦੇਖ ਕੇ ਜਿਹੜੇ ਇਹਦੇ ਪਹਿਲੀ ਗੱਲ ਕੀਤੀ ਵੀ ਓਨੈਸਟੀ ਨਾਲ ਆਪਣੇ ਪੈਸੇ ਦੇ ਗਏ, ਉਹਨੇ ਓਨੈਸਟ ਅਸੀਂ ਹੈ ਨਹੀਂ। ਅਗਰ ਰੇਡੀਓ ਗੱਲਾਂ ਦੇ ਸੁਣੋ ਤਾਂ ਸਾਰੇ ਅਸੀਂ ਨੰਬਰ 1 ਓਨੈਸਟ ਆ। ਜਿਹਨੇ ਆਉਣਾ ਇਹੀ ਗੱਲ ਕਹਿ ਕੇ ਜਾਣੀ ਮੇਰੇ ਤੋਂ ਵੱਧ ਓਨੈਸਟ ਨਹੀਂ, ਪਰ ਨਹੀਂ, ਅਜੇ ਹੈ ਨਹੀਂ। ਸਾਨੂੰ ਉੱਦਾਂ ਦਾ ਬਣਨਾ ਚਾਹੀਦਾ ਔਰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ। ਨਾਲੇ ਇੱਕ ਗੱਲ ਹੋਰ ਜ਼ਰੂਰ ਹੈ, ਜਿਹੜੀ ਗੈਸ ਸਟੇਸ਼ਨ ਦੀ ਗੱਲ ਹੈ, ਮੇਰੇ ਨਾਲ ਇਹ ਪਹਿਲਾਂ ਹੋ ਚੁੱਕੀ ਵੀਰ ਜੀ। ਸ਼ਾਇਦ ਮੈਂ ਉਦੋਂ ਓਨੈਸਟ ਹੋ ਗਿਆ, ਆਈ ਡੋਂਟ ਨੋ ਕਿਉਂ ਓਨੈਸਟ ਹੋ ਗਿਆ। ਮੇਰੇ ਤੋਂ ਜਿਹੜਾ ਮੀਟਰ ਚੱਲਦਾ 200 ਲੀਟਰ ਤੋਂ ਬਾਅਦ ਉਹ ਬੰਦ ਹੋ ਗਿਆ ਚੱਲਣਾ, ਪਰ ਤੇਲ ਪਈ ਗਿਆ, ਤੇਲ 500 ਲੀਟਰ ਵਿੱਚ ਪੈ ਗਿਆ ਤੇ ਮੈਂ ਆਣ ਕੇ ਉੱਥੇ ਅੰਦਰ ਦੱਸਤਾ। ਉਹਨੇ ਮੈਨੂੰ ਐਪਰੀਸ਼ੀਏਟ ਕੀਤਾ, ਪਰ ਮੈਂ ਬਾਹਰ ਆਣ ਕੇ ਬੜਾ ਮਹਿਸੂਸ ਕੀਤਾ। ਮੈਂ ਕਿਹਾ $300 ਦਾ ਘਾਟਾ ਪੈ ਗਿਆ। ਪਰ ਆਈ ਡੋਂਟ ਨੋ, ਆਈ ਐਮ ਨਾਟ ਓਨੈਸਟ ਯੈਟ, ਪਰ ਮੈਂ ਬਣਨਾ ਚਾਹੁੰਦਾ ਵੀਰ ਜੀ। ਸਾਰੇ ਬਣੋ, ਸਾਰੇ। ਧੰਨਵਾਦ ਬੋਪਰਾਏ ਸਾਹਿਬ, ਧੰਨਵਾਦ। ਫਿਰ ਮੈਨੂੰ ਕਹਿੰਦਾ ਸੌਰੀ। ਮੈਂ ਕਿਹਾ ਮੇਰੇ ਕੋਲ ਨਾ ਸੌਰੀ ਮੰਗੋ, ਜਿਹੜੇ ਲੋਕਾਂ ਦੇ ਬੀਜੇ ਕਾਟਾਂ ਤੋਂ ਜਾਂ ਦੂਜੇ ਕਾਟਾਂ ਤੋਂ ਬਾਈ ਜੀ ਤੇਲ ਪੈਂਦਾ, ਮੈਂ ਕਿਹਾ ਉਹਨਾਂ ਤੋਂ ਸੌਰੀ ਮੰਗੋ। ਮੈਂ ਕਿਹਾ ਤੁਸੀਂ ਉਹਨਾਂ ਤਾਂ ਫੜਿਆ ਨਹੀਂ। ਮੈਂ ਕਿਹਾ ਤੁਹਾਡੇ ਕੋਲ 7-8 ਗੱਡੀਆਂ ਆਇਆ, 7-8 ਟਰੱਕ ਸੀਗੇ, ਇੱਕ ਦੇ ਮਗਰ ਲਾ ਕੇ ਫੜ ਲੈਂਦੇ, ਕਿੱਥੇ ਭੱਜ ਜਾਂਦੇ। ਇਹ ਕਿਹੜਾ ਕੋਈ ਜੰਗਲ ਦਾ ਰਾਜ ਹੈ ਵੀ ਜਿੱਥੇ ਭੱਜ ਜਾਣਗੇ ਨਾ। ਉਹਨਾਂ ਨੂੰ ਫੜਿਆ ਨਹੀਂ ਬਾਈ ਜੀ।
ਸਾਡੇ ਬੰਦੇ ਤੇਲ ਭਰਾਉਂਦੇ ਆ, ਅਮਰੀਕਾ 'ਚ ਵੀ ਭਰਾਉਂਦੇ ਸੀਗੇ, ਇੱਥੇ ਵੀ ਭਰਾਉਂਦੇ ਆ। ਬਾਗੜੀ ਸਾਹਿਬ, ਚੋਰੀ ਦੇ ਕ੍ਰੈਡਿਟ ਕਾਰਡਾਂ ਤੇ ਵੀ ਪੈਂਦਾ ਅਲੱਗ, ਉਹ ਅਲੱਗ ਚੀਜ਼ ਆ ਬਾਈ ਜੀ। ਚੋਰੀ ਦੇ ਕ੍ਰੈਡਿਟ ਕਾਰਡ ਵੀ ਕਿੰਨੀ ਕੁ ਹਿਸਟਰੀ ਆ, ਮੈਂ ਤੁਹਾਨੂੰ ਲਿਸਟ ਬਣਾ ਕੇ ਦੱਸੂਗਾ ਕਿੱਦਾਂ ਮਿਲ ਕੇ, ਤੁਸੀਂ ਹੈਰਾਨ ਹੋ ਜਾਓਗੇ ਵੀ ਆਹ ਕੁਛ ਸਾਡੇ ਬੰਦੇ ਧਨਾੜ ਜਿਹਨਾਂ ਕੋਲ 4-4 ਘਰ ਆ, 4-4 ਪਿੱਕੇ ਰੇਂਜ ਰੋਵਰ ਰੱਖੇ ਆ, ਡੋਜ ਰਾਮ ਰੱਖੇ ਆ ਬ੍ਰਾਂਡ ਨਿਊ ਕਢਾ ਕੇ, ਉਹ ਬੰਦਿਆਂ ਦੀ ਇਹ ਮਾਨਸਿਕਤਾ ਆ। ਮੈਨੂੰ ਇਹ ਨਹੀਂ ਸਮਝ ਆਉਂਦੇ ਵੀ ਅਸੀਂ ਕਿੱਥੇ ਨੂੰ ਤੁਰੇ ਆ। ਅਸੀਂ ਆਪਣੀ ਕਮਿਊਨਿਟੀ ਦਾ ਸਿਰ ਨੀਵਾਂ ਕਰਨਾ ਕਿ ਉੱਚਾ ਕਰਨਾ ਆ। ਆਈ ਡੋਨਟ ਨੋ, ਪਤਾ ਨਹੀਂ ਕੀ ਇਹਨਾਂ ਦੀ ਮਾਨਸਿਕਤਾ। ਜੇ ਕੋਈ ਪੇ ਫੋਨ ਖਰਾਬ ਹੋ ਗਿਆ ਉੱਥੇ ਕੰਮ ਚੱਕ ਦਿੰਦੇ ਆ, ਜਿੱਥੇ ਵੀ ਜਾਣ ਕੇ ਦਾ ਲੱਗਦਾ ਆ ਲਾਉਂਦੇ ਆ ਮਿੰਟੋ ਮਿੰਟੀ ਵੀ ਜਿੰਨਾ ਵੀ ਸਿਰ ਕਹਿੰਦੇ ਨੀਵਾਂ ਹੋ ਜਾਵੇ ਕਮਿਊਨਿਟੀ ਦਾ, ਕਰਾਉਣਾ ਜ਼ਰੂਰ ਹੈ ਇਹਨਾਂ ਲੋਕਾਂ ਨੇ। ਤੇ ਇਹਨਾਂ ਦੀਆਂ ਗੱਲਾਂ ਸੁਣ ਲਿਓ ਬਾਈ ਜੀ, ਕਿਤੇ ਖੜ ਕੇ ਤੁਸੀਂ ਕੰਟੇਨਰਾਂ ਦੇ ਕੰਮ ਕਰਦੇ ਆ ਵੀ ਆਪਣਿਆਂ ਨੂੰ ਸ਼ਰਮ ਆਉਂਦੀ ਨਹੀਂ ਵੀ ਯਾਰ ਇਹ ਬੰਦੇ ਗੱਲਾਂ ਕਿਹੜੀਆਂ ਕਾਂਡਾ ਆ, ਇਹਨਾਂ ਦਾ ਕਿਰਦਾਰ ਕੀ ਆ, ਤੇ ਦੋ ਚਿਹਰੇ ਇਹਨਾਂ ਦੇ ਲੋਕਾਂ ਦੇ ਆ ਬਾਈ ਜੀ। ਇਹਨਾਂ ਦੀਆਂ ਫੋਟੋਆਂ ਰਿਲੀਜ਼ ਹੋਣੀਆਂ ਚਾਹੀਦੀਆਂ, ਇਹਨਾਂ ਦੇ ਨਾਂ ਰਿਲੀਜ਼ ਹੋਣੇ ਚਾਹੀਦੇ ਆ, ਇਹਨਾਂ ਦੀ ਕੰਪਨੀਆਂ ਦੇ ਨਾਂ ਰਿਲੀਜ਼ ਹੋਣੇ ਚਾਹੀਦੇ ਆ, ਸਾਰਾ ਕੁਝ ਕਰਨਾ ਚਾਹੀਦਾ ਆਪਣੀ ਕਮਿਊਨਿਟੀ ਰਲ ਕੇ ਬਾਈ ਜੀ। ਧੰਨਵਾਦ ਜੀ, ਧੰਨਵਾਦ। ਸਾਹ ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਕਿਆ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਗੱਲ ਉਹ ਪਹਿਲੇ ਭਾਈ ਸਾਹਿਬ ਦੀ ਠੀਕ ਹੈ ਜੀ, ਮਤਲਬ ਇਦਾਂ ਆ ਵੀ ਗੱਲੀ ਅਸੀਂ ਚੰਗੀਆਂ ਜੀ, ਅਚਾਰ ਜਿਹੜੇ ਆ ਉਹ ਬਿਲਕੁਲ ਠੀਕ ਹੈ ਔਰ ਸਿਰੇ ਦੀ ਗੱਲ ਤਾਂ ਇਹ। ਬਾਕੀ ਗੱਲ ਇਦਾਂ ਵੀ ਦੇਖੋ ਲੱਗਦਾ ਦਾ ਸਾਰੇ ਨਾਲ, ਪਰ ਮਾੜਾ ਕੰਮ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ, ਮੈਂ ਕਿਤੇ ਵੇਲੇ ਟੈਕਸੀ ਚਲਾਉਣਾ, ਮਕੈਨਿਕ ਸ਼ਾਪ ਤੋਂ ਹੁਣ ਉਹ ਬੰਦਾ ਰਿਟਾਇਰ ਹੋ ਗਿਆ, ਤੇ ਉਹਦੀ ਮਕੈਨਿਕ ਸ਼ਾਪ ਤੇ ਮੈਂ ਗਿਆ ਸੀ, ਤਾਂ ਉਹ ਕਹਿੰਦਾ ਮੇਰੇ ਕੰਮ ਕਰਨ ਤੋਂ ਪਹਿਲਾਂ ਦੀ ਗੱਲ ਹੋਣੀ ਸ਼ੁਰੂ ਕਰਨ ਤੋਂ, ਤੇ ਉਹ ਕਹਿੰਦਾ ਮੇਰੀ ਸ਼ਾਪ ਨੂੰ ਅੱਗ ਲੱਗ ਗਈ ਸੀ ਸਮਹਾਉ, ਤਾਂ ਮੇਰੇ ਕੋਲ ਬਹੁਤ ਸਾਰਾ ਰੈਕਡ, ਕਈ ਵਾਰੀ ਸਾਡੇ ਵੀਰ ਜਾਣਦੇ ਆ ਵੀ ਉਹ ਮਕੈਨਿਕ ਕਹਿੰਦੇ ਆ ਬਾਅਦ ਚ ਪੈਸੇ ਦੇ ਦਿਓ, ਤੇ ਰੈਕਡ ਕਹਿੰਦਾ ਉੱਥੇ ਲੂ ਹੋ ਗਿਆ। ਉਦੋਂ ਕੰਪਿਊਟਰ ਦਾ ਕਹਿੰਦਾ ਮੈਨੂੰ ਇੰਨਾ ਨਹੀਂ ਸੀਗਾ, ਤੇ ਕਹਿੰਦਾ ਮੈਨੂੰ ਗੋਰੇ ਬਾਅਦ ਚ ਆਣ ਕੇ ਵੀ ਕਈ ਪੈਸੇ ਦੇ ਗਏ ਦੁਕਾਨਾਂ ਤੇ ਆਣ ਕੇ, ਔਰ ਕਹਿੰਦਾ ਬਹੁਤੇ ਜਿਹੜੇ ਸੀਗੇ ਬਿਜ਼ਨਸ ਵਾਲੇ ਬੰਦੇ ਜਿਹਨਾਂ ਨਾਲ ਮੈਂ ਕੰਮ ਕਰਦਾ ਰਿਹਾ, ਇੰਸਪੈਕਸ਼ਨ ਕਰਦਾ ਰਿਹਾ, ਔਰ ਉਹ ਮੈਨੂੰ ਕਹਿੰਦਾ ਪੈਸੇ ਨਹੀਂ ਦਿੱਤੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਰੈਕਡ ਹੀ ਹੈ ਨਹੀਂ। ਕਹਿੰਦਾ ਸਮਹਾਉ ਮੈਨੂੰ ਬਾਅਦ ਚ ਰੈਕਡ ਮਿਲ ਗਿਆ, ਮੇਰੇ ਕੋਲ ਆਉਂਦੇ ਰਹੇ, ਮੈਂ ਕਿਸੇ ਤਰ੍ਹਾਂ ਪੈਸੇ ਤਾਂ ਕੱਢ ਲਏ। ਮਤਲਬ ਉਹ ਬੰਦੇ ਦੀ ਆਪਣੀ ਦੱਸਣ ਦੀ ਗੱਲ ਆ। ਸੋ ਸਾਨੂੰ ਪਲੀਜ਼ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਆ ਬਹੁਤ ਜ਼ਿਆਦਾ, ਵੀ ਜੇ ਅਗਰ ਸਾਨੂੰ ਪਤਾ ਵੀ ਅਸੀਂ ਕਿਸੇ ਨੂੰ ਉਹ ਕਰਦੇ ਹਾਂ ਤਾਂ ਸਾਨੂੰ ਇਦਾਂ ਦਾ ਕੰਮ ਕਰਨਾ ਨਹੀਂ ਚਾਹੀਦਾ। ਹਾਂ ਠੀਕ ਆ, ਹਰ ਇੱਕ ਬੰਦਾ ਦੇਖ ਕੇ ਲਲਚਾ ਜਾਂਦਾ, ਪਰ ਨਹੀਂ, ਇਹਨਾਂ ਗੱਲਾਂ ਤੋਂ ਬਿਲਕੁਲ ਸਾਨੂੰ ਗਰੇਜ ਕਰਨਾ ਚਾਹੀਦਾ। ਬਾਕੀ ਇਨਸਾਨ ਗਲਤੀਆਂ ਦਾ ਪੁਤਲਾ, ਔਰ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਮੰਨ ਲੈਣੀ ਚਾਹੀਦੀ ਵੀ ਸਾਡੇ ਤੋਂ ਗਲਤੀ ਹੋ ਗਈ ਹੈ, ਔਰ ਆਪਣੀ ਭਰਪਾਈ ਕਰਨੀ ਚਾਹੀਦੀ ਉਹਨਾਂ ਨੂੰ। ਧੰਨਵਾਦ ਜੀ। ਚਲੋ ਤੁਸੀਂ ਐਜ਼ ਯੂਜੂਅਲ ਪਾ ਰਹੇ ਹੋ 1 ਨੰਬਰ 2 3 4 5 ਤੇ ਤੁਸੀਂ ਪਵਾ ਲਓ ਵੀ ਚਲੋ ਗਲਤੀ ਨਾਲ ਪੈ ਗਿਆ। ਜਦ ਤੁਹਾਨੂੰ ਪਤਾ ਲੱਗਿਆ 1 ਨੰਬਰ ਖਰਾਬ ਆ, ਉਹਦੇ ਤੇ ਲਾਈਨਾਂ ਜਿਹੜੀਆਂ ਲਾਈਆਂ ਨੇ, ਫਿਰ ਇਹਦਾ ਮਤਲਬ ਉਹ ਤਾਂ ਫਿਰ ਤੁਸੀਂ ਜਾਣ ਕੇ ਕਰ ਰਹੇ ਹੋ ਨਾ। ਨੈਕਸਟ ਸੈਗਮੈਂਟ ਸਟਾਰਟ ਹੋਣੀ ਆ ਜੀ, ਤੇ ਵਸਰਾਨ ਸਾਹਿਬ ਤੇ ਗਗਨ ਸਿੰਘ ਜੀ ਥੋੜਾ ਸਮਾਂ ਰੱਖਿਓ ਪਲੀਜ਼। ਵਸਰਾਨ ਜੀ ਤੁਸੀਂ 에ਅਰ ਤੇ ਹੋ। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਗਿੱਲ ਸਾਹਿਬ ਇਸੇ ਕਰਕੇ ਫੋਨ ਕੀਤਾ ਸਿਰਫ ਕਿ ਤੁਹਾਡੇ ਜਜ਼ਬੇ ਨੂੰ ਸਲਾਮ ਆ, ਕਿਉਂਕਿ ਇਸ ਤਰ੍ਹਾਂ ਦੀ ਗੱਲ ਵੀ ਭਾਈਚਾਰੇ ਦੀ ਜੇ ਕੋਈ ਜਿਹਦੇ ਨਾਲ ਬਦਨਾਮੀ ਹੁੰਦੀ ਆ ਉਹਨੂੰ ਵੀ 에ਅਰ ਉੱਤੇ ਲੈ ਕੇ ਆਉਣਾ, ਇਹਦੇ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ। ਕਿਉਂਕਿ ਹੁਣ ਜਿਨ੍ਹਾਂ ਨੇ ਇਹ ਕੰਮ ਕੀਤਾ ਹੋਊਗਾ, ਦੇਖੋ ਪਹਿਲੀ ਤਾਂ ਮੈਂ ਇਹ ਕਹਿੰਦਾ ਹੈਗਾ ਕਿ ਜੇ ਅਸੀਂ ਇਸ ਤਰ੍ਹਾਂ ਜਿੱਦਾਂ ਉੱਥੇ ਲਾਈਨਾਂ ਲੱਗ ਗਈਆਂ ਸੀਗੀਆਂ, ਜੇ ਆਪਣੇ ਹੱਕ ਲਈ ਏਦਾਂ ਲਾਈਨਾਂ ਲਾਈਏ ਨਾ, ਤਾਂ ਸਾਨੂੰ ਏਦਾਂ ਦੇ ਟੁੱਚੇ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਦੁੱਖ ਹੋਇਆ ਜੀ, ਨਿੱਜੀ ਤੌਰ ਤੇ ਮੈਂ ਬਹੁਤ ਦੁੱਖ ਹੋਇਆ ਜੀ, ਬਹੁਤ ਜ਼ਿਆਦਾ। ਦੇਖੋ ਅਸੀਂ ਕਿੰਨੀਆਂ, ਸਾਨੂੰ ਪ੍ਰਮਾਤਮਾ ਨੇ ਕਿਹੜੀ ਚੀਜ਼ ਦੀ ਇੱਥੇ ਕਮੀ ਛੱਡੀ ਆ ਜੀ, ਆਪਣੀ ਮਿਹਨਤ ਦੇ ਨਾਲ, ਹੈ ਨਾ ਜੀ। ਬਰਕਤਾਂ ਮਿਹਨਤ ਦੀ ਕਮਾਈ 'ਚ ਹੁੰਦੀਆਂ ਗਿੱਲ ਸਾਹਿਬ। ਔਰ ਫਿਰ ਤੁਸੀਂ ਕਹਿਣਾ ਹੈਗਾ ਕਿ ਇੱਕ $50 ਮੈਂਬਰਸ਼ਿਪ ਆ ਜਿਹੜੇ ਤੁਹਾਡੇ ਹੱਕਾਂ ਲਈ ਲੜਦੇ ਆ, ਔਰ ਤੁਹਾਡੇ ਲਈ ਐਵਰੀ ਡੇ ਜਿਹੜੇ 84 ਦੇ ਪੈਸੇ ਮਿਲਦੇ ਆ, ਜੇ ਤੁਸੀਂ 3 ਕੰਟੇਨਰ ਵੀ ਢੋਂਦੇ ਆ, $75 ਤੁਹਾਡੀ ਜੇਬ 'ਚ ਪੈ ਰਹੇ ਆ। ਕਿਹਦੀ ਬਦੌਲਤ ਪੈ ਰਹੇ ਆ? ਜਿਹੜਾ ਇੱਕ ਯਤਨ ਕੀਤਾ ਸੀ UTA ਨੇ। ਮੈਂ ਨਹੀਂ ਕਹਿੰਦਾ ਹੈਗਾ ਸਾਰੇ ਇਕੱਠੇ ਆ ਉਹਦੇ ਵਿੱਚ, ਬਟ ਮੈਂਬਰਸ਼ਿਪ ਲਵੋ ਯਾਰ, ਖੜੇ ਹੋਵੋ ਜਦੋਂ ਤੁਹਾਨੂੰ ਕੋਈ ਸਾਡਾ ਕਾਲ ਕਰਦਾ, ਉੱਥੇ ਇਕੱਠੇ ਹੋਵੋ। ਆ ਜਿਹੜੇ ਛੋਟੇ ਛੋਟੇ ਕੰਮਾਂ ਲਈ ਆਪਾਂ ਨੱਠੇ ਫਿਰਦੇ, ਸਾਡੇ ਹੱਕ ਆ ਜਿਹੜੇ, ਉਹ ਸਾਨੂੰ ਮਿਲੀ ਜਾਣ ਪੂਰੇ, ਤੇ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਮੈਂ ਤਾਂ ਇਹੀ ਕਹੂੰਗਾ ਕਿ ਮਤਲਬ ਗਿੱਲ ਸਾਹਿਬ ਦੇਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਹੈਗੀਆਂ ਆ, ਸਾਨੂੰ ਸਾਡੇ ਉੱਚੇ ਸੁੱਚੇ ਜਿਹੜਾ ਕਿਰਦਾਰ ਆ ਉਹਨੂੰ ਨੀਵਾਂ ਕਰਦੀਆਂ ਹੈਗੀਆਂ। ਸੋ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ, ਕਿਉਂਕਿ ਹੁਣ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲਓ। ਬਾਕੀ ਬਾਗੜੀ ਸਾਹਿਬ ਬਹੁਤ ਵਧੀਆ ਦੱਸ ਗਏ ਜਸਕਰਨ। ਸੋ ਮੈਂ ਬਾਹਲੀ ਗੱਲ ਨਹੀਂ ਕਰਨੀ ਚਾਹੁੰਦਾ, ਸੌਰੀ, ਮੇਰਾ ਜੀ ਨਹੀਂ ਕਰਦਾ ਫੋਨ ਕਰਨ ਨੂੰ, ਬਟ ਤੁਹਾਨੂੰ ਮੈਂ ਤਾਂ ਇਹ ਕਹਿੰਦਾ ਕਿ ਤੁਹਾਡੇ ਜਜ਼ਬੇ ਨੂੰ ਸਲਾਮ ਆ। ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੀ। ਨਿੱਜੀ ਤੌਰ ਤੇ ਇਸ ਨੂੰ ਗਗਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਜੀ, ਸਮਾਂ ਦੇਣ ਲਈ ਸ਼ੁਕਰੀਆ ਜੀ। ਮੈਨੂੰ ਜਦੋਂ ਪਤਾ ਲੱਗਿਆ ਜੀ, ਮੈਂ ਜੇ ਭੁਲਿੰਦਰਪਾਲ ਹੁਣੀ ਨਾ ਗੱਲ ਕਰਦੇ ਨਾ ਜੀ, ਮੈਂ ਆਉਣਾ ਨਹੀਂ ਸੀ ਤੇ, ਪਰ ਮੈਂ ਔਨ 에ਅਰ ਦੱਸਦਾ ਜੀ ਵੀ ਜਦੋਂ ਮੈਨੂੰ ਪਤਾ ਲੱਗਾ, ਮੈਂ ਫੋਨ ਕੀਤਾ ਸ਼ਾਹਪੁਰ ਨੂੰ, ਤੇ ਬਕਾਇਦਾ ਸੈਟਰਡੇ ਮੈਂ ਆਪ ਚੈੱਕ ਕਰਕੇ ਆਇਆ, ਉੱਥੇ ਟੇਪ ਲੱਗੀ ਉਸ ਪੰਪ ਦੇ ਉੱਪਰ, ਤੇ ਉਦੋਂ ਪਹਿਲਾਂ ਕੰਮ ਹੋ ਗਿਆ ਸੀ 24 ਘੰਟੇ। ਹਾਂਜੀ,
ਪਰ ਜਦੋਂ ਮੈਨੂੰ ਪਤਾ ਲੱਗਾ ਸੀ ਕਰਤਾ ਰਹੀ ਗੱਲ। ਹਾਂਜੀ, ਰਹੀ ਗੱਲ ਇਹ ਆ ਵੀ ਜੇ ਮੰਨ ਲਓ ਜੇ ਅਸੀਂ ਕਿਸੇ ਗੱਲ ਲਈ ਖੜੇ ਆ, ਮੈਂ ਇਸ ਐਸਪੈਕਟ ਨਹੀਂ ਬਹੁਤ ਮਾੜੀ ਗੱਲ ਆ, ਪਰ ਹਾਂ ਮੈਂ ਇਹ ਵੀ ਕਹਿੰਦਾ ਜੀ ਤੁਸੀਂ ਇਹ ਰੱਖੋ ਵੀ ਸਰੀ ਦੇ ਵਿੱਚ 4 ਬੇਸਮੈਂਟ ਆਇਆ ਇੱਕ ਘਰ 'ਚ। ਬਿਲਕੁਲ ਠੀਕ। ਆਜੋ ਫਿਰ ਏਦਾਂ ਕਰੀਏ, ਅੱਜ ਪ੍ਰਣ ਕਰੀਏ, ਅੱਜ ਤੋਂ ਹੀ, ਹੁਣ ਤੋਂ, ਤੇ ਹੁਣ ਤੋਂ ਅਸੀਂ ਬੰਦ ਕਰਾਉਣੇ ਆ। ਰਹੀ ਗੱਲ, ਮੈਂ ਬਹੁਤ ਸੰਖੇਪ ਹੀ ਰੱਖਣਾ, ਅਸੀਂ ਕੋਈ ਕਿਸੇ ਰਾਜਨੀਤਿਕ ਤੋਂ ਜਾਂ ਕਿਸੇ ਰੇਡੀਓ ਤੇ ਆ ਕੇ ਕੋਈ ਭੀਖ ਨਹੀਂ ਮੰਗਦੇ। ਪਹਿਲੀ ਗੱਲ ਮੇਰਾ ਤਾਂ ਕੋਈ ਟਰੱਕ ਹੀ ਹੈ ਨਹੀਂਗਾ। ਅਸੀਂ ਸਿਰਫ ਇਸ ਗੱਲ ਨੂੰ ਲੱਗੇ ਆ ਵੀ ਜੋ ਵਿਕਟੋਰੀਆ ਦੇ ਵਿੱਚ ਸਮਝੌਤਾ ਹੋਇਆ ਸੀਗਾ, 7 ਸਾਲ ਹੋ ਗਏ ਸਮਝੌਤਾ ਹੋਏ ਨੂੰ, ਸਿਰਫ ਉਹਨੂੰ ਆਨਰ ਕਰਨ ਦੇ ਲਈ ਅਸੀਂ ਲੱਗੇ ਹੋਏ। ਸੋ ਰਹੀ ਗੱਲ, ਅਸੀਂ ਬਹੁਤ ਕੁਛ ਹੈ ਗਿੱਲ ਸਾਹਿਬ, ਮੈਂ ਕੋਈ ਉਹਨੂੰ ਜਸਟੀਫਾਈ ਨਹੀਂ ਕਰਦਾ ਵੀ ਇਹ ਕਰਨਾ ਚਾਹੀਦਾ, ਜਿੱਥੋਂ ਤੱਕ ਸਾਡੀ ਪਹੁੰਚ ਹੁੰਦੀ ਆ ਅਸੀਂ ਕਰਦੇ ਹਾਂ। ਮੇਰੇ ਕੋਲ ਔਨ ਰੈਕਰਡ ਪਿਆ ਸਿਟੀ ਜੋ ਮੈਨੇਜਰ ਨੂੰ ਇਲੀਗਲ ਕੰਸਟਰਕਸ਼ਨ ਦੀ ਕੰਪਲੇਂਟ ਕੀਤੀ, ਭੁਲਿੰਦਰਪਾਲ ਸਿੰਘ ਉਹਨਾਂ ਨੂੰ ਕਹਿ ਦੋ ਮੇਰਾ ਨੰਬਰ ਅਨਾਉਂਸ ਹੁੰਦਾ ਕਰ ਲੈਣ, ਮੈਂ ਈਮੇਲ ਕੱਢ ਕੇ ਫੜਾ ਦੂੰ ਤੇ ਫਿਰ ਮੈਂ ਦਿਖਾ ਦੂੰ ਵੀ ਕਿਹੜੇ ਬੰਦੇ ਦੀ ਦਖਲ ਅੰਦਾਜ਼ੀ ਦੇ ਨਾਲ ਕੋਈ ਐਕਸ਼ਨ ਨਹੀਂ ਹੁੰਦਾ, ਜਾਂ ਤਾਂ ਡੈਲਟੇ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਕਿਤੇ ਕੰਸਟਰਕਸ਼ਨ ਹੁੰਦੀ ਆ ਕਿਤੇ ਇਲੀਗਲ। ਸੋ ਕਹਿਣ ਦਾ ਭਾਵ ਇਹ ਕਿੱਥੇ ਨਹੀਂ ਪਤਾ ਵੀ ਕਿਹੜੇ ਕੰਸਲਟੈਂਟ ਗਲਤ ਗੱਲ ਜਿਹੜੀ ਕੋਈ ਕਿਤੇ ਹੋ ਰਹੀ ਹੈ ਗਗਨ ਸਿੰਘ, ਉਹਨੂੰ ਇਹਦੇ ਨਾਲ ਅਸੀਂ ਜਸਟੀਫਾਈ ਨਹੀਂ ਕਰਨੀ। ਇਹ ਗਲਤ ਕੀਤੀ ਆ ਤਾਂ ਇਹ ਗਲਤ, ਇਸ ਨੂੰ ਇਹਦੀ ਨਿੰਦਾ ਹੋਣੀ ਚਾਹੀਦੀ ਹੈ। ਜੇ ਟਰੱਕਰਸ ਲਈ 2013 ਦੇ 7 ਵਰ੍ਹਿਆਂ ਦੇ ਦਿਨ ਰਾਤ ਖੜੇ ਆ, ਚਾਹੇ 10 ਸੀ, 20 ਸੀ, 50 ਸੀ, 100 ਸੀ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਬਸ ਸਿੰਪਲ ਇਹ ਹੈ। ਸਰ ਮੈਂ ਪਹਿਲੇ ਤੁਹਾਨੂੰ ਬੇਨਤੀ ਕੀਤੀ ਵੀ ਜਿੱਦੇ ਮੈਨੂੰ ਪਤਾ ਲੱਗਿਆ ਮੈਂ ਬੰਦ ਕਰਾ ਕੇ ਟੇਪ ਲਗਾ ਕੇ ਉੱਥੇ ਲੱਗੀ ਟੇਪ ਦੇਖ ਕੇ ਆਇਆ, ਚਾਹੇ ਉੱਥੋਂ ਦੇ ਕੈਮਰਿਆਂ ਦੇ ਵਿੱਚ ਵੀ ਹੋਊਗਾ ਵੀ ਇਹ ਬੰਦਾ ਦੇਖ ਕੇ ਗਿਆ। ਥੈਂਕ ਯੂ, ਧੰਨਵਾਦ। ਇਹ ਬਹੁਤ ਔਖਾ ਹੈ ਇਸ ਨੂੰ ਅਨੁਪਾਤ ਕਰਨਾ, ਇਹ ਬਹੁਤ ਔਖਾ ਹੈ ਇਹਦੇ ਤੇ ਗੱਲ ਕਰਨੀ, ਬਹੁਤ ਔਖੀ ਗੱਲ ਹੈ ਇਸ ਨੂੰ ਜਸਟੀਫਾਈ ਕਰਨਾ। ਤੇ ਇਹਦੇ ਤੇ ਸਾਡਾ ਧਰਮ ਕੀ ਚਾਹੀਦਾ ਸੀ, ਸਾਡੀ ਇਨਸਾਨੀਅਤ ਕੀ, ਸਾਡਾ ਖਿੱਤਾ ਕੀ, ਜਿੱਥੋਂ ਅਸੀਂ ਆਏ ਅਸੀਂ ਕੌਣ ਹੈ। ਜਦ ਇੱਕ ਬੰਦੇ ਨੂੰ ਪਹਿਲੇ ਨੂੰ ਪਤਾ ਲੱਗ ਗਿਆ ਸੀ ਇਹਦਾ ਮੀਟਰ ਨਹੀਂ ਚੱਲ ਰਿਹਾ, ਉਹਦਾ ਕੀ ਕਰਤੱਵ ਬਣਦਾ ਸੀ। ਹੁਣ ਜਿਹੜੇ ਬੰਦੇ ਨੇ ਦੱਸਿਆ ਮੈਨੂੰ, ਉਹਦੇ 'ਚ ਉਹਨੇ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਉਹ 'ਚ ਪਵਾ ਕੇ ਗਏ, ਉਹਨਾਂ ਦੇ ਚਿਹਰੇ ਮੋਹਰੇ ਕਿਹੋ ਜਿਹੇ ਸੀ, ਉਹਨਾਂ ਦੇ ਧਾਰਮ ਦੇ ਚਿੰਨ੍ਹ ਜਿਹੜੇ ਪਾਏ ਹੋਏ ਉਹ ਦਿਖਦੇ ਸੀ। ਤੇ ਟਰੱਕ ਤਾਂ ਟਰੱਕ ਜਿਹੜੇ ਪਿਕਅਪ ਦੇ ਵਿੱਚ ਜਿਨ੍ਹਾਂ ਨੇ ਢੋਲ ਲੱਦੇ ਹੋਏ ਨੇ ਉਹ ਵੀ ਭਰਾ ਕੇ ਲੈ ਗਏ, ਕੰਪਨੀਆਂ ਦੇ ਨਾਂ ਲਿਖੇ ਹੋਏ ਨੇ ਉੱਪਰ, ਤੇ ਤੁਹਾਨੂੰ ਪਤਾ ਉੱਪਰ ਕੈਮਰੇ ਨੇ। ਮੈਂ ਉਹ ਗੱਲ ਮੰਨ ਸਕਦਾ ਵੀ 5 ਦੇ ਉੱਪਰ ਬਾਰੀ ਲੱਗੀ ਹੋਈ ਆ, ਜਿਹਦੀ 1 ਨੰਬਰ ਤੇ ਬਾਰੀ ਆ ਗਈ ਉਹ ਪਵਾ ਕੇ ਚਲੇ ਗਿਆ। ਚਲੋ ਜਦ ਤੁਸੀਂ 1 ਨੰਬਰ ਦੀ ਵੇਟ 'ਚ ਖੜੇ ਹੋ, ਫਿਰ ਇਹਦਾ ਮਤਲਬ ਅਸੀਂ ਮਤਲਬ ਕੀ ਕਰਾਂਗੇ। $400 ਮੈਕਸੀਮਮ 500 ਲੀਟਰ, $1.5 ਨਾਲ ਪਾ ਲਓ, $800, 700। ਔਰ ਇਹ ਪਤਾ ਹੈ ਭਾਈਚਾਰੇ 'ਚ, ਰੇਡੀਓਆਂ ਤੇ ਵੀ ਪਤਾ ਹੈ, ਹੋਸਟਾਂ ਨੂੰ ਵੀ ਪਤਾ ਹੈ। ਪਰ ਜੇ ਮਿੱਤਰੋ ਤੁਹਾਡੇ ਲਈ ਪਿਛਲੇ 7 ਵਰ੍ਹੇ ਹੋ ਗਏ ਲੜ ਰਹੇ ਆ, ਤੇ ਇਸ ਮੰਚ ਨੇ ਹਜ਼ਾਰਾਂ ਹੀ ਘੰਟੇ ਦਿੱਤੇ ਨੇ, ਹਜ਼ਾਰਾਂ ਹੀ ਅਨਕੰਡੀਸ਼ਨਲ। ਜਿੱਦਣ ਤੁਸੀਂ ਹਾਕ ਮਾਰ ਲਈ 20 ਮਿੰਟ ਚਾਹੀਦੇ ਨੇ, 15 ਚਾਹੀਦੇ ਨੇ, 10 ਚਾਹੀਦੇ ਨੇ, 15 ਚਾਹੀਦੇ ਨੇ, ਆ ਜਾਓ। ਜਿੱਦਣ ਤੁਹਾਡੀਆਂ ਲਾਈਨਾਂ ਚੱਲਦੀਆਂ ਸੀ ਪੁਲ ਓਵਰ ਏਰੀਏ ਦੇ ਵਿੱਚੋਂ, ਤੁਹਾਡੇ ਨਾਲ ਮੈਂ ਖੜਾ ਜਾ ਕੇ। ਪਰ ਆ ਜਦ ਕੁਛ ਹੁੰਦਾ ਹੈ, ਸੜ ਰਿਹਾ ਟਰੱਕ -2 ਦੇ ਵਿੱਚ ਬੰਦਾ ਟੀ-ਸ਼ਰਟ ਨਾਲ ਬਾਹਰ ਖੜਾ ਹੈ, ਕੋਕਾ ਹਾਲੋ, ਤੇ ਤੁਹਾਡੇ ਟਰੱਕ ਲੰਘਦੇ ਜਾ ਰਹੇ ਨੇ ਕੋਲ ਦੀ, ਬੰਦਾ ਦਿਖ ਰਿਹਾ ਵੇ ਪੰਜਾਬੀ ਖੜਾ, ਤੇ ਸ਼ੂਕ ਦੇ ਟਰੱਕ ਲੰਘ ਰਹੇ ਨੇ ਕੋਲ ਦੀ, ਵੀ ਕਿਤੇ ਬੰਦ ਨਾ ਹੋ ਜਾਵੇ ਆਪਾਂ ਲੰਘ ਜੀਏ। ਕਿੱਧਰ ਨੂੰ ਤੁਰੇ ਹੋਏ ਅਸੀਂ? ਕਿਹੜਾ ਅਸੀਂ ਚੰਦ ਥੱਲੇ ਧਰਤੀ ਤੇ ਲਾ ਲਾਂਗੇ ਜਿਹੜਾ ਪਿਛਲੇ 50-60 ਵਰ੍ਹਿਆਂ 'ਚ ਨਹੀਂ ਲਾਇਆ, 30 'ਚ ਨਹੀਂ ਲਾਇਆ। ਜਿੱਦਣਾ ਜਵਾਕ ਜੱਲਾ ਜਿਹੜਾ ਆਇਆ ਤੁਰਿਆ ਫਿਰਦਾ 20 ਸਾਲਾਂ, ਤੇ ਇਹਨਾਂ ਵੱਲ ਉਂਗਲਾਂ ਕਰਦੇ ਹੋ, ਇਹ ਆਹ ਕਰਦੇ ਨੇ, ਆਹ ਕਰਦੇ ਨੇ, ਕੰਮ ਲੈ ਕੇ ਸਾਡਾ ਆਹ ਲੈ ਕੇ, ਕਦੇ ਆਪਣੇ ਗਿਰੇਬੰਦ 'ਚ ਝਾਕਿਆ ਜਿਹੜੇ ਕਰਕੇ ਆਏ ਨੇ? ਜਿਹਨੇ ਨਹੀਂ ਕੀਤਾ ਉਹ ਆਪਣੇ, ਜਿਵੇਂ ਠੱਗ ਕੰਸਲਟੈਂਟਾਂ ਦੀ ਮੈਂ ਗੱਲ ਤੋਰਨ ਵੇਲੇ ਪਹਿਲਾਂ ਕਹਿੰਦਾ ਵੀ ਜਿਹੜਾ ਕਰ ਹੀ ਨਹੀਂ ਰਿਹਾ ਉਹਨੂੰ ਕੋਈ ਡਰ ਨਹੀਂ, ਉਹ ਵਰੀ ਨਾ ਹੋਵੇ, ਉਹ ਨਾ ਵਰੀ ਕਰੋ। ਪਰ ਜਿਹੜਾ ਕਰ ਰਿਹਾ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ। ਸੋ ਇਹ ਹੁਣ ਇਹਦੇ ਵਿੱਚ ਕੀ ਕੱਢਾਂਗੇ, ਉਹ ਵੀ ਨੇ ਜਿਨ੍ਹਾਂ ਨੇ ਡੈਲਟਾ ਪੁਲਿਸ ਨੂੰ ਦੱਸਿਆ। ਪਰ ਜੇ ਕੋਈ ਆਰਗੇਨਾਈਜ਼ਰ ਹੈ ਜਿਹਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨੂੰ ਸਾਡੇ ਤੱਕ ਇਹ ਖਬਰ ਪਹੁੰਚਾਉਣੀ ਚਾਹੀਦੀ ਹੈ ਵੀ ਆਹ ਗੱਲ ਹੋਈ ਹੈ,
ਇਹਦਾ ਮਤਲਬ ਜੇ ਤੁਸੀਂ ਮਾੜਾ ਇਹਨਾਂ ਦਾ ਲੁਕਾਉਂਦੇ ਹੋ ਫਿਰ ਚੰਗੀ ਗੱਲ ਵੀ ਨਹੀਂ ਹੋਣੀ। ਇਸ ਦਾ ਇਹ ਮੈਂ ਹੁਣ ਇਸ ਨੂੰ ਮੇਰੇ ਸ਼ਬਦ ਹੈ ਨਹੀਂ ਵੀ ਇਹਨਾਂ ਨੂੰ ਮੈਂ ਇਹਨੂੰ ਕਹਾਂ ਕੀ ਮੈਂ, ਕਿਉਂਕਿ ਪਹਿਲੀ ਵਾਰ ਹੋਇਆ। ਇਹ ਗੱਲਾਂ ਚੱਲਦੀਆਂ ਸੀ ਜਦ ਮੈਂ 5-6 ਮਹੀਨੇ ਟਰੱਕ ਚਲਾਇਆ ਯੂਟਾ ਦੇ ਵਿੱਚ, ਸ਼ਾਇਦ ਕੋਈ ਇੱਕ ਫੋਨ ਸੀ ਉਹ ਖਰਾਬ ਸੀ, ਉੱਥੇ ਲਾਈਨ ਲੱਗੀ। ਇੱਕ ਵਾਰ ਵੇਖੀ ਮੈਂ ਇਹ ਲਾਈਨ ਲੱਗੀ, ਉਹ ਕਹਿੰਦੇ ਇਹ ਫੋਨ ਇੰਡੀਆ ਨੂੰ ਕਰ ਰਹੇ ਨੇ, ਸਭ ਖੜੇ 2-2 ਘੰਟੇ, ਕਹਿੰਦੇ ਉਹ ਚੱਲੀ ਜਾਂਦਾ ਇਹ, ਚੱਲ ਡਾਲਰ ਕਹਿੰਦੇ ਲੱਗਦਾ ਇੱਥੋਂ ਕਰ ਜਾਂਦੇ ਆ। ਪਰ ਆਹ ਤੇਲ ਗੈਸ ਜਿਹੜੀ ਡੀਜ਼ਲ, ਉੱਪਰ ਕੈਮਰੇ ਨੇ, ਸੈਟ ਆਫ ਲਾਈਟਸ ਤੋਂ ਤੁਹਾਡੇ ਮੁੜਦੇ ਟਰੱਕਾਂ ਦਾ ਤੁਹਾਨੂੰ ਪਤਾ ਹੈ, ਤੁਸੀਂ ਇਹਦੇ ਤੋਂ ਕੀ ਕਰੋਗੇ? ਸੋ ਇਹ ਇੱਕ ਬਹੁਤ ਜਿਹੜੀ ਵੱਡੀ ਗੱਲ ਹੈ ਵੀ ਜਿਸ ਤੋਂ ਤੁਸੀਂ ਮੇਰਾ ਖਿਆਲ ਹੈ ਬਈ ਇਹਦੇ ਤੋਂ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਅਸੀਂ ਕੀ ਕਰਦੇ ਹਾਂ, ਸਾਡਾ ਹੱਕ ਕੀ ਆ, ਸਾਡਾ ਕੰਮ ਕੀ ਹੈ, ਅਸੀਂ ਕਿਉਂ ਇਹ ਕਰਨਾ। ਮੇਰੇ ਨਾਲ ਹੁਣ ਸਿਟੀ ਆਫ ਸਰੀ ਤੋਂ ਮੇਅਰ ਮੈਕਲਮ ਨੇ ਇੱਕ ਮੋਸ਼ਨ ਲਿਆਉਣੀ ਆ ਅਪ੍ਰੈਲ ਦੇ ਮਹੀਨੇ, ਉਸ ਦੀ ਗੱਲਬਾਤ ਕਰਨਗੇ। ਮੇਅਰ ਮੈਕਲਮ, ਗੁੱਡ ਮਾਰਨਿੰਗ। A little late. I was on. Not a problem. Thank you very much for sparing some time for us. Tell us about this motion is coming on April in this month. Well, I put out a press release that I fully support the farmers in this situation. Part of my family and my mom's side were farmers when I was a little boy in wheat farmers in Canada. I fully are in solidarity with the farmers. I've been to the Punjab. Yes. Punjab's a breadbasket of India, and I want to extend my full support for them, what they're going through. I think the changes that the Indian government want to make are very heavy-handed, and I feel very, very strongly that we need to have Surrey support the farmers. After all, a third of Surrey's land base is agriculture, and in fact, a lot of the Indo-Canadian people in Surrey are farmers in Surrey, and they're from the Punjab, and so their families are suffering back there, and so I want to give my full support for it, and I will be asking council to pass a motion on the 12th in full support of the farmers. Mayor, this April month, you are part of our community from long time. We used to have one of the biggest in North America, Khalsa Day Parade. So we didn't have last year, we are not having this year. Specifically from City Hall in April, is there something you are organizing? We're going to organize a few things and send out a few things, but as you well know, the actual parade and so forth is canceled, but again, that's the start of the harvest season in India, and that's why it's very, very we should turn the Vaisakhi around a little bit and have all the people support the farmers. It's a good time to support the farmers in Vaisakhi. And Vaisakhi actually was probably the largest parade in the world when it was going on in Surrey. And so it is a time of year that we need to all join together and give support to the farmers. Mayor, thank you so much. We will invite you some other day in studio. Then we'll chat a lot about Surrey. Thank you again so much for some time, and very best wishes. Yeah, thank you very much, and thank you to all the listeners for listening to me. Thank you, Mayor McCullum. Thank you. Thanks. Bye-bye. ਮੇਅਰ ਮਕੱਲਮ ਗੱਲਬਾਤ ਕਰ ਰਹੇ ਸੀ, ਨਾਲ ਹੀ ਕੌਂਸਲਰ ਮਨਦੀਪ ਸਿੰਘ ਨਾਗਰਾ, ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਕੋਲ ਕੰਸਰਨ ਭਾਈਚਾਰਾ ਪਹੁੰਚਾਉਂਦਾ। ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਲਾਹ ਢੇਸੀ ਤੇ ਉਹਨਾਂ ਦੇ ਗਰੁੱਪ ਨੇ ਵੀ ਇੱਕ ਖੁੱਲ੍ਹੀ ਚਿੱਠੀ ਜਿਹੜੀ ਹੈ ਉਹ ਭੇਜੀ ਸੀ ਸਿਟੀ ਨੂੰ ਕਿ ਤੁਹਾਨੂੰ ਇਸ ਦੇ ਬਾਰੇ ਮੋਸ਼ਨ ਲੈ ਕੇ ਆਉਣਾ ਚਾਹੀਦਾ। ਅਪ੍ਰੈਲ 12 ਦੀ ਮੋਸ਼ਨ ਦੇ ਵਿੱਚ ਇਸ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਮੇਅਰ ਮਕੱਲਮ ਮੋਸ਼ਨ ਲਿਆ ਰਹੇ ਨੇ। ਅਪ੍ਰੈਲ 12 ਨੂੰ ਸਾਰੇ
ਮੈਨੂੰ ਲੱਗਦਾ ਸਾਰਾ ਕੌਂਸਲ ਉਹਨਾਂ ਦੇ ਹੱਕ ਦੇ ਵਿੱਚ ਇਸ ਦੇ ਵੋਟ ਪਾਏਗੀ। ਮੁੜਦੇ ਹਾਂ ਜੀ ਕੱਲ੍ਹ ਨੂੰ, ਰੱਬ ਰਾਖਾ।